मेरा मुर्शिद सोना, सोना सोना मेरा। आओ अपने मन ਨੂੰ ਕੁਝ ਐਸਾ ਬਣਾਈਏ ਕਿ ਅਸੀਂ ਜੇ ਮਾਲਕ ਦੇ ਘਰ ਤੱਕ ਪਹੁੰਚੀਏ ਤਾਂ ਥੋੜਾ ਨਹੀਂ, ਅਸੀਂ ਬਹੁਤਾ ਪ੍ਰਾਪਤ ਕਰਕੇ ਮਾਲਕ ਦੇ ਘਰ ਤੋਂ ਜਾਈਏ। ਜਰਾ ਸਮਝਣਾ, ਔਰ ਬਹੁਤਾ ਪ੍ਰਾਪਤ ਕਰਨ ਵਾਸਤੇ ਕਿਹੜੀ ਕਿਹੜੀ ਚੀਜ਼ ਦੀ ਜ਼ਰੂਰਤ ਹੈ। ਸੋ ਸਭ ਤੋਂ ਪਹਿਲੀ ਜਿਹੜੀ ਚੀਜ਼ ਹੈ ਕਿ ਜੇ ਅਸੀਂ ਮਾਲਕ ਦੇ ਘਰ ਤੋਂ ਬਹੁਤਾ ਪ੍ਰਾਪਤ ਕਰਨਾ ਹੈ ਤਾਂ ਸਾਡੇ ਅੰਦਰ ਕਿਹੜੀ ਚੀਜ਼ ਦਾ ਹੋਣਾ ਜ਼ਰੂਰੀ ਹੈ। ਜਰਾ ਗੌਰ ਕਰਨਾ, ਵਿਸ਼ਵਾਸ। ਹੁਣ ਅਸੀਂ ਪ੍ਰੇਮ ਵੀ ਕਹਿ ਸਕਦੇ ਸੀ, ਪਰ ਵਿਸ਼ਵਾਸ ਕਿਉਂ ਕਿਹਾ ਸੀ? ਕਿਉਂਕਿ ਪ੍ਰੇਮ ਔਰ ਵਿਸ਼ਵਾਸ ਅਗਰ ਦੇਖਿਆ ਜਾਵੇ ਤਾਂ ਕੋਈ ਸਿੱਕੇ ਦੇ ਦੋ ਪਹਿਲੂ ਹੈ। ਕਿਉਂਕਿ ਜਿੱਥੇ ਵਿਸ਼ਵਾਸ ਨਹੀਂ ਹੈ ਉੱਥੇ ਪ੍ਰੇਮ ਵੀ ਕਦੀ ਨਹੀਂ ਹੋ ਸਕਦਾ। ਇਸ ਲਈ ਸਾਡੇ ਅੰਦਰ ਵਿਸ਼ਵਾਸ ਦਾ ਹੋਣਾ ਬਹੁਤ ਜ਼ਰੂਰੀ ਹੈ। ਹੁਣ ਕਈ ਵਾਰ ਜੀਵ ਕਹਿ ਦਿੰਦੇ ਵਿਸ਼ਵਾਸ ਨਾਲ ਕੀ ਹੋਣਾ ਹੈ, ਵਿਸ਼ਵਾਸ ਨਾਲ ਕੀ ਹੋਣਾ ਹੈ, ਵਿਸ਼ਵਾਸ ਨਾਲ ਕੁਝ ਨਹੀਂ ਹੁੰਦਾ। ਕਈ ਜੀਵ ਐਸੇ ਦੇਖੇ ਹੈ ਜੋ ਕਹਿ ਦਿੰਦੇ ਆ ਵਿਸ਼ਵਾਸ ਨੂੰ ਲੈ ਕੇ ਬੜੀਆਂ ਗੱਲਾਂ ਕਰਦੇ ਹੈ ਕਿ ਸ਼ੰਕਾ ਹੋਣੀ ਚਾਹੀਦੀ ਹੈ, ਇਨਸਾਨ ਅੰਦਰ ਵਿਸ਼ਵਾਸ ਨਹੀਂ ਹੋਣਾ ਚਾਹੀਦਾ, ਖੋਜ ਕਰਨੀ ਚਾਹੀਦੀ ਹੈ, ਵਿਸ਼ਵਾਸ ਨਹੀਂ ਕਰਨਾ ਚਾਹੀਦਾ। ਠੀਕ ਹੈ, ਜਿੱਥੇ ਖੋਜ ਕਰਨ ਦੀ ਜ਼ਰੂਰਤ ਹੈ ਉੱਥੇ ਖੋਜ ਵੀ ਕਰਨੀ ਪੈਂਦੀ ਹੈ, ਪਰ ਜਿੱਥੇ ਵਿਸ਼ਵਾਸ ਦੀ ਜ਼ਰੂਰਤ ਹੈ ਉੱਥੇ ਵਿਸ਼ਵਾਸ ਵੀ ਕਰਨਾ ਪੈਂਦਾ ਹੈ। ਇਸ ਲਈ ਅੱਜ ਵਿਸ਼ਵਾਸ ਦੀ ਗੱਲ ਕਰ ਰਹੇ ਹਾਂ ਅਸੀਂ। ਹੁਣ ਜ਼ਰਾ ਸੋਚੋ, ਵਿਸ਼ਵਾਸ ਨੂੰ ਕਿਉਂ ਬੜਾ ਮੰਨਿਆ ਗਿਆ ਹੈ? ਇਸੇ ਲਈ ਤਾਂ ਕਬੀਰ ਸਾਹਿਬ ਨੇ ਵੀ ਕਿਹਾ ਹੈ ਕਿ ਮੈਂ ਤਾਂ ਹੂੰ ਵਿਸ਼ਵਾਸ ਮੇਂ। ਕਿ ਪਰਮਾਤਮਾ ਨੂੰ ਪੁੱਛਿਆ ਸੀ ਤੂੰ ਕਿੱਥੇ ਹੈ, ਤਾਂ ਉਹਨਾਂ ਕਿਹਾ ਸੀ ਮੈਂ ਤੇਰੇ ਵਿਸ਼ਵਾਸ ਅੰਦਰ ਹਾਂ, ਤੇਰੇ ਵਿਸ਼ਵਾਸ ਅੰਦਰ ਹਾਂ। ਹੁਣ ਜੇ ਤੁਸੀਂ ਪੁੱਛੋ ਵਿਸ਼ਵਾਸ ਨਾਲ ਕੀ ਹੋਏਗਾ, ਤਾਂ ਅਸੀਂ ਤੁਹਾਨੂੰ ਇੱਥੇ ਇੱਕ ਚੀਜ਼ ਪੁੱਛਣਾ ਚਾਹੁੰਦੇ ਹਾਂ। ਵਿਸ਼ਵਾਸ ਨਾਲ ਕੀ ਹੋਏਗਾ? ਤਾਂ ਇੱਕ ਚੀਜ਼ ਪੁੱਛਣਾ ਚਾਹੁੰਦੇ ਹਾਂ ਤੁਹਾਨੂੰ ਕਿ ਇੱਕ ਪਤੀ ਪਤਨੀ ਦਾ ਰਿਸ਼ਤਾ ਹੈ, ਇੱਕ ਪਤੀ ਪਤਨੀ ਦਾ ਰਿਸ਼ਤਾ ਹੈ। ਅਗਰ ਉਸ ਰਿਸ਼ਤੇ 'ਚ ਵਿਸ਼ਵਾਸ ਹੈ ਤਾਂ ਫਿਰ ਕੀ ਹੋਏਗਾ? ਉੱਥੇ ਪਿਆਰ ਹੋਏਗਾ, ਉੱਥੇ ਖੁਸ਼ੀ ਹੋਏਗੀ, ਉੱਥੇ ਘਰ 'ਚ ਰੌਣਕ ਹੋਏਗੀ। ਤਾਂ ਜੇ ਉੱਥੇ ਵਿਸ਼ਵਾਸ ਨਾ ਹੋਵੇ ਪਤੀ ਨੂੰ ਪਤਨੀ ਤੇ, ਪਤਨੀ ਨੂੰ ਪਤੀ ਤੇ, ਫਿਰ ਕੀ ਹੋਏਗਾ? ਘਰ 'ਚ ਹਰ ਵੇਲੇ ਤੂੰ ਮੈਂ ਹੋਏਗੀ, ਉਹ ਘਰ 'ਚ ਖੁਸ਼ੀ ਨਹੀਂ ਹੋਏਗੀ। ਪਤੀ ਜੇ ਥੋੜੀ ਦੇਰ ਬਾਹਰ ਹੈ, ਜੇ ਪਤਨੀ ਅੰਦਰ ਵਿਸ਼ਵਾਸ ਨਹੀਂ ਹੈ, ਸ਼ੰਕਾ ਹੈ, ਕਿੱਥੇ ਹੋ ਤੁਸੀਂ, ਕੀ ਕਰਦੇ ਹੋ, ਕਿਹਨੂੰ ਮਿਲਣ ਗਏ ਹੋ? ਬੋਲੋ, ਸਮਝਦੇ ਹੋ ਕਿ ਨਹੀਂ? ਜਿਹਦਾ ਨੱਥੂ ਲਾਲ ਦੀ ਥੋੜੀ ਜਿਹੀ ਗੱਲ ਸਾਨੂੰ ਯਾਦ ਆ ਗਈ ਕਿ ਨੱਥੂ ਲਾਲ ਨੇ ਜਦ ਵੀ ਵਾਪਸ ਆਣਾ ਆਪਣੇ ਆਫਿਸ ਤੋਂ ਤਾਂ ਘਰ ਵਾਲੀ ਨੇ ਉਹਦੀ ਸ਼ਰਟ ਨੂੰ, ਉਹਦੇ ਕੋਟ ਨੂੰ ਚੰਗੀ ਤਰ੍ਹਾਂ ਚੈੱਕ ਕਰਨਾ, ਚੰਗੀ ਤਰ੍ਹਾਂ ਚੈੱਕ ਕਰਨਾ। ਜੇ ਕਿਤੇ ਲੱਗਾ ਬਾਲ ਮਿਲ ਜਾਵੇ ਨਾ, ਜੇ ਕਿਤੇ ਬਾਲ ਲੱਗਾ ਮਿਲ ਜਾਵੇ, ਕਿਉਂਕਿ ਹੁਣ ਆਫਿਸ 'ਚ ਕੰਮ ਕਰਦੇ ਉੱਥੇ ਔਰਤਾਂ ਵੀ ਹੁੰਦੀਆਂ, ਉੱਥੇ ਮਰਦ ਵੀ ਹੁੰਦੇ ਆ, ਸਾਰੇ ਰਲ ਕੇ ਕੰਮ ਕਰਦੇ ਆ, ਤਾਂ ਕਈ ਵਾਰ ਬਾਲ ਉੱਦਾਂ ਵੀ ਲੱਗ ਸਕਦਾ ਹੈ। ਤਾਂ ਜਦੋਂ ਉਹਨਾਂ ਦੇਖਣਾ ਆ ਬਾਲ ਲੱਗਾ, ਕਿਹੜੀ ਜਨਾਨੀ ਨਾਲ ਤੁਹਾਡਾ ਚੱਕਰ ਹੈ, ਬਸ ਉਹ ਰਾਤ ਤਾਂ ਨਾ ਨੱਥੂ ਲਾਲ ਨੂੰ ਖਾਣਾ ਮਿਲਣਾ ਨਾ ਸੌਣ ਨੂੰ ਮਿਲਣਾ, ਸਾਰੀ ਰਾਤ ਉਹਨੂੰ ਗੱਲਾਂ ਤਾਨੇ ਖਾਣ ਪੀਣ ਨੂੰ ਮਿਲਣੇ, ਸਾਰੀ ਰਾਤ ਤੂੰ ਮੈਂ ਝਗੜਾ ਹੀ ਹੋਣਾ। ਨੱਥੂ ਲਾਲ ਬੜਾ ਵਿਚਾਰਾ ਪਰੇਸ਼ਾਨ। ਹੁਣ ਇੱਕ ਦੋ ਵਾਰ ਇਹਦਾ ਬਾਲ ਮਿਲਿਆ, ਉਹਨੂੰ ਵਿਚਾਰੇ ਨੂੰ ਪਤਾ ਵੀ ਨਹੀਂ। ਘਰ ਵਾਲੀ ਨੇ ਜਦੋਂ ਚੈੱਕ ਕੀਤਾ ਪਿੱਛੋਂ ਬਾਲ ਮਿਲ ਗਿਆ, ਆਹ ਦੇਖੋ ਇਹ ਕਿੱਥੋਂ ਆਇਆ, ਕਿਹੜੀ ਔਰਤ ਨੂੰ ਮਿਲ ਕੇ ਆਇਓ? ਨੱਥੂ ਲਾਲ ਪਰੇਸ਼ਾਨ, ਮੈਂ ਤਾਂ ਸਿੱਧਾ ਸਾਦਾ ਬੰਦਾ, ਇਮਾਨਦਾਰ ਬੰਦਾ, ਇਹ ਐਵੇਂ ਸ਼ੱਕ ਕਰੀ ਜਾਂਦੀ ਹੈ। ਹੁਣ ਨੱਥੂ ਲਾਲ ਨੇ ਕਿਹਾ ਕਿ ਹਰ ਵਾਰ ਮੇਰੇ ਕੱਪੜਿਆਂ ਨੂੰ ਦੇਖ ਕੇ ਚੈੱਕ ਕਰਦੀ ਹੈ, ਤਾਂ ਹੁਣ ਉਹਦੀ ਆਦਤ ਹੋ ਗਈ ਜਦੋਂ ਵੀ ਘਰ ਜਾਣਾ ਉਹਨਾਂ ਪਹਿਲਾਂ ਆਪ ਚੈੱਕ ਕਰ ਲੈਣਾ, ਆਪਣਾ ਕੋਟ ਆਪਣੀ ਸ਼ਰਟ ਚੰਗੀ ਤਰ੍ਹਾਂ ਦੇਖ ਲੈਣੀ ਕਿ ਤੇ ਬਾਲ ਤਾਂ ਨਹੀਂ, ਕਿਉਂਕਿ ਜੇ ਬਾਲ ਨਿਕਲਿਆ ਤਾਂ ਸਾਰੀ ਰਾਤ ਤੂੰ ਮੈਂ ਹੋਣੀ ਹੈ। ਐਵੇਂ ਉਹਨਾਂ ਮੈਨੂੰ ਰੋਟੀ ਵੀ ਨਹੀਂ ਦੇਣੀ ਔਰ ਸਾਰੀ ਰਾਤ ਸੌਣ ਵੀ ਨਹੀਂ ਦੇਣਾ, ਤੰਗ ਕਰੀ ਜਾਣਾ ਹੈ। ਹੁਣ ਕਹਿੰਦੇ ਆ ਉਹਨਾਂ ਚੈੱਕ ਕਰਕੇ ਜਾਣਾ। ਜਦੋਂ 4 ਦਿਨ ਇੱਦਾਂ ਹੀ ਹੋ ਗਏ, ਘਰ ਵਾਲੀ ਨੇ ਰੋਜ਼ ਬਾਲ ਦੇਖਣਾ, ਮਿਲਣਾ ਨਹੀਂ, ਰੋਜ਼ ਕੋਟ ਦੇਖਣਾ, ਸ਼ਰਟ ਦੇਖਣੀ, ਬਾਲ ਮਿਲਣਾ ਨਹੀਂ, ਤਾਂ ਚੌਥੇ ਦਿਨ ਘਰ ਵਾਲੀ ਰੋਣ ਲੱਗ ਪਈ, ਰੋਣ ਲੱਗ ਪਈ। ਉਹ ਨੱਥੂ ਲਾਲ ਕਹਿੰਦਾ ਹੁਣ ਕਾਹਤੇ ਰੋਂਦੀ ਹੈ ਤੂੰ, ਹੁਣ ਕੋਈ ਬਾਲ ਮਿਲਿਆ ਤੈਨੂੰ, ਕੋਈ ਸ਼ੱਕ ਵਾਲੀ ਗੱਲ ਮਿਲੀ, ਹੁਣ ਕਾਹਤੇ ਰੋਂਦੀ ਹੈ? ਕਹਿੰਦੀ ਰੋਵਾਂ ਨਾ ਤਾਂ ਹੋਰ ਮੈਂ ਕੀ ਕਰਾਂ, ਅੱਜ ਕੱਲ ਤੁਸੀਂ ਗੰਜੀਆਂ ਔਰਤਾਂ ਨਾਲ ਜਾਣ ਲੱਗ ਪਏ, ਹੁਣ ਮੈਨੂੰ ਸ਼ੱਕ ਹੋ ਗਿਆ ਤੁਹਾਡਾ ਕਿਤੇ ਇਦਾਂ ਦੀ ਔਰਤ ਨਾਲ ਚੱਕਰ ਹੈ ਜਿਹੜੀ ਗੰਜੀ ਹੈ, ਤਾਂ ਹੀ ਹੁਣ ਬਾਲ ਹੀ ਨਹੀਂ ਮਿਲਦਾ। ਉਹ ਨੱਥੂ ਲਾਲ ਕਹਿੰਦਾ ਜੀਣ ਦੇ, ਮੈਨੂੰ ਜੀਣ ਦੇ, ਬਾਲ ਮਿਲੇ ਤਾਂ ਦੁਖੀ, ਨਾ ਮਿਲੇ ਤਾਂ ਦੁਖੀ। ਹੁਣ ਗੱਲ ਕੀ ਹੈ, ਕਹਾਣੀ ਕੀ ਹੈ? ਜਿਹਨਾਂ ਸ਼ੱਕ ਕਰਨਾ ਹੈ ਉਹਨਾਂ ਸ਼ੱਕ ਇਦਾਂ ਵੀ ਕਰੀ ਜਾਣਾ ਹੈ, ਉਹਨਾਂ ਸ਼ੱਕ ਉਦਾਂ ਵੀ ਕਰੀ ਜਾਣਾ ਹੈ, ਕਿਉਂਕਿ ਸ਼ੱਕੀ ਦਿਮਾਗ ਦਾ ਕੋਈ ਇਲਾਜ ਹੈ ਨਹੀਂ, ਸ਼ੱਕੀ ਦਿਮਾਗ ਦਾ ਕੋਈ ਇਲਾਜ ਹੈ ਨਹੀਂ। ਇੱਥੇ ਲੁਕਮਾਨ ਦੀ ਇੱਕ ਗੱਲ ਯਾਦ ਆ ਗਈ ਸਾਨੂੰ। ਲੁਕਮਾਨ ਹਕੀਮ ਹੋਇਆ, ਬੜੇ ਪ੍ਰਸਿੱਧ ਹਕੀਮ, ਔਰ ਕਿਹਾ ਜਾਂਦਾ ਕਿ ਲੁਕਮਾਨ ਕੋਲ ਹਰ ਬਿਮਾਰੀ ਦਾ ਇਲਾਜ ਸੀ, ਐਡੇ ਪ੍ਰਸਿੱਧ ਹਕੀਮ ਸੀ ਲੁਕਮਾਨ। ਇੱਕ ਦਿਨ ਇੱਕ ਔਰਤ
ਲੁਕਮਾਨ ਦੇ ਕੋਲ ਗਈ, ਹਕੀਮ ਦੇ ਕੋਲ ਗਈ ਕਿ ਹਕੀਮ ਜੀ ਮੇਰਾ ਇਲਾਜ ਕਰੋ, ਕਿਉਂਕਿ ਮੈਂ ਸੁਣਿਆ ਹੈ ਤੁਹਾਡੇ ਕੋਲ ਹਰ ਬਿਮਾਰੀ ਦਾ ਇਲਾਜ ਹੈ। ਲੁਕਮਾਨ ਕਹਿੰਦੇ ਦੱਸ ਤੈਨੂੰ ਕੀ ਬਿਮਾਰੀ ਹੈ, ਕੀ ਪਰੇਸ਼ਾਨੀ ਹੈ ਤੈਨੂੰ, ਦੱਸ। ਉਹ ਕਹਿੰਦੀ ਪਰੇਸ਼ਾਨੀ ਮੈਨੂੰ ਇਹ ਹੈ ਕਿ ਮੈਨੂੰ ਆਪਣੇ ਘਰ ਵਾਲੇ ਤੇ ਸ਼ੱਕ ਹੈ, ਮੇਰਾ ਘਰ ਵਾਲਾ ਠੀਕ ਨਹੀਂ ਹੈ, ਫਿਰ ਮੈਨੂੰ ਆਪਣੀ ਸੱਸ ਤੇ ਵੀ ਸ਼ੱਕ ਹੈ, ਮੇਰੀ ਸੱਸ ਵੀ ਠੀਕ ਨਹੀਂ ਹੈ। ਇਹ ਸਾਰੇ ਰਲ ਮਿਲ ਕੇ ਮੇਰੇ ਖਿਲਾਫ ਸਕੀਮਾਂ ਬਣਾਉਂਦੇ ਆ, ਗੱਲਾਂ ਕਰਦੇ ਆ, ਤਰਕੀਬਾਂ ਬਣਾਉਂਦੇ ਆ, ਮੇਰੇ ਤੇ ਹੱਸਦੇ ਰਹਿੰਦੇ ਆ, ਦੂਰ ਬੈਠ ਕੇ ਆਪਸ ਵਿੱਚ ਗੱਲ ਕਰਦੇ ਆ, ਪਰ ਮੈਨੂੰ ਪਤਾ ਗੱਲ ਮੇਰੀ ਕਰਦੇ ਆ। ਇਹ ਆਂਢੀ ਗੁਆਂਢੀ ਵੀ ਹਰ ਵੇਲੇ ਮੌਕਾ ਲੱਭਦੇ ਆ, ਉਹ ਵੀ ਇਹਨਾਂ ਨਾਲ ਮਿਲੇ ਹੋਏ ਆ, ਉਹ ਵੀ ਮੇਰੇ ਪਤੀ ਮੇਰੀ ਸੱਸ ਨਾਲ ਮਿਲੇ ਹੋਏ ਆਂਢੀ ਗੁਆਂਢੀ, ਉਹ ਵੀ ਮੇਰੀ ਗੱਲ ਸੁਣਦੇ ਨਹੀਂ ਹੈ, ਇਹਨਾਂ ਦੀ ਗੱਲ ਮੰਨਦੇ ਆ। ਸੋ ਮੈਂ ਬੜਾ ਦੁਖੀ ਹਾਂ, ਸੋ ਮੇਰਾ ਇਲਾਜ ਕਰੋ। ਲੁਕਮਾਨ ਨੇ ਕਿਹਾ ਬੀਬੀ ਤੇਰੇ ਸਰੀਰ ਨੂੰ ਕੋਈ ਬਿਮਾਰੀ ਹੋਵੇ ਤਾਂ ਮੈਂ ਇਲਾਜ ਕਰਾਂ, ਸ਼ੱਕ ਦਾ ਇਲਾਜ ਮੇਰੇ ਕੋਲ ਹੈ ਨਹੀਂ, ਇਸ ਲਈ ਇਹਦਾ ਮੈਂ ਇਲਾਜ ਕੀ ਕਰਾਂ। ਔਰਤ ਕਹਿੰਦੀ ਦੇਖਿਆ ਤੁਸੀਂ ਵੀ ਉਹਨਾਂ ਨਾਲ ਮਿਲ ਗਏ, ਤੁਸੀਂ ਵੀ ਉਹਨਾਂ ਨਾਲ ਮਿਲੇ ਹੋਏ ਹੋ, ਲੱਗਦਾ ਤੁਹਾਨੂੰ ਵੀ ਉਹਨਾਂ ਨੇ ਆਪਣੇ ਨਾਲ ਮਿਲਾ ਲਿਆ, ਤੁਸੀਂ ਵੀ ਉਹਨਾਂ ਦੇ ਪੱਖ ਦੀ ਗੱਲ ਕਰ ਰਹੇ ਹੋ ਕਿ ਤੇਰਾ ਕੋਈ ਇਲਾਜ ਹੈ ਨਹੀਂ। ਉਹ ਵੀ ਮੈਨੂੰ ਇਹੀ ਕਹਿੰਦੇ ਤੇਰਾ ਕੋਈ ਇਲਾਜ ਹੈ ਨਹੀਂ, ਤੁਸੀਂ ਵੀ ਇਹੀ ਕਹਿੰਦੇ ਤੁਸੀਂ ਵੀ ਮਿਲ ਗਏ ਮੇਰੇ ਪਰਿਵਾਰ ਨਾਲ, ਮੇਰੇ ਪਤੀ ਨਾਲ, ਮੇਰੀ ਸੱਸ ਨਾਲ ਤੁਸੀਂ ਵੀ ਮਿਲ ਗਏ ਹੋ। ਉਹ ਲੁਕਮਾਨ ਕਹਿੰਦਾ ਭਾਈ ਮੈਂ ਤਾਂ ਉਹਨਾਂ ਨੂੰ ਜਾਣਦਾ ਹੀ ਨਹੀਂ, ਤੂੰ ਕਿਹੜੇ ਪਿੰਡੋਂ ਆਈ ਹੈ, ਤੇਰਾ ਪਤੀ ਕੌਣ ਹੈ, ਤੇਰੀ ਸੱਸ ਕੌਣ ਹੈ, ਮੈਨੂੰ ਤਾਂ ਪਤਾ ਵੀ ਹੈ ਨਹੀਂ। ਦੇਖਿਆ ਇਹੀ ਤੇਰੇ ਸ਼ੱਕ ਦੀ ਬਿਮਾਰੀ ਹੈ ਕਿ ਤੂੰ ਹਰੇਕ ਨੂੰ ਸ਼ੱਕ ਦੇ ਦਾਇਰੇ ਅੰਦਰ ਲੈ ਆਂਦੀ ਹੈ ਕਿ ਇਹਦੇ ਕਰਕੇ ਮੈਂ ਇਦਾਂ। ਸੋ ਲੁਕਮਾਨ ਹਕੀਮ ਨੇ ਵੀ ਹੱਥ ਖੜੇ ਕਰਤੇ ਕਿ ਸ਼ੰਕਾ ਦਾ ਕੋਈ ਇਲਾਜ ਨਹੀਂ। ਇਸ ਲਈ ਅਸੀਂ ਕਹਿਣਾ ਚਾਹੁੰਦੇ ਹਾਂ, ਬੰਦਾ ਕਹਿੰਦਾ ਵਿਸ਼ਵਾਸ 'ਚ ਕੀ ਹੈ, ਪਰ ਅਸੀਂ ਕਹਿੰਦੇ ਵਿਸ਼ਵਾਸ ਵਿੱਚ ਖੁਸ਼ੀਆਂ ਹੈ, ਪਿਆਰ ਹੈ, ਘਰ ਦੀ ਰੌਣਕ ਹੈ। ਇਸ ਲਈ ਪਤੀ ਪਤਨੀ 'ਚ ਵਿਸ਼ਵਾਸ ਨਾ ਹੋਵੇ ਤਾਂ ਉਹ ਘਰ ਨਰਕ ਬਣ ਜਾਂਦਾ ਹੈ। ਜਰਾ ਸੋਚੋ, ਜਿੱਥੇ ਵਿਸ਼ਵਾਸ ਹੈ, ਜੇ ਪਤਨੀ ਜਾਂ ਪਤੀ ਇਹ ਅੱਧੀ ਰਾਤ ਨੂੰ ਵੀ ਆਂਦਾ ਹੈ ਤਾਂ ਪਤਨੀ ਨੂੰ ਜੇ ਵਿਸ਼ਵਾਸ ਹੈ ਨਾ ਮੇਰਾ ਪਤੀ ਸੱਚਾ ਹੈ, ਸਹੀ ਹੈ, ਆਂਦਿਆਂ ਖੁਸ਼ੀ ਨਾਲ ਉਹਦਾ ਸਵਾਗਤ ਕਰੇਗੀ, ਹਾਂਜੀ ਰੋਟੀ ਖਾਣੀ ਹੈ, ਹਾਂਜੀ ਦੱਸੋ ਚਾਹ ਪੀਣੀ ਹੈ, ਕਿੰਨਾ ਪਿਆਰ ਦੇ ਨਾਲ ਉਹਨੂੰ ਬਿਠਾਏਗੀ। ਉੱਥੇ ਸਵਰਗ ਹੈ, ਉੱਥੇ ਖੁਸ਼ੀ ਹੈ। ਤਾਂ ਜੇ ਸ਼ੱਕ ਹੋਵੇ ਤਾਂ ਫਿਰ ਕੀ ਹੋਣਾ ਹੈ, ਜਿੱਦਾਂ ਹੀ ਪਤੀ ਨੇ ਦਰਵਾਜ਼ਾ ਖੜਕਾਣਾ ਹੈ, ਉਹ ਅੱਗੇ ਪਹਿਲੇ ਦੁਰਗਾ ਬਣੀ ਬੈਠੀ ਹੈ, ਪਹਿਲੇ ਹੱਥ 'ਚ ਤਰਸ਼ੂਲ ਲਈ ਬੈਠੀ ਹੈ, ਆਵੇ ਸਹੀ, ਕਿਹਨੂੰ ਮਿਲ ਕੇ ਆਇਆ, ਕਿੱਥੇ ਰਿਹਾ ਇੰਨੀ ਰਾਤ ਨੂੰ, ਆ ਜਾਂਦਿਆਂ ਦੀ ਬਲੀ ਦੇਣੀ ਹੈ। ਕਹਿੰਦੇ ਪਹਿਲਾਂ ਹੀ ਤਿਆਰ, ਪਤੀ ਹਾਲੇ ਅੰਦਰ ਪੈਰ ਹੀ ਰੱਖਦਾ ਹੈ ਤਾਂ ਨਾਲ ਹੀ ਅੱਖਾਂ ਦੇਖ ਕੇ ਉਹਨੂੰ ਹੀ ਪਤਾ ਲੱਗ ਜਾਂਦਾ ਕਿ ਅੱਜ ਮੇਰੀ ਖੈਰ ਹੈ ਨਹੀਂ। ਵਿਚਾਰਾ ਚਾਹੇ ਕੰਮ ਤੋਂ ਹੀ ਲੇਟ ਹੋ ਜਾਵੇ, ਪਰ ਡਰ ਇਹੀ ਹੁੰਦਾ ਘਰ ਵਾਲੀ ਕੀ ਕਹੇਗੀ। ਇਸੇ ਤਰ੍ਹਾਂ ਕਈ ਘਰ ਵਾਲੇ ਐਸੇ ਹੁੰਦੇ ਹੈ ਕਿ ਘਰ ਵਾਲੀਆਂ ਵਿਚਾਰੀਆਂ ਸਤੀ ਸਵਿਤਰੀ, ਪਰ ਉਹਨਾਂ ਨੂੰ ਸ਼ੱਕ ਹੈ ਮੈਂ ਕੋਠੇ ਚੜੀ ਕੀ ਕਰਦੀ ਸੀ, ਹੁਣ ਕੱਪੜੇ ਵੀ ਨਾ ਸੁੱਕਣੀ ਪਾਵਾਂ। ਹੁਣ ਜ਼ਰਾ ਸੋਚੋ, ਜਿੱਥੇ ਸ਼ੰਕਾ ਹੈ ਉੱਥੇ ਜੀਵਨ 'ਚ ਸਦਾ ਕਲੇਸ਼ ਹੈ, ਉੱਥੇ ਜੀਵਨ 'ਚ ਸਦਾ ਝਗੜਾ ਹੈ। ਹੁਣ ਇਹ ਤਾਂ ਹੋਈ ਪਤੀ ਪਤਨੀ ਦੀ ਗੱਲ, ਹੁਣ ਪਤੀ ਪਤਨੀ ਦੀ ਗੱਲ ਵੀ ਛੱਡੋ, ਅਸੀਂ ਕਹਿੰਦੇ ਬਾਪ ਬੇਟੇ ਤੇ ਆ ਜਾਓ। ਜੇ ਬਾਪ ਬੇਟੇ ਦੇ ਅੰਦਰ ਵਿਸ਼ਵਾਸ ਨਹੀਂ ਹੈ ਤਾਂ ਉਹ ਰਿਸ਼ਤੇ ਵਿੱਚ ਵੀ ਸਦਾ ਤੂੰ ਮੈਂ ਹੁੰਦੀ ਰਹਿੰਦੀ ਹੈ, ਕਿਉਂਕਿ ਬਾਪ ਨੇ ਬੇਟੇ ਤੇ ਸ਼ੱਕ ਕਰਨਾ ਤਾਂ ਬੇਟੇ ਨੇ ਬਾਪ ਤੇ ਸ਼ੱਕ ਕਰਨਾ। ਫਿਰ ਉੱਥੇ ਵੀ ਜੇ ਬਾਪ 100 ਰੁਪਇਆ ਵੀ ਬੇਟੇ ਨੂੰ ਦਿੰਦਾ ਹੈ ਔਰ ਆਪਣੇ ਬੇਟੇ ਦੇ ਵਿਸ਼ਵਾਸ ਹੈ ਨਹੀਂ ਤਾਂ ਉਹਦਾ ਵੀ ਹਿਸਾਬ ਮੰਗਦਾ, ਦੱਸ ਕਿੱਥੇ ਖਰਚ ਕੀਤਾ ਕੀ ਨਹੀਂ, ਤਾਂ ਬੇਟੇ ਨੂੰ ਚਿੜ ਹੁੰਦੀ ਹੈ। ਹੁਣ ਜ਼ਰਾ ਸੋਚੋ, ਇਸ ਲਈ ਕੱਲੇ ਰਿਸ਼ਤੇ ਬਾਰੇ ਤੁਸੀਂ ਆਪ ਹੀ ਸੋਚ ਲਓ ਕਿ ਜੇ ਭਰਾ ਦਾ ਰਿਸ਼ਤਾ ਹੈ ਤਾਂ ਕਿਹਨਾਂ ਭਰਾਵਾਂ 'ਚ ਪਿਆਰ ਹੋਏਗਾ, ਜਿੱਥੇ ਵਿਸ਼ਵਾਸ ਹੋਵੇ। ਨਹੀਂ ਤਾਂ ਜੇ ਭਰਾ ਨੂੰ ਭਰਾ ਤੇ ਸ਼ੱਕ ਹੈ, ਭਰਾ ਤੇ ਵਿਸ਼ਵਾਸ ਨਹੀਂ ਕਰਦਾ ਤਾਂ ਉੱਥੇ ਵੀ ਡਾਂਗਾ ਚੱਲ ਪੈਂਦੀਆਂ ਹੈ, ਉੱਥੇ ਵੀ ਝਗੜੇ ਹੋ ਜਾਂਦੇ ਹੈ। ਫਿਰ ਚਾਹੇ ਰਿਸ਼ਤਾ ਪਤੀ ਪਤਨੀ ਦਾ ਹੋਵੇ, ਭਰਾ ਦਾ ਹੋਵੇ, ਬਾਪ ਬੇਟੇ ਦਾ ਹੋਵੇ, ਮਾਂ ਧੀ ਦਾ ਹੋਵੇ, ਜਾਂ ਕੋਈ ਵੀ ਰਿਸ਼ਤਾ ਹੋਵੇ, ਭੈਣ ਦਾ ਹੋਵੇ, ਇੱਥੇ ਤੱਕ ਕਿ ਜੇ ਦੋਸਤ ਦਾ ਵੀ ਰਿਸ਼ਤਾ ਹੈ ਤਾਂ ਉਹ ਰਿਸ਼ਤੇ 'ਚ ਵੀ ਕੀ ਚਾਹੀਦਾ ਹੈ, ਵਿਸ਼ਵਾਸ। ਕਿਉਂਕਿ ਦੋ ਦੋਸਤਾਂ 'ਚ ਵੀ ਜੇ ਵਿਸ਼ਵਾਸ ਹੈ ਨਹੀਂ ਤਾਂ ਉਹਨਾਂ ਦੀ ਦੋਸਤੀ ਵੀ ਜਲਦੀ ਦੁਸ਼ਮਣੀ 'ਚ ਬਦਲ ਜਾਂਦੀ ਹੈ। ਹੁਣ ਜ਼ਰਾ ਸੋਚੋ, ਜੇ ਪਤੀ ਪਤਨੀ ਦਾ ਵਿਸ਼ਵਾਸ ਹੈ ਇੱਕ ਦੂਜੇ ਦੇ ਪ੍ਰਤੀ, ਭਰਾ ਦਾ ਵਿਸ਼ਵਾਸ ਹੈ ਇੱਕ ਦੂਜੇ ਦੇ ਪ੍ਰਤੀ, ਬਾਪ ਬੇਟੇ ਦਾ ਵਿਸ਼ਵਾਸ ਹੈ ਇੱਕ ਦੂਜੇ ਦੇ ਪ੍ਰਤੀ, ਜਾਂ ਹੋਰ ਰਿਸ਼ਤਿਆਂ ਦਾ ਵਿਸ਼ਵਾਸ ਹੈ ਇੱਕ ਦੂਜੇ ਦੇ ਪ੍ਰਤੀ, ਤਾਂ ਉਹਨਾਂ ਦੇ ਰਿਸ਼ਤੇ 'ਚ ਪ੍ਰੇਮ ਹੁੰਦਾ ਹੈ, ਉੱਥੇ ਸ਼ਾਂਤੀ ਹੁੰਦੀ ਹੈ, ਘਰ 'ਚ ਸਕੂਨ ਹੁੰਦਾ ਹੈ, ਘਰ 'ਚ ਖੁਸ਼ੀਆਂ ਹੁੰਦੀਆਂ ਹੈ। ਤਾਂ ਜਦੋਂ ਇਹੀ ਵਿਸ਼ਵਾਸ ਸਾਡੇ ਮਾਲਿਕ ਨਾਲ ਹੋਏਗਾ ਤਾਂ ਫਿਰ ਸਾਡੇ ਘਰ 'ਚ ਕੀ ਕੁਝ ਹੋਏਗਾ, ਸੋਚ ਕੇ ਦੇਖੋ। ਕਿਉਂਕਿ ਪਤਨੀ ਤੇ ਵਿਸ਼ਵਾਸ ਹੈ ਤਾਂ ਪਤਨੀ ਉਨਾ ਕੁ ਦੇ ਸਕਦੀ ਹੈ ਜਿੰਨਾ ਕੁ ਉਹਦੇ ਕੋਲ ਸਮਰੱਥਾ ਹੈ, ਪਤੀ ਦੇ ਵਿਸ਼ਵਾਸ ਹੈ ਉਨਾ ਕੁ ਕਰ ਸਕਦਾ ਜਿੰਨੀ ਉਹਦੇ ਕੋਲ ਤਾਕਤ ਹੈ। ਪਰ ਜਦੋਂ ਇਹੀ ਵਿਸ਼ਵਾਸ ਸਾਡਾ ਉਹ ਪ੍ਰਮਾਤਮਾ ਨਾਲ ਜੁੜ ਜਾਂਦਾ ਹੈ ਜੋ ਕਿ ਬੇਅੰਤ ਹੈ,
ਰਹਿਮਤਾਂ ਬਰਕਤਾਂ ਦਾ ਭੰਡਾਰ ਹੈ ਉਹ ਮਾਲਿਕ। ਜਦੋਂ ਇਹੀ ਵਿਸ਼ਵਾਸ ਉਹਦੇ ਨਾਲ ਜੁੜ ਜਾਂਦਾ ਹੈ ਤਾਂ ਫਿਰ ਉਹ ਸਾਡੀ ਖਾਤਰ ਕੀ ਕੁਝ ਕਰ ਸਕਦਾ ਹੈ। ਸੋਚ ਕੇ ਦੇਖੋ ਜ਼ਰਾ। ਇਸੇ ਲਈ ਕਹਿੰਦੇ ਆ ਕਿ ਉਹਦੀਆਂ ਦਾਤਾਂ, ਉਹਦੀਆਂ ਰਹਿਮਤਾਂ, ਉਹਦੀਆਂ ਬਰਕਤਾਂ ਨੂੰ ਮਾਪ ਸਕੇ ਐਸਾ ਕੋਈ ਮੀਟਰ ਹੀ ਹੈ ਨਹੀਂ। ਸਮਝਦੇ ਹੋ ਕਿ ਨਹੀਂ? ਇਸ ਲਈ ਅਸੀਂ ਕਹਿ ਰਹੇ ਹਾਂ ਕਿ ਜਿੱਦਾਂ ਦੁਨਿਆਵੀ ਰਿਸ਼ਤਿਆਂ ਵਿੱਚ ਅਗਰ ਵਿਸ਼ਵਾਸ ਹੋਵੇ ਤਾਂ ਸਾਡੇ ਘਰ 'ਚ ਖੁਸ਼ੀ ਆਉਂਦੀ ਹੈ, ਸਾਡੇ ਘਰ 'ਚ ਸ਼ਾਂਤੀ ਰਹਿੰਦੀ ਹੈ। ਔਰ ਇਸੇ ਤਰ੍ਹਾਂ ਅਗਰ ਸਾਡਾ ਵਿਸ਼ਵਾਸ ਆਪਣੇ ਮਾਲਿਕ ਦੇ ਪ੍ਰਤੀ ਹੋਵੇ, ਸਾਨੂੰ ਯਕੀਨ ਹੋਵੇ ਆਪਣੇ ਮਾਲਿਕ ਦੇ ਪ੍ਰਤੀ ਕਿ ਮੇਰਾ ਮਾਲਿਕ ਮੇਰੇ ਨਾਲ ਹੈ ਔਰ ਮੈਨੂੰ ਆਪਣੇ ਮਾਲਿਕ ਤੇ ਹਰ ਜਗ੍ਹਾ ਵਿਸ਼ਵਾਸ ਹੈ, ਤਾਂ ਫਿਰ ਇਨਸਾਨ ਦੇ ਜੀਵਨ 'ਚ ਪਰਮਾਨੰਦ ਆਉਂਦਾ ਹੈ। ਫਿਰ ਇਨਸਾਨ ਦੇ ਜੀਵਨ 'ਚ ਉਹ ਪਰਮ ਸ਼ਾਂਤੀ ਆਉਂਦੀ ਹੈ ਕਿ ਫਿਰ ਇਨਸਾਨ ਨੂੰ ਕਦੀ ਕੋਈ ਕਮੀ ਜੀਵਨ 'ਚ ਰਹਿੰਦੀ ਨਹੀਂ ਹੈ। ਇਸ ਲਈ ਜੇ ਸਾਡੇ ਅੰਦਰ ਵਿਸ਼ਵਾਸ ਨਾ ਹੋਵੇ ਤਾਂ ਫਿਰ ਅਸੀਂ ਦੁਨੀਆ ਤੇ ਕਿਤੇ ਵੀ ਚਲੇ ਜਾਈਏ, ਦੁਨੀਆ ਦੇ ਕਿਸੇ ਵੀ ਕੋਨੇ ਤੇ ਚਲੇ ਜਾਈਏ, ਕਿਉਂਕਿ ਜਿੱਦਾਂ ਬਾਬਾ ਫਰੀਦ ਦੀ ਗੱਲ ਦੱਸੀ ਦੀ ਹੈ, ਇੱਥੇ ਫਿਰ ਦੱਸਣਾ ਚਾਹਾਂਗੇ ਗੱਲ ਵਿਸ਼ਵਾਸ ਦੀ ਹੈ ਕਿ ਬਾਬਾ ਫਰੀਦ ਨੂੰ ਕਿਸੇ ਨੇ ਪੁੱਛਿਆ ਸੀ ਕਿ ਖੁਦਾ ਕਿੱਥੇ ਹੈ? ਕਿੱਥੇ ਹੈ ਖੁਦਾ? ਕੀ ਮੱਕੇ ਹੈ, ਮਸਜਿਦ ਹੈ, ਕਿੱਥੇ ਹੈ ਖੁਦਾ? ਤਾਂ ਬਾਬਾ ਫਰੀਦ ਨੇ ਇੱਕੋ ਹੀ ਗੱਲ ਕਹੀ ਸੀ ਕਿ ਉਹ ਖੁਦਾ, ਉਹ ਪਰਮਾਤਮਾ ਤੂੰ ਪੁੱਛ ਰਿਹਾ ਕਿੱਥੇ ਹੈ, ਤਾਂ ਮੈਂ ਤੈਨੂੰ ਦੱਸ ਦੇਵਾਂ ਕਿ ਉਹ ਖੁਦਾ, ਉਹ ਪਰਮਾਤਮਾ ਤੇਰੇ ਵਿਸ਼ਵਾਸ ਅੰਦਰ ਹੈ, ਤੇਰੇ ਵਿਸ਼ਵਾਸ ਅੰਦਰ ਹੈ। ਤੂੰ ਜਿੱਥੇ ਬੈਠ ਕੇ ਵਿਸ਼ਵਾਸ ਨਾਲ ਉਹਨੂੰ ਯਾਦ ਕਰਦਾ ਹੈ, ਉਹ ਖੁਦਾ, ਉਹ ਪਰਮਾਤਮਾ, ਪ੍ਰਭੂ ਉੱਥੇ ਮੌਜੂਦ ਹੈ। ਤਾਂ ਜੇ ਮੰਦਰ 'ਚ ਜਾ ਕੇ ਵੀ, ਮੂਰਤੀ ਕੋਲ ਖੜ ਕੇ ਵੀ ਤੇਰੇ ਅੰਦਰ ਵਿਸ਼ਵਾਸ ਹੈ ਨਹੀਂ, ਤਾਂ ਉਹ ਪੱਥਰ ਹੀ ਹੈ ਤੇਰੇ ਵਾਸਤੇ, ਫਿਰ ਉੱਥੇ ਹੀ ਭਗਵਾਨ ਹੈ ਨਹੀਂ। ਹੁਣ ਇੱਥੇ ਮੂਰਤੀ ਦੀ ਗੱਲ ਚਲੀ ਹੈ ਤਾਂ ਇੱਕ ਥੋੜਾ ਜਿਹਾ ਪੁਆਇੰਟ, ਇੱਕ ਸਵਾਲ ਕਰਨਾ ਤੁਹਾਡੇ ਨਾਲ ਅਸੀਂ, ਕਿਉਂਕਿ ਕੁਝ ਪੁਆਇੰਟ ਜਦੋਂ ਗੱਲ ਚੱਲਦੀ ਹੈ ਤਾਂ ਅੱਛੇ ਪੁਆਇੰਟ ਅੰਦਰੋਂ ਆਉਂਦੇ ਹੈ, ਕੁਝ ਐਸੇ ਸਵਾਲ। ਹੁਣ ਇੱਥੇ ਇੱਕ ਚੀਜ਼ ਦੱਸਣੀ ਕਿ ਇੱਕ ਵਾਰ ਇੱਕ ਆਦਮੀ ਬੀੜੀ ਮੂੰਹ 'ਚ ਪਾਈ ਹੋਈ ਹੈ ਜਾਂ ਸਿਗਰਟ ਲਾ ਲਓ, ਕਿਉਂਕਿ ਬੀੜੀ ਘੱਟ ਸਿਗਰਟ ਜ਼ਿਆਦਾ ਚੱਲਦੀ ਹੈ। ਉਹ ਸਿਗਰਟ ਪੀਂਦਾ ਜਾ ਰਿਹਾ ਹੈ, ਸਿਗਰਟ ਪੀਂਦਾ ਜਾ ਰਿਹਾ ਹੈ। ਅੱਗੇ ਇੱਕ ਮੰਦਰ ਆ ਜਾਂਦਾ ਹੈ, ਮੰਦਰ ਆ ਗਿਆ, ਉਹਨੇ ਮੰਦਰ ਦੇ ਅੰਦਰ ਜਾਣਾ ਹੈ। ਤਾਂ ਹੁਣ ਅੰਦਰ ਜਾਣ ਵਾਸਤੇ ਉਹ ਕੀ ਕਰੇਗਾ? ਜਵਾਬ ਦਿਓ, ਨਾਲ ਨਾਲ ਜਵਾਬ ਦੇਣਾ ਤੁਸੀਂ। ਮੰਦਰ ਅੰਦਰ ਜਾਣ ਵਾਸਤੇ ਸਿਗਰਟ ਪੀਂਦਾ ਜਾ ਰਿਹਾ ਹੈ, ਹਾਲੇ ਸਿਗਰਟ ਖਤਮ ਨਹੀਂ ਹੋਈ, ਕਸ਼ ਲੈਂਦਾ ਜਾ ਰਿਹਾ ਹੈ। ਅਚਾਨਕ ਯਾਨੀ ਮੰਦਰ ਪਹੁੰਚ ਗਿਆ ਉਹ, ਹਾਲੇ ਸਿਗਰਟ ਉਹਦੇ ਹੱਥ 'ਚ ਹੈ। ਤਾਂ ਹੁਣ ਮੰਦਰ ਦੇ ਅੰਦਰ ਉਹਨਾਂ ਜਾਣਾ ਹੈ, ਭਗਵਾਨ ਦਾ ਦਰਸ਼ਨ ਕਰਨਾ ਹੈ, ਪ੍ਰਾਰਥਨਾ ਕਰਨੀ। ਹੁਣ ਕੀ ਕਰੇਗਾ ਉਹ? ਜਵਾਬ ਦਿਓ। ਸਿਗਰਟ ਨੂੰ ਬੁਝਾਏਗਾ, ਪੈਰੋਂ ਜੁੱਤੀ ਲਾਏਗਾ ਔਰ ਚਲਾ ਜਾਏਗਾ ਮੰਦਰ ਦੇ ਅੰਦਰ। ਹੁਣ ਚਲਾ ਗਿਆ ਮੰਦਰ ਦੇ ਅੰਦਰ, ਭਗਵਾਨ ਨੂੰ ਪ੍ਰਾਰਥਨਾ ਕੀਤੀ, ਭਗਵਾਨ ਨੂੰ ਬੇਨਤੀ ਕੀਤੀ, ਜੋ ਮੰਨਤ ਮੰਗਣੀ ਸੀ ਜਾਂ ਜੋ ਬੇਨਤੀ ਕਰਨੀ ਸੀ ਕੀਤੀ। ਹੁਣ ਬੇਨਤੀ ਕਰਨ ਤੋਂ ਬਾਅਦ ਵਾਪਸ ਆਂਦਾ ਹੈ, ਮੰਦਰ ਦੇ ਬਾਹਰ ਜੁੱਤੀ ਪਾਉਂਦਾ ਹੈ, ਤਾਂ ਆਪਣੀ ਆਦਤ ਦੇ ਮੁਤਾਬਿਕ ਦੁਬਾਰਾ ਫਿਰ ਜੇਬ 'ਚੋਂ ਸਿਗਰਟ ਕੱਢਦਾ ਹੈ ਔਰ ਲਗਾ ਲੈਂਦਾ ਹੈ। ਜ਼ਰਾ ਸਮਝਣਾ, ਉੱਥੇ ਹੀ ਇੱਕ ਫਕੀਰ ਬੈਠੇ ਸਭ ਕੁਝ ਦੇਖ ਰਹੇ ਹੈ, ਉੱਥੇ ਹੀ ਇੱਕ ਫਕੀਰ ਬੈਠੇ ਸਭ ਕੁਝ ਦੇਖ ਰਹੇ ਹੈ ਕਿ ਇਹਨਾਂ ਅੰਦਰ ਜਾਣ ਤੋਂ ਪਹਿਲਾਂ ਸਿਗਰਟ ਬੁਝਾਈ, ਜੁੱਤੀ ਲਾਈ, ਅੰਦਰ ਚਲਾ ਗਿਆ। ਫਿਰ ਬਾਹਰ ਆਉਂਦਿਆਂ ਹੀ ਜੁੱਤੀ ਪਾਈ, ਸਿਗਰਟ ਕੱਢੀ, ਦੁਬਾਰਾ ਲਾ ਲਈ। ਤਾਂ ਫਕੀਰਾਂ ਨੇ ਉਹਨੂੰ ਪੁੱਛਿਆ, ਬੇਟਾ ਇੱਧਰ ਆ, ਇੱਧਰ ਆ ਜ਼ਰਾ। ਉਹ ਕਹਿੰਦਾ ਜੀ ਹਾਂਜੀ ਦੱਸੋ। ਫਕੀਰ ਕਹਿੰਦੇ, ਤੂੰ ਜਦੋਂ ਮੰਦਰ ਦੇ ਅੰਦਰ ਗਿਆ ਤਾਂ ਉਸ ਵੇਲੇ ਸਿਗਰਟ ਬੁਝਾ ਦਿੱਤੀ, ਪੈਰੋਂ ਜੁੱਤੀ ਲਾ ਲਈ, ਅੰਦਰ ਚਲਾ ਗਿਆ, ਔਰ ਜਦੋਂ ਬਾਹਰ ਵਾਪਸ ਆਇਆ ਤਾਂ ਤੂੰ ਦੁਬਾਰਾ ਸਿਗਰਟ ਕੱਢੀ ਜੇਬ 'ਚੋਂ, ਫਿਰ ਪੀਣ ਲੱਗ ਗਿਆ। ਬੇਟਾ ਮੰਦਰ ਅੰਦਰ ਸਿਗਰਟ ਲੈ ਕੇ ਕਿਉਂ ਨਹੀਂ ਗਿਆ? ਮੰਦਰ ਅੰਦਰ ਜਾਣ ਤੋਂ ਪਹਿਲਾਂ ਸਿਗਰਟ ਕਿਉਂ ਸੁੱਟ ਦਿੱਤੀ, ਕਿਉਂ ਬੁਝਾ ਦਿੱਤੀ, ਅੰਦਰ ਕਿਉਂ ਨਹੀਂ ਲੈ ਕੇ ਗਿਆ? ਉਹ ਕਹਿੰਦਾ ਜੀ ਅੰਦਰ ਭਗਵਾਨ ਹੈ, ਅੰਦਰ ਭਗਵਾਨ ਹੈ, ਭਗਵਾਨ ਦੇ ਸਾਹਮਣੇ ਸਿਗਰਟ ਪੀਂਦਾ ਚੰਗਾ ਲੱਗਦਾ ਹੈ? ਭਗਵਾਨ ਦੇ ਸਾਹਮਣੇ ਜਾਣਾ ਸਿਗਰਟ ਪੀਂਦਾ ਜਾਵਾਂ ਮੈਂ? ਇਸ ਲਈ ਮਹਾਰਾਜ ਜੁੱਤੀ ਲਾ ਕੇ ਸਿਗਰਟ ਬੁਝਾ ਕੇ ਅੰਦਰ ਗਿਆ ਮੈਂ। ਔਰ ਕਹਿੰਦੇ ਬੇਟਾ ਬਾਹਰ ਆਂਦੇ ਫੇਰ ਪੀਣ ਲੱਗ ਪਿਆ। ਉਹ ਕਹਿੰਦਾ ਭਗਵਾਨ ਹੁਣ ਅੰਦਰ ਹੈ, ਮੈਂ ਫੇਰ ਪੀਣ ਲੱਗ ਪਿਆ। ਫਕੀਰ ਕਹਿੰਦੇ ਇਹਦਾ ਮਤਲਬ ਤੂੰ ਇਸ ਭਗਵਾਨ ਨੂੰ ਸਿਰਫ ਚਾਰ ਦੀਵਾਰੀ ਦੇ ਅੰਦਰ ਹੀ ਸਮਝਿਆ ਹੈ ਕਿ ਇੱਥੇ ਹੀ ਹੈ ਪ੍ਰਮਾਤਮਾ। ਕੀ ਤੇਰਾ ਭਗਵਾਨ ਸਿਰਫ ਚਾਰ ਦੀਵਾਰੀ ਅੰਦਰ ਹੀ ਹੈ? ਆ ਪੂਰੀ ਕਾਇਨਾਤ, ਆ ਪੂਰੀ ਸ੍ਰਿਸ਼ਟੀ, ਆ ਪੂਰੀ ਦੁਨੀਆ, ਕੀ ਇਹ ਭਗਵਾਨ ਤੋਂ ਖਾਲੀ ਹੈ? ਇੱਥੇ ਭਗਵਾਨ ਹੈ ਨਹੀਂ? ਹੁਣ ਤੁਹਾਡੇ ਤੋਂ ਜਵਾਬ ਪੁੱਛਣਾ ਚਾਹੁੰਦੇ ਹਾਂ ਅਸੀਂ। ਇੱਕ ਪਾਸੇ ਅਸੀਂ ਕਹਿ ਦਿੰਦੇ ਹਾਂ ਕਿ ਭਗਵਾਨ ਪਰਮਾਤਮਾ ਹਰ ਜਗ੍ਹਾ ਮੌਜੂਦ ਹੈ, ਦੂਜੇ ਪਾਸੇ ਅਸੀਂ ਸੁਚਮਤਾ ਸਿਰਫ
ਮੰਦਰ ਅੰਦਰ ਰੱਖਦੇ ਆ, ਮਸਜਿਦ ਅੰਦਰ ਰੱਖਦੇ ਆ ਕਿ ਖੁਦਾ ਦੇ ਕੋਲ ਜਾ ਰਹੇ ਆ, ਭਗਵਾਨ ਦੇ ਕੋਲ ਜਾ ਰਹੇ ਆ। ਇਹਦਾ ਮਤਲਬ ਕਹਿੰਦੇ ਅਸੀਂ ਕੁਝ ਹੋਰ ਆ ਤਾਂ ਮੰਨਦੇ ਅਸੀਂ ਕੁਝ ਹੋਰ ਆ। ਇਸੇ ਲਈ ਬੰਦੇ ਨੇ ਪ੍ਰਮਾਤਮਾ ਨੂੰ ਮੂਰਤੀਆਂ 'ਚ ਘੜ ਲਿਆ। ਇਸੇ ਲਈ ਬੰਦੇ ਨੇ ਮੰਦਰਾਂ 'ਚ, ਮਸਜਿਦਾਂ 'ਚ ਪ੍ਰਮਾਤਮਾ ਨੂੰ ਮੰਨਿਆ, ਕਿਉਂਕਿ ਜਿੱਥੇ ਤੱਕ ਅਸੀਂ ਸੋਚਦੇ ਹਾਂ ਕਿ ਇਹਦੇ ਪਿੱਛੇ ਬੰਦੇ ਦੀ ਟ੍ਰਿਕ ਸੀ, ਟ੍ਰਿਕ ਯਾਨੀ ਉਹਦੀ ਇੱਕ ਸੋਚ ਸੀ ਕਿ ਮੈਂ ਪ੍ਰਮਾਤਮਾ ਨੂੰ ਮੰਦਰਾਂ ਅੰਦਰ ਕੈਦ ਕਰ ਦੇਵਾਂ, ਮਸਜਿਦਾਂ ਅੰਦਰ ਕੈਦ ਕਰ ਦੇਵਾਂ, ਬਸ ਪ੍ਰਮਾਤਮਾ ਉੱਥੇ ਕੈਦ ਰਵੇ ਤਾਂ ਕਿ ਬਾਹਰ ਮੈਂ ਆਪਣੀ ਮਨਮਾਨੀ ਜੋ ਚਾਹਾਂ ਕਰਦਾ ਰਵਾਂ। ਕਿਉਂਕਿ ਜੇ ਮੈਂ ਪ੍ਰਮਾਤਮਾ ਨੂੰ ਮੰਦਰਾਂ 'ਚ ਕੈਦ ਨਾ ਕੀਤਾ, ਮਸਜਿਦਾਂ 'ਚ ਕੈਦ ਨਾ ਕੀਤਾ, ਤਾਂ ਫਿਰ ਕਿਤੇ ਵੀ ਪਾਪ ਕਰਨ ਦੀ ਆਜ਼ਾਦੀ ਮੈਨੂੰ ਮਿਲਣੀ ਨਹੀਂ ਹੈ। ਇਹ ਬੰਦੇ ਦੀ ਸੋਚ ਹੈ, ਬੰਦੇ ਦੀ ਟ੍ਰਿਕ ਹੈ। ਉਹਨੇ ਪ੍ਰਮਾਤਮਾ ਨੂੰ ਦਾਇਰੇ ਅੰਦਰ ਕੈਦ ਕਰ ਦਿੱਤਾ। ਨਹੀਂ ਤਾਂ ਜ਼ਰਾ ਸੋਚੋ, ਇੱਥੇ ਇਮੇਜਿਨ ਕਰੋ ਕਿ ਇੱਕ ਦਿਨ ਤੁਹਾਡੇ ਘਰ ਦਾ ਦਰਵਾਜ਼ਾ ਖੜਕਦਾ ਹੈ ਔਰ ਤੁਸੀਂ ਉੱਠ ਕੇ ਦਰਵਾਜ਼ਾ ਖੋਲ੍ਹਦੇ ਹੋ। ਤੁਸੀਂ ਉੱਠ ਕੇ ਦਰਵਾਜ਼ਾ ਖੋਲ੍ਹਦੇ ਹੋ ਤਾਂ ਅਚਾਨਕ ਸਾਹਮਣੇ ਦੇਖਦੇ ਹੋ ਕਿ ਸਾਹਮਣੇ ਇੱਕ ਨੂਰੀ ਸ਼ਖਸੀਅਤ ਖੜੀ ਹੈ, ਚਿਹਰੇ ਤੇ ਨੂਰ। ਤੁਸੀਂ ਪੁੱਛਦੇ ਹੋ ਕੌਣ ਹੋ ਤੁਸੀਂ? ਤਾਂ ਅੱਗੇ ਉਹ ਕਹਿੰਦਾ ਹੈ ਮੈਂ ਪ੍ਰਮਾਤਮਾ ਹਾਂ, ਮੈਂ ਭਗਵਾਨ ਹਾਂ। ਤੂੰ ਰੋਜ਼ ਮੈਨੂੰ ਯਾਦ ਕਰਦਾ ਸੀ, ਅੱਜ ਮੈਂ ਸੋਚਿਆ ਤੂੰ ਮੇਰੇ ਨਾਲ ਇੰਨਾ ਪਿਆਰ ਕਰਦਾ, ਮੈਨੂੰ ਇੰਨਾ ਯਾਦ ਕਰਦਾ, ਅੱਜ ਮੈਂ ਤੇਰੇ ਨਾਲ ਰਹਿਣਾ ਹੈ, ਅੱਜ ਮੈਂ ਤੇਰੇ ਨਾਲ ਰਹਿਣਾ ਹੈ। ਇਸ ਲਈ ਅੱਜ ਤੋਂ ਮੈਂ ਹਮੇਸ਼ਾ ਤੇਰੇ ਨਾਲ ਹਾਂ। ਤੂੰ ਹੀ ਮੈਨੂੰ ਦੇਖ ਸਕਦਾ ਹੈ, ਤੂੰ ਹੀ ਮੈਨੂੰ ਸੁਣ ਸਕਦਾ ਹੈ, ਹੋਰ ਕੋਈ ਨਾ ਮੈਨੂੰ ਦੇਖ ਸਕਦਾ ਹੈ ਨਾ ਸੁਣ ਸਕਦਾ ਹੈ। ਤੂੰ ਜਿੱਥੇ ਵੀ ਜਾਏਗਾ 24 ਘੰਟੇ ਮੈਂ ਤੇਰੇ ਨਾਲ ਹਾਂ। ਤੂੰ ਜਿੱਥੇ ਵੀ ਜਾਏਗਾ 24 ਘੰਟੇ ਮੈਂ ਤੇਰੇ ਨਾਲ ਹਾਂ। ਇਸ ਲਈ ਅੱਜ ਤੋਂ ਮੈਂ ਤੇਰੇ ਨਾਲ। ਜ਼ਰਾ ਸੋਚੋ ਉਸ ਬੰਦੇ ਦੀ ਹਾਲਤ ਕੀ ਹੋਏਗੀ, ਕੀ ਹਾਲਤ ਹੋਏਗੀ ਉਸਦੀ। ਹੁਣ ਜ਼ਰਾ ਸੋਚੋ, ਸਮਝੋ ਕਿ ਹੁਣ ਉਹ ਬੰਦਾ ਪ੍ਰਮਾਤਮਾ 24 ਘੰਟੇ ਉਹਦੇ ਨਾਲ, ਉਹਨੂੰ ਦੇਖ ਵੀ ਸਕਦਾ ਹੈ, ਪ੍ਰਮਾਤਮਾ ਨੂੰ ਸੁਣ ਵੀ ਸਕਦਾ ਹੈ। ਹੁਣ ਉਹ ਕਿਤੇ ਵੀ ਜਾਂਦਾ ਹੈ, ਪ੍ਰਮਾਤਮਾ ਉਹਦੇ ਨਾਲ ਹੈ, ਤਾਂ ਅਚਾਨਕ ਉਹਨੂੰ ਘਰ ਵਾਲੀ ਦਾ ਫੋਨ ਆਉਂਦਾ, ਤੂੰ ਕਿੱਥੇ ਹੈ? ਤਾਂ ਹੁਣ ਪ੍ਰਮਾਤਮਾ ਮੋਰੇ ਕੀ ਬੋਲੇਗਾ? ਜਦੋਂ ਪ੍ਰਮਾਤਮਾ ਨਹੀਂ ਹੁੰਦਾ ਸੀ ਮੈਂ ਝੂਠ ਬੋਲ ਦਿੰਦਾ ਸੀ, ਮੈਂ ਕੰਮ ਤੇ ਆ, ਮੈਂ ਫਲਾਨੀ ਜਗ੍ਹਾ ਆ। ਪਰ ਹੁਣ ਪ੍ਰਮਾਤਮਾ ਮੈਨੂੰ ਦੇਖ ਰਿਹਾ ਹੈ, ਪ੍ਰਮਾਤਮਾ ਮੇਰੇ ਨਾਲ ਸੁਣ ਰਿਹਾ ਹੈ। ਹੁਣ ਮੈਂ ਕਿਹੜੇ ਹਿਸਾਬ ਨਾਲ ਝੂਠ ਬੋਲਾਂ? ਇਸ ਲਈ ਉੱਥੇ ਸੱਚ ਹੀ ਬੋਲਣਾ ਪਏਗਾ, ਨਹੀਂ ਤਾਂ ਨਾਲ ਖੜੇ ਭਗਵਾਨ ਨੇ ਕਹਿਣਾ ਓਏ ਮੇਰੇ ਸਾਹਮਣੇ ਝੂਠ ਬੋਲੀ ਜਾਂਦਾ। ਜ਼ਰਾ ਸੋਚੋ, ਜੇ ਹੋਏਗਾ ਦੁਕਾਨਦਾਰ, ਤਾਂ ਕਈ ਵਾਰ ਦੁਕਾਨਦਾਰ ਕਹਿੰਦੇ ਭੈਣ ਜੀ ਤੁਹਾਨੂੰ ਚੀਜ਼ ਇੰਨੀ ਸਸਤੀ ਦਿੰਦੇ, ਇੰਨੀ ਤਾਂ ਕਿਸੇ ਨੂੰ ਦੇਈਦੀ ਨਹੀਂ ਅਸੀਂ। ਆ ਜਿੰਨਾ ਤੁਹਾਨੂੰ ਅਸੀਂ ਡਿਸਕਾਊਂਟ ਦਿੰਦੇ, ਇੰਨਾ ਕਿਸੇ ਨੂੰ ਦੇਈਦਾ ਨਹੀਂ। ਤਾਂ ਜੇ ਉਸ ਵੇਲੇ ਪ੍ਰਮਾਤਮਾ ਹੋਵੇ ਤਾਂ ਕੀ ਉਸ ਵੇਲੇ ਇੱਦਾਂ ਝੂਠ ਬੋਲ ਸਕਦੇ ਆ? ਬੋਲ ਸਕਦੇ ਆ ਇੱਦਾਂ? ਕਿਉਂਕਿ ਫਿਰ ਪ੍ਰਮਾਤਮਾ ਨੇ ਕਹਿਣਾ ਮੇਰੇ ਸਾਹਮਣੇ ਝੂਠ, ਤੂੰ ਤਾਂ ਹਰੇਕ ਨੂੰ ਇੱਕੋ ਹੀ ਗੱਲ ਕਹੀ ਜਾਂਦਾ ਹੈ, ਦਿੰਦਾ ਸਾਰਿਆਂ ਨੂੰ ਹੈ ਡਿਸਕਾਊਂਟ, ਪਰ ਕਹਿੰਦਾ ਇੱਕ ਨੂੰ ਹੈ। ਤਾਂ ਜੇ ਬੰਦਾ ਪੁਲਿਸ ਵਾਲਾ ਹੋਵੇ ਤਾਂ ਰੈੱਡ ਲਾਈਟ ਤੋੜਨ ਤੇ ਕਹਿ ਸਕਦਾ ਅਗਲੇ ਨੂੰ ਕੱਢ ਦੇ 100 ਰੁਪਏ ਜੇਬ 'ਚ ਪਾ ਦੇ, ਕੱਢ ਦੇ 500 ਜੇਬ 'ਚ ਪਾ ਦੇ, ਕਿਉਂਕਿ ਪਤਾ ਭਗਵਾਨ ਮੇਰੇ ਨਾਲ ਖੜਾ ਹੈ। ਜਿਸ ਲਈ ਸਾਨੂੰ ਵਾਕਈ ਭਗਵਾਨ 24 ਘੰਟੇ ਨਾਲ ਖੜਾ ਨਜ਼ਰ ਆਵੇ ਤਾਂ ਫਿਰ ਜ਼ਰਾ ਸੋਚੋ, ਘਰ ਬੈਠੇ ਤੁਸੀਂ ਟੀਵੀ ਤੇ ਫਿਲਮ ਦੇਖ ਰਹੇ ਹੋ ਤਾਂ ਭਗਵਾਨ ਕੋਲ ਬੈਠਾ ਦੇਖ ਰਿਹਾ, ਤੁਹਾਡਾ ਦਿਲ ਕਰਨਾ ਕਿ ਯਾਰ ਰੱਬ ਮੋਰੇ ਫਿਲਮਾਂ ਦੇਖਾਂ, ਆ ਕਿਹੜੀਆਂ ਮੈਂ ਗਾਣੇ ਸੁਣ ਰਿਹਾ, ਕੀ ਮੈਂ ਸੁਣ ਰਿਹਾ ਹਾਂ, ਇਹ ਭਗਵਾਨ ਸਾਹਮਣੇ ਚੰਗਾ ਲੱਗਦਾ ਹੈ? ਉਸ ਵੇਲੇ ਆਪਣੇ ਆਪ ਹੀ ਤੁਹਾਡਾ ਚੈਨਲ ਭਜਨਾਂ ਤੇ ਚਲਾ ਜਾਏਗਾ, ਸਤਸੰਗ ਤੇ ਚਲਾ ਜਾਏਗਾ, ਕਿਉਂਕਿ ਕੋਲ ਭਗਵਾਨ ਬੈਠਾ ਹੈ। ਤੁਸੀਂ ਸ਼ਰਾਬਖਾਨੇ ਜਾਓਗੇ ਤਾਂ ਸ਼ਰਾਬਖਾਨੇ ਦੇ ਮੋਹਰ ਦੀ ਚੁੱਪ ਕਰਕੇ ਲੰਘ ਜਾਣਾ ਹੈ, ਕਹਿਣਾ ਯਾਰ ਭਗਵਾਨ ਨਾਲ ਹੈ, ਇਹਦੇ ਸਾਹਮਣੇ ਕਿੱਦਾਂ ਦਾਰੂ ਦੀ ਬੋਤਲ ਖਰੀਦਾਂ, ਕਿੱਦਾਂ ਬੈਠ ਕੇ ਪੀਵਾਂ, ਕਿਉਂਕਿ ਮੇਰੇ ਨਾਲ ਉਹ ਖੜਾ ਹੈ। ਜ਼ਰਾ ਸੋਚੋ, ਜੇ ਹਰ ਵੇਲੇ ਪ੍ਰਮਾਤਮਾ ਭਗਵਾਨ ਏਦਾਂ ਸਾਡੇ ਨਾਲ ਹੋਵੇ, ਸਾਨੂੰ ਦਿਸਣਾ ਸ਼ੁਰੂ ਹੋ ਜਾਵੇ, ਸਾਨੂੰ ਸੁਣਨਾ ਸ਼ੁਰੂ ਹੋ ਜਾਵੇ, ਤਾਂ ਫਿਰ ਤੁਸੀਂ ਆਪ ਬੋਲ ਕੇ ਦੱਸੋ, ਇਨਸਾਨ ਨਾ ਝੂਠ ਬੋਲ ਸਕਦਾ ਹੈ, ਨਾ ਕੋਈ ਪਾਪ ਕਰਮ ਕਰ ਸਕਦਾ ਹੈ, ਨਾ ਕਿਸੇ ਨਾਲ ਝਗੜਾ ਕਰ ਸਕਦਾ ਹੈ, ਕਿਉਂਕਿ ਨਾ ਕਿਸੇ ਨਾਲ ਝਗੜਾ ਕਰਨ ਦਾ ਮਤਲਬ ਕੀ ਕਿ ਕੋਈ ਤੁਹਾਨੂੰ ਬੁਰਾ ਵੀ ਕਹਿ ਦੇਗਾ ਤਾਂ ਤੁਹਾਡੇ ਲਾਗੇ ਖੜੇ ਭਗਵਾਨ ਨੇ ਦੇਖਣਾ ਤੂੰ ਕੀ ਕਹਿੰਦਾ ਹੈ, ਤਾਂ ਤੁਸੀਂ ਕਹਿਣਾ ਭਗਵਾਨ ਤਾਂ ਕਹਿੰਦਾ ਹੈ ਸਭ ਦਾ ਭਲਾ ਕਰਨਾ ਹੈ, ਇਸ ਲਈ ਪ੍ਰਮਾਤਮਾ ਤੇਰਾ ਭਲਾ ਹੀ ਕਰੇ। ਤੁਸੀਂ ਉੱਥੇ ਭਲਾ ਮੰਗ ਕੇ ਚਲੇ ਜਾਣਾ ਹੈ, ਕਿਉਂਕਿ ਮੇਰਾ ਭਗਵਾਨ ਮੈਨੂੰ ਦੇਖ ਰਿਹਾ ਹੈ। ਜ਼ਰਾ ਸੋਚੋ, ਇਸ ਲਈ ਜੇ ਇਨਸਾਨ ਵਾਕਈ ਇਹ ਦਿਲੋਂ ਵਿਸ਼ਵਾਸ ਕਰ ਲਵੇ, ਯਕੀਨ ਕਰ ਲਵੇ ਮੇਰਾ ਭਗਵਾਨ ਮੇਰੇ ਨਾਲ ਹੈ, ਤਾਂ ਆਪ ਸੋਚੋ ਉਹਦੇ ਜੀਵਨ ਦੇ ਸਾਰੇ ਪਾਪ, ਸਾਰੇ ਬੁਰੇ ਕਰਮ, ਸਾਰੀ ਨਫ਼ਰਤ, ਸਾਰੀ ਬੈਰ ਵਿਰੋਧਤਾ, ਊਚ ਨੀਚ ਧਰਮਾਂ ਦੇ ਸਾਰੇ ਭੇਦਭਾਵ ਹੀ ਖਤਮ ਹੋ ਜਾਣਗੇ। ਕਿਉਂਕਿ ਪ੍ਰਮਾਤਮਾ ਨੇ ਔਰਤ ਬਣਾਈ, ਮਰਦ ਬਣਾਇਆ। ਜ਼ਰਾ ਗੌਰ ਕਰਨਾ, ਇਸ ਲਈ ਇਹਨਾਂ ਦੇ ਜਿਸਮ 'ਚ ਫਰਕ ਹੈ ਥੋੜਾ ਜਿਹਾ, ਉਹ ਵੀ ਕੁਦਰਤ ਨੂੰ ਚਲਾਉਣ ਵਾਸਤੇ ਦੋਨਾਂ ਨੂੰ ਅਲੱਗ-ਅਲੱਗ ਬਾਡੀ ਦਿੱਤੀ। ਜ਼ਰਾ ਗੌਰ ਕਰਨਾ।
ਆਦਮੀ ਨੂੰ ਮੈਨ ਔਰ ਔਰਤ ਨੂੰ ਵੂਮੈਨ ਕਾਤੇ ਕਿਹਾ ਜਾਂਦਾ ਹੈ? ਕਿਉਂਕਿ ਵੂਮੈਨ ਇਸੇ ਲਈ ਔਰਤ ਨੂੰ ਕਿਹਾ ਜਾਂਦਾ ਹੈ ਕਿ ਇਹਦੇ ਅੰਦਰ ਪ੍ਰਮਾਤਮਾ ਨੇ ਬੂ ਰੱਖਿਆ। ਬੂਮ ਕਹਿ ਦਿੱਤਾ ਜਾਂਦਾ ਗਰਭ ਨੂੰ। ਜਰਾ ਗੌਰ ਕਰਨਾ, ਜਿਹੜੀ ਬੱਚੇਦਾਨੀ ਹੁੰਦੀ ਹੈ ਨਾ, ਜਿਹ 'ਚ ਬੱਚਾ ਜਨਮ ਲੈਂਦਾ ਹੈ, ਜਿਹ 'ਚ ਬੱਚਾ ਪਰਵਰਿਸ਼ ਪਾਉਂਦਾ ਹੈ, ਉਹਨੂੰ ਬੂਮ ਕਿਹਾ ਜਾਂਦਾ ਹੈ। ਇਸ ਲਈ ਉਹ ਔਰਤ ਅੰਦਰ ਹੈ, ਇਸ ਲਈ ਇਹਨੂੰ ਵੂਮੈਨ ਕਿਹਾ। ਪਿੱਛੇ ਮੈਂ ਨਹੀਂ ਰੱਖਿਆ, ਕੋਈ ਫਰਕ ਨਹੀਂ ਕੁਦਰਤ ਨੇ ਰੱਖਿਆ, ਸਿਰਫ ਸਰੀਰਕ ਤੌਰ ਤੇ ਫਰਕ ਰੱਖਿਆ ਤਾਂ ਕਿ ਵੰਸ਼ ਅੱਗੇ ਵੱਧ ਸਕਣ, ਤਾਂ ਕਿ ਬੱਚੇ ਦਾ ਹੀ ਪੈਦਾਇਸ਼ ਹੋ ਸਕੇ, ਸੰਸਾਰ ਅੱਗੇ ਵੱਧ ਸਕੇ। ਇੰਨਾ ਹੀ ਫਰਕ ਕੁਦਰਤ ਨੇ ਰੱਖਿਆ। ਪਰ ਜਰਾ ਸੋਚੋ, ਜੇ ਧਰਮ ਵੀ ਪ੍ਰਮਾਤਮਾ ਨੇ ਬਣਾਏ ਹੁੰਦੇ ਤਾਂ ਹਰ ਧਰਮ ਅੰਦਰ ਵੀ ਇਦਾਂ ਅਲੱਗ-ਅਲੱਗ ਫਰਕ ਰੱਖ ਕੇ, ਠੱਪਾ ਲਾ ਕੇ, ਮੋਹਰ ਲਾ ਕੇ ਪ੍ਰਮਾਤਮਾ ਨੇ ਭੇਜਣਾ ਸੀ। ਆ ਹਿੰਦੂ ਹੈ, ਆ ਮੁਸਲਮਾਨ ਹੈ, ਆ ਸਿੱਖ ਹੈ, ਆ ਈਸਾਈ ਹੈ। ਕੁਦਰਤ ਨੇ ਕੋਈ ਫਰਕ ਨਹੀਂ ਰੱਖਿਆ। ਕੁਦਰਤ ਨੇ ਸਿਰਫ ਔਰਤ ਔਰ ਮਰਦ ਅੰਦਰ ਫਰਕ ਰੱਖਿਆ ਕਿ ਬੈਲੈਂਸ ਬਣਾਉਣ ਨੂੰ। ਜਿੱਦਾਂ ਦੋ ਅੱਖਾਂ ਦਿੱਤੀਆਂ, ਦੋ ਪੈਰ ਦਿੱਤੇ, ਬਾਕੀ ਜਿੰਨੇ ਵੀ ਭੇਦਭਾਵ ਹੈ ਇਹ ਇਨਸਾਨ ਨੇ ਆਪ ਪੈਦਾ ਕਰ ਲਏ। ਧਰਮ ਬਣਾ ਲਏ, ਜਾਤਾਂ ਬਣਾ ਲਈਆਂ, ਭੇਦਭਾਵ ਬਣਾ ਲਏ, ਅਮੀਰ ਗਰੀਬ ਦੀ ਰੇਖਾ ਖਿੱਚ ਦਿੱਤੀ, ਜਾਤਾਂ ਧਰਮਾਂ ਦੀ ਰੇਖਾ ਖਿੱਚ ਦਿੱਤੀ। ਇਹ ਇਨਸਾਨ ਦੇ ਸ਼ੈਤਾਨ ਮਨ ਨੇ, ਨਹੀਂ ਤਾਂ ਉਹਨਾਂ ਕੋਈ ਫਰਕ ਨਹੀਂ ਰੱਖਿਆ। ਇਸ ਲਈ ਸਮਝੋ ਕਿ ਜੇ ਹੁਣ ਪ੍ਰਮਾਤਮਾ ਵਾਕਈ 24 ਘੰਟੇ ਸਾਡੇ ਨਾਲ ਹੋਵੇ ਤਾਂ ਤੁਹਾਡੇ ਸਾਹਮਣੇ ਕੋਈ ਜਾਤ ਦੀ ਗੱਲ ਆ ਜਾਵੇ ਤਾਂ ਤੁਸੀਂ ਕੀ ਕਹੋਗੇ? ਤੁਸੀਂ ਕਹਿਣਾ ਹੁਣ ਭਗਵਾਨ ਮੇਰੇ ਨਾਲ ਆ। ਭਗਵਾਨ ਨੇ ਕਹਿਣਾ ਮੈਂ ਤਾਂ ਕੋਈ ਜਾਤ ਬਣਾਈ ਨਹੀਂ, ਮੈਂ ਤਾਂ ਕੋਈ ਧਰਮ ਬਣਾਇਆ ਨਹੀਂ, ਤਾਂ ਤੂੰ ਕਿਹੜੇ ਧਰਮ ਦੀ ਗੱਲ ਕਰਦਾ ਹੈ? ਉੱਥੇ ਸਾਰੇ ਧਰਮ ਦੀ ਗੱਲ ਵੀ ਖਤਮ ਹੋ ਜਾਏਗੀ। ਸੋਚ ਕੇ ਦੇਖੋ, ਇਮੈਜਿਨ ਕਰੋ, ਜੇ ਹਰ ਵੇਲੇ ਪ੍ਰਮਾਤਮਾ ਤੁਹਾਡੇ ਨਾਲ ਹੋਵੇ ਤਾਂ ਤੁਹਾਡੀ ਜ਼ਿੰਦਗੀ ਕੈਸੀ ਹੋਏਗੀ? ਕੈਸੀ ਹੋਏਗੀ? ਇਸੇ ਲਈ ਇਹ ਇਨਸਾਨ ਦੀ ਚਲਾਕੀ ਸੀ। ਇਹ ਇਨਸਾਨ ਦੀ ਚਲਾਕੀ ਸੀ ਕਿ ਹਰ ਵਕਤ, ਹਰ ਵੇਲੇ ਪ੍ਰਮਾਤਮਾ ਨੂੰ ਨਾਲ ਮਹਿਸੂਸ ਕਰਨ ਨਾਲੋਂ ਚੰਗਾ ਆ ਭਾਈ ਇਹਨੂੰ ਇੱਕ ਮੰਦਿਰ 'ਚ ਕੈਦ ਕਰ ਦਿਓ, ਇਹਨੂੰ ਇੱਕ ਮਸਜਿਦ ਵਿੱਚ ਰੱਖ ਦਿਓ ਕਿ ਰੱਬ ਮਸਜਿਦ ਵਿੱਚ ਹੈ, ਪ੍ਰਮਾਤਮਾ ਮੰਦਿਰ ਵਿੱਚ ਹੈ, ਤਾਂ ਕਿ ਬਾਹਰ ਅਸੀਂ ਜੋ ਚਾਹੀਏ ਆਪਣੀ ਮਨ ਮਰਜ਼ੀ ਕਰਦੇ ਰਹੀਏ। ਕਿਉਂਕਿ ਜੇ ਪ੍ਰਮਾਤਮਾ ਨੂੰ ਹਰ ਜਗ੍ਹਾ ਆਪਣੇ ਨਾਲ ਸਮਝ ਲਿਆ ਫਿਰ ਤਾਂ ਸਾਡੀਆਂ ਮਨ ਮਰਜ਼ੀਆਂ ਚੱਲਣੀਆਂ ਹੀ ਨਹੀਂ ਹੈ, ਫਿਰ ਤਾਂ ਸਾਡੇ ਤੋਂ ਪਾਪ ਹੋਣਾ ਹੀ ਨਹੀਂ ਹੈ। ਇਸ ਲਈ ਮਨ ਦੀ ਸ਼ੈਤਾਨੀ, ਇਹ ਇਨਸਾਨ ਦੇ ਦਿਮਾਗ ਦੀ ਸ਼ੈਤਾਨੀ ਕਿ ਆਪਣੀਆਂ ਮਨ ਮਰਜ਼ੀਆਂ ਕਰਨ ਵਾਸਤੇ ਭਗਵਾਨ ਨੂੰ ਇੱਕ ਦਾਇਰੇ 'ਚ ਕੈਦ ਕਰ ਦਿੱਤਾ। ਪਰ ਅਸੀਂ ਤੁਹਾਨੂੰ ਚਾਹੁੰਦੇ ਹਾਂ ਕਿ ਤੁਸੀਂ ਇਹ ਦਾਇਰੇ ਤੋੜਨੇ ਹੈ। ਤੁਸੀਂ ਭਗਵਾਨ ਨੂੰ, ਆਪਣੇ ਮਾਲਿਕ ਨੂੰ ਕਿਸੇ ਮੰਦਿਰ, ਕਿਸੇ ਮਸਜਿਦ, ਕਿਸੇ ਇੱਕ ਸਥਾਨ ਤੇ ਨਹੀਂ, ਤੁਸੀਂ ਆਪਣੇ ਮਾਲਿਕ ਨੂੰ ਹਰ ਜਗ੍ਹਾ ਆਪਣੇ ਨਾਲ ਮਹਿਸੂਸ ਕਰਨਾ ਕਿ ਮੇਰਾ ਮਾਲਿਕ ਮੇਰੇ ਨਾਲ ਹੈ। ਬਸ ਇਹਨੂੰ ਹੀ ਕਹਿੰਦੇ ਵਿਸ਼ਵਾਸ। ਕਿਉਂਕਿ ਅਸੀਂ ਚਾਹੁੰਦੇ ਹਾਂ ਕਿ ਜੋ ਸਾਡੇ ਨਾਲ ਜੁੜ ਗਿਆ, ਮਾਲਿਕ ਦੇ ਚਰਨਾਂ ਨਾਲ ਜੁੜ ਗਿਆ, ਉਹਦਾ ਮਾਲਿਕ ਇੱਕ ਦਾਇਰੇ ਅੰਦਰ ਨਾ ਰਹਿ ਜਾਵੇ ਕਿ ਆਪਣੀਆਂ ਬੁਰਾਈਆਂ ਕਰਨ ਵਾਸਤੇ, ਆਪਣੀਆਂ ਮਨਮਰਜ਼ੀਆਂ ਕਰਨ ਵਾਸਤੇ ਅਸੀਂ ਆਪਣੇ ਮਾਲਿਕ ਨੂੰ ਇੱਕ ਦਰਬਾਰ 'ਚ ਹੀ ਕੈਦ ਕਰ ਦਈਏ। ਨਹੀਂ, ਮੇਰਾ ਮਾਲਿਕ ਹਰ ਪਲ, ਹਰ ਜਗ੍ਹਾ, ਹਰ ਘੜੀ ਮੇਰੇ ਨਾਲ ਹੈ। ਇਹ ਵਿਸ਼ਵਾਸ ਸਾਡੇ ਅੰਦਰ ਹੋਣਾ ਚਾਹੀਦਾ ਹੈ। ਹੁਣ ਦੂਸਰੇ ਪੁਆਇੰਟ ਤੇ ਆ ਜਾਈਏ ਕਿ ਮੰਦਿਰ ਅੰਦਰ ਜਾਣ ਲੱਗਿਆ ਸਿਗਰਟ ਸੁੱਟ ਦਿੱਤੀ, ਜੁੱਤੀ ਲਾ ਲਈ ਔਰ ਬਾਹਰ ਆ ਕੇ ਫਿਰ ਪੀਣੀ ਸ਼ੁਰੂ ਕਰ ਦਿੱਤੀ। ਫਕੀਰਾਂ ਨੇ ਪੁੱਛਿਆ ਭਾਈ ਇਦਾਂ ਕਿਉਂ? ਉਹ ਕਹਿੰਦਾ ਅੰਦਰ ਭਗਵਾਨ ਹੈ, ਅੰਦਰ ਪ੍ਰਮਾਤਮਾ ਹੈ, ਇਸ ਲਈ ਮੈਂ ਉਹਦੇ ਸਾਹਮਣੇ ਥੋੜੀ ਸਿਗਰਟ ਪੀਣੀ ਹੈ, ਉਹਦੇ ਸਾਹਮਣੇ ਥੋੜੀ ਮੈਂ ਜੁੱਤੀ ਪਾ ਕੇ ਜਾਣਾ ਹੈ। ਤਾਂ ਉਸ ਲਈ ਫਕੀਰ ਕਹਿੰਦੇ ਅੱਛਾ, ਮੰਦਿਰ ਅੰਦਰ ਭਗਵਾਨ ਹੈ, ਮੰਦਿਰ ਅੰਦਰ ਪ੍ਰਮਾਤਮਾ ਹੈ, ਉੱਥੇ ਸਿਗਰਟ ਨਹੀਂ ਲੈ ਕੇ ਜਾਣੀ। ਕਿਉਂ ਨਹੀਂ ਲੈ ਕੇ ਜਾਣੀ? ਭਗਵਾਨ ਨੂੰ ਧੂਆਂ ਨਾ ਚੜ ਜਾਵੇ। ਉੱਥੇ ਸਿਗਰਟ ਨਹੀਂ ਲੈ ਕੇ ਜਾਣੀ, ਭਗਵਾਨ ਨੂੰ ਧੂਆਂ ਨਾ ਚੜ ਜਾਵੇ। ਉਹ ਬੱਚਾ, ਮੰਦਿਰ ਅੰਦਰ ਤਾਂ ਪੱਥਰ ਦੀ ਮੂਰਤ ਹੈ, ਉਹਦੀ ਤੈਨੂੰ ਇੰਨੀ ਫਿਕਰ ਹੈ ਕਿ ਉੱਥੇ ਸਿਗਰਟ ਲੈ ਕੇ ਨਹੀਂ ਜਾਣੀ। ਤਾਂ ਉਹ ਪ੍ਰਮਾਤਮਾ ਜੀਂਦਾ ਜਾਗਦਾ ਤੇਰੇ ਅੰਦਰ ਬੈਠਾ ਹੈ, ਜਿਹਦੇ ਅੰਦਰ ਹਰ ਵੇਲੇ ਧੂਆਂ ਭੇਜ ਰਿਹਾ ਹੈ। ਜਰਾ ਸੋਚੋ, ਇਹ ਤਾਂ ਅਸੀਂ ਮੰਨ ਲੈਂਦੇ ਆ ਯਾਰ ਮੰਦਿਰ ਅੰਦਰ ਕੋਈ ਗਲਤੀ ਨਹੀਂ ਕਰਨੀ, ਕੋਈ ਬੁਰੀ ਚੀਜ਼ ਲੈ ਕੇ ਨਹੀਂ ਜਾਣੀ, ਮਸਜਿਦ ਅੰਦਰ ਕੋਈ ਬੁਰੀ ਚੀਜ਼ ਲੈ ਕੇ ਨਹੀਂ ਜਾਣੀ, ਕਿਉਂਕਿ ਇੱਥੇ ਪ੍ਰਮਾਤਮਾ ਦਾ ਵਾਸ ਹੈ, ਖੁਦਾ ਦਾ ਵਾਸ ਹੈ। ਉਹ ਅਸੀਂ ਕਹਿੰਦੇ ਜਰਾ ਸੋਚੋ, ਮੰਦਿਰ ਢਾਹ ਦੇ, ਮਸਜਿਦ ਢਾਹ ਦੇ ਜੋ ਕੁਝ ਟੈਂਦਾ, ਪਰ ਬੰਦੇ ਦਾ ਦਿਲ ਨਾ ਢਾਈ, ਦਿਲ ਵਿੱਚ ਮੌਲਾ ਰਹਿੰਦਾ। ਬੁੱਲੇ ਸ਼ਾਹ ਨੇ ਕਿਹਾ ਮੰਦਿਰਾਂ 'ਚ ਨਹੀਂ, ਮਸਜਿਦਾਂ 'ਚ ਨਹੀਂ, ਉਹ ਪ੍ਰਮਾਤਮਾ ਤੇਰੇ ਅੰਦਰ ਹੈ। ਤਾਂ ਜ਼ਰਾ ਵਿਚਾਰ ਕਰੋ, ਜੇ ਪ੍ਰਮਾਤਮਾ ਸਾਡੇ ਅੰਦਰ ਹੈ ਤਾਂ ਫਿਰ ਸਾਨੂੰ ਇਹ ਕੋਸ਼ਿਸ਼ ਕਰਨੀ ਚਾਹੀਦੀ ਹੈ ਕਿ ਕੋਈ ਵੀ ਬੁਰੀ ਚੀਜ਼ ਸਾਡੇ ਅੰਦਰ ਨਾ ਜਾਵੇ, ਕਿਉਂਕਿ ਮੇਰਾ ਮਾਲਿਕ ਮੇਰੇ ਅੰਦਰ ਬੈਠਾ ਹੈ। ਫਿਰ ਚਾਹੇ ਕੋਈ ਨਸ਼ਾ ਹੋਵੇ, ਹੁਣ ਮੰਦਿਰ ਅੰਦਰ ਤਾਂ ਕਹਿੰਦੇ ਸ਼ਰਾਬ ਬਾਹਰ ਅੰਦਰ ਨਹੀਂ ਜਾਣੀ ਚਾਹੀਦੀ, ਲਿਖਿਆ ਹੁੰਦਾ ਹੈ। ਮੰਦਿਰ ਅੰਦਰ ਸ਼ਰਾਬ ਲੈ ਕੇ ਜਾਣਾ ਮਨਾ ਹੈ, ਮੰਦਿਰ ਅੰਦਰ ਤਮਾਕੂ ਲੈ ਕੇ ਜਾਣਾ ਮਨਾ ਹੈ। ਤਾਂ ਆਹ ਜਿਹੜਾ ਜੀਂਦਾ ਜਾਗਦਾ ਪ੍ਰਭੂ ਦਾ ਮੰਦਿਰ ਹੈ, ਇਹਦੇ ਅੰਦਰ 4-4 ਬੋਤਲਾਂ ਪਾਈ ਜਾਂਦੇ ਆ।
ਇਹਦੇ ਅੰਦਰ ਪਤਾ ਨਹੀਂ ਕਿੰਨੀਆਂ ਪੂੜੀਆਂ ਘੋਟ ਕੇ ਘਸਾ ਕੇ ਹੱਥਾਂ ਵੀ ਦੇਖਿਆ, ਤਲੀਆਂ ਵੀ ਘਸਾਈਆਂ ਹੁੰਦੀਆਂ ਹੈ। ਕਹਿੰਦੇ ਨਾ ਇੱਕ ਵਾਰ ਇੱਕ ਮਸਾਲਾ ਰਗੜਨ ਵਾਲਾ ਫਕੀਰਾਂ ਕੋ ਚਲਾ ਗਿਆ, ਕਹਿੰਦਾ ਮਹਾਰਾਜ ਦੇਖੋ ਮੇਰੇ ਜੀਵਨ 'ਚ ਖੁਸ਼ੀ ਹੈ ਜਾਂ ਨਹੀਂ, ਮੇਰੇ ਜੀਵਨ 'ਚ ਖੁਸ਼ੀ ਹੈ ਜਾਂ ਨਹੀਂ। ਫਕੀਰ ਕਹਿੰਦੇ ਹੱਥ ਦਿਖਾ ਜਰਾ। ਹੱਥ ਅੱਗੇ ਕੀਤਾ, ਉਹ ਫਕੀਰ ਕਹਿੰਦੇ ਖੁਸ਼ੀ ਕੀ ਆਣੀ ਹੈ, ਆ ਮਸਾਲੇ ਨੇ ਤਾਂ ਸਾਰੀਆਂ ਰੇਖਾਵਾਂ ਹੀ ਰਗੜ ਦਿੱਤੀਆਂ, ਸਾਰੀਆਂ ਰੇਖਾਵਾਂ ਤਾਂ ਤੂੰ ਉਂਗਲੀ ਘਸਾ ਕੇ ਮਿਟਾ ਦਿੱਤੀਆਂ, ਖੁਸ਼ੀਆਂ ਰਹਿਣੀਆਂ ਕਿੱਥੇ ਹੈ? ਤੂੰ ਆਪਣੇ ਹੱਥੀਂ ਆਪਣੀਆਂ ਖੁਸ਼ੀਆਂ ਮਿਟਾ ਦਿੱਤੀਆਂ ਹੈ। ਔਰ ਗੱਲ ਵੀ ਸਹੀ ਹੈ। ਕੋਈ ਤਮਾਕੂ ਖਾਂਦਾ ਹੈ, ਕੋਈ ਸਿਗਰਟ ਪੀਂਦਾ ਹੈ, ਉਹਨੂੰ ਕਹਿੰਦੇ ਤਮਾਕੂ ਪੀਣਾ। ਕੋਈ ਨਸ਼ਾ ਖਾਂਦਾ ਹੈ, ਕੋਈ ਨਸ਼ਾ ਪੀਂਦਾ ਹੈ। ਹੁਣ ਇਹ ਨਸ਼ੇ ਕਰਕੇ ਅਸੀਂ ਖੁਸ਼ੀਆਂ ਦੀਆਂ ਰੇਖਾਵਾਂ ਨੂੰ, ਪ੍ਰਭੂ ਦੀਆਂ ਕਿਰਪਾ ਦੀਆਂ ਰੇਖਾਵਾਂ ਨੂੰ ਤਾਂ ਆਪੇ ਮਿਟਾਈ ਜਾਂਦੇ ਆ। ਫਿਰ ਕਹਿੰਦੇ ਦੇਖੋ ਸਾਡੇ ਜੀਵਨ 'ਚ ਤੰਦਰੁਸਤੀ ਹੈ ਜਾਂ ਨਹੀਂ, ਸਾਡੇ ਜੀਵਨ 'ਚ ਖੁਸ਼ੀ ਹੈ ਜਾਂ ਨਹੀਂ। ਖੁਸ਼ੀ ਆਏਗੀ ਕਿਸ ਤਰ੍ਹਾਂ? ਕਿਉਂਕਿ ਅਸੀਂ ਆਪ ਹੀ ਤਾਂ ਆਪਣੀਆਂ ਗਲਤੀਆਂ ਨਾਲ ਉਹ ਖੁਸ਼ੀਆਂ ਦੀ ਰੇਖਾ ਨੂੰ ਮਿਟਾ ਰਹੇ ਹਾਂ। ਆਪ ਹੀ ਤਾਂ ਆਪਣੇ ਕਰਮਾਂ ਨਾਲ ਅਸੀਂ ਉਹ ਖੁਸ਼ੀਆਂ ਨੂੰ ਆਪਣੇ ਤੋਂ ਦੂਰ ਕਰੀ ਜਾ ਰਹੇ ਹਾਂ, ਉਹ ਤੰਦਰੁਸਤੀ ਨੂੰ ਆਪਣੇ ਤੋਂ ਦੂਰ ਕਰੀ ਜਾ ਰਹੇ ਹਾਂ, ਬਿਮਾਰੀਆਂ ਨੂੰ, ਤਕਲੀਫਾਂ, ਦੁੱਖਾਂ ਨੂੰ ਸੱਦਾ ਦੇ ਰਹੇ ਹਾਂ ਨਸ਼ੇ ਕਰਕੇ। ਫਿਰ ਕਿੱਦਾਂ ਖੁਸ਼ੀ ਜੀਵਨ 'ਚ ਆਏਗੀ? ਇਸ ਲਈ ਜ਼ਰਾ ਸੋਚਣਾ, ਸਮਝਣਾ ਕਿ ਜੇ ਅਸੀਂ ਇੰਨਾ ਸੋਚਦੇ ਹਾਂ ਮੰਦਰ ਅੰਦਰ ਬੁਰੀ ਚੀਜ਼ ਨਹੀਂ ਲੈ ਕੇ ਜਾਣੀ, ਤਾਂ ਫਿਰ ਇਹ ਵੀ ਸੋਚ ਲਓ ਇਹ ਸਰੀਰ ਵੀ ਪ੍ਰਭੂ ਦਾ ਜੀਂਦਾ ਜਾਗਦਾ ਮੰਦਰ ਹੈ। ਮੈਂ ਇਹਦੇ ਅੰਦਰ ਬੁਰੀ ਚੀਜ਼ ਨਹੀਂ ਦੇਣੀ, ਯਾਨੀ ਬੁਰਾ ਖਾਣਾ ਨਹੀਂ, ਬੁਰਾ ਪੀਣਾ ਨਹੀਂ। ਔਰ ਉਹਦੇ ਨਾਲ ਸਿਰਫ ਖਾਣਾ ਪੀਣਾ ਹੀ ਨਹੀਂ ਹੁੰਦਾ ਬੁਰਾ, ਉਹਦੇ ਨਾਲ ਹੋਰ ਕਿਹੜੀਆਂ ਬੁਰਾਈਆਂ ਹੈ? ਮੇਰੇ ਅੰਦਰ ਪ੍ਰਭੂ ਰਹਿੰਦਾ ਹੈ। ਜਿੱਦਾਂ ਮੈਂ ਮੰਦਰ 'ਚ ਬੁਰੀ ਚੀਜ਼ ਲੈ ਕੇ ਨਹੀਂ ਜਾ ਸਕਦਾ, ਇਸੇ ਤਰ੍ਹਾਂ ਮੇਰਾ ਪ੍ਰਭੂ ਮੇਰੇ ਅੰਦਰ ਹੈ। ਮੇਰੇ ਅੰਦਰ ਖਾਣਾ ਪੀਣਾ ਵੀ ਅੱਛਾ ਜਾਣਾ ਚਾਹੀਦਾ ਹੈ, ਤਾਂ ਵਿਚਾਰ ਵੀ ਅੱਛੇ ਜਾਣੇ ਚਾਹੀਦੇ ਹੈ। ਮੈਂ ਬੁਰਾ ਵਿਚਾਰ ਆਪਣੇ ਅੰਦਰ ਨਹੀਂ ਲਿਜਾਣਾ। ਜੇ ਕਿਤੇ ਕੋਈ ਨਿੰਦਿਆ ਚੁਗਲੀ ਕਰ ਰਿਹਾ ਹੈ, ਤੁਸੀਂ ਬੈਠੇ ਸੁਣਦੇ ਹੋ, ਤਾਂ ਤੁਸੀਂ ਫਿਰ ਇੰਨਾ ਹੀ ਸਮਝਦੇ ਹੋ ਕਿ ਪ੍ਰਮਾਤਮਾ ਮੰਦਰ 'ਚ ਹੀ ਹੈ। ਕਿਉਂਕਿ ਜੇ ਮੰਨ ਲਵੋ ਪ੍ਰਮਾਤਮਾ ਮੇਰੇ ਅੰਦਰ ਹੈ, ਤਾਂ ਫਿਰ ਤੁਸੀਂ ਕਹੋਗੇ ਉਹ ਭਾਈ ਆ ਨਿੰਦਿਆ ਦੀ ਗੰਦਗੀ ਮੇਰੇ ਅੰਦਰ ਨਾ ਪਾ, ਕਿਉਂਕਿ ਮੇਰੇ ਅੰਦਰ ਮੇਰਾ ਪ੍ਰਭੂ ਹੈ। ਔਰ ਪ੍ਰਭੂ ਜਿੱਥੇ ਹੁੰਦਾ ਹੈ ਉਹ ਜਗ੍ਹਾ ਪਵਿੱਤਰ ਹੁੰਦੀ, ਉੱਥੇ ਗੰਦਗੀ ਨਹੀਂ ਛੱਡੀ ਜਾਂਦੀ। ਤੁਸੀਂ ਘਰ ਦੇ ਵਿੱਚ ਇੱਕ ਪੂਜਾ ਰੂਮ ਬਣਾਉਂਦੇ ਹੋ, ਘਰ ਦੇ ਵਿੱਚ ਇੱਕ ਪੂਜਾ ਰੂਮ ਬਣਾਉਂਦੇ ਹੋ, ਉਹਨੂੰ ਕਿੰਨਾ ਸਾਫ਼ ਰੱਖਦੇ ਹੋ ਕਿ ਇਹ ਬਈ ਪੂਜਾ ਰੂਮ ਹੈ, ਇੱਥੇ ਮੈਂ ਆਪਣੇ ਗੁਰੂਆਂ ਦੀ ਤਸਵੀਰ ਲਾਈ ਹੋਈ ਹੈ, ਇੱਥੇ ਮੈਂ ਬਹਿ ਕੇ ਭਜਨ ਬੰਦਗੀ ਕਰਦਾ ਹਾਂ, ਉਹਦੀ ਪਵਿੱਤਰਤਾ ਦਾ ਖਿਆਲ ਰੱਖਦੇ ਹੋ। ਤਾਂ ਇਹ ਸਰੀਰ, ਇਹ ਜੀਵਨ ਦੀ ਪਵਿੱਤਰਤਾ ਦਾ ਖਿਆਲ ਕਿਉਂ ਨਹੀਂ ਰੱਖਦੇ? ਕਿਉਂਕਿ ਪੂਜਾ ਰੂਮ ਤੁਸੀਂ ਬਣਾਇਆ ਹੈ, ਉਹਦੀ ਪਵਿੱਤਰਤਾ ਦਾ ਖਿਆਲ ਹੈ। ਤਾਂ ਇਹ ਤੁਹਾਡਾ ਜੀਵਨ, ਇਹ ਜੀਂਦਾ ਜਾਗਦਾ ਸਰੀਰ ਹੈ, ਪ੍ਰਭੂ ਨੇ ਆਪਣੇ ਹੱਥਾਂ ਨਾਲ ਬਣਾਇਆ ਹੈ, ਇਹਦੀ ਪਵਿੱਤਰਤਾ ਦਾ ਖਿਆਲ ਕਿਉਂ ਨਹੀਂ ਰੱਖਦੇ? ਇਸ ਲਈ ਤਾਂ ਹੀ ਤਾਂ ਪ੍ਰਮਾਤਮਾ ਦੀ ਕਿਰਪਾ ਨਹੀਂ ਹੁੰਦੀ, ਤਾਂ ਹੀ ਤਾਂ ਉਹਦੀਆਂ ਰਹਿਮਤਾਂ ਤੋਂ ਅਸੀਂ ਵਾਂਝੇ ਬੈਠੇ ਹਾਂ। ਕਿਉਂਕਿ ਅੱਜ ਇਨਸਾਨ ਆਵਾਜ਼ਾਂ ਮਾਰਦਾ ਹੈ, ਪ੍ਰਭੂ ਆ ਜਾ, ਹੇ ਭਗਵਾਨ ਆ ਜਾ। ਕਈ ਜਗ੍ਹਾ ਅਸੀਂ ਦੇਖਿਆ ਹੈ ਸ਼੍ਰੀ ਕ੍ਰਿਸ਼ਨ ਨੂੰ ਆਵਾਜ਼ ਮਾਰਨਗੇ, ਹੇ ਕਾਨਾ ਕਲਯੁਗ ਆ ਗਿਆ, ਕਲਯੁਗ ਆ ਜਾ, ਆ ਜਾ ਕਾਨਾ ਆ ਜਾ। ਅਸੀਂ ਕਹਿੰਦੇ ਭਾਈ ਨਾ ਬੁਲਾਓ, ਨਾ ਬੁਲਾਓ। ਕਾਰਨ ਕੀ ਹੈ? ਕਾਰਨ ਕੀ ਹੈ ਕਿ ਜਦੋਂ ਉਦੋਂ ਦੁਆਪਰ 'ਚ ਕ੍ਰਿਸ਼ਨ ਆਏ ਸੀ ਤਾਂ ਉਹਨਾਂ ਨੇ ਸਾਥ ਕਿਹਨਾਂ ਦਿੱਤਾ ਸੀ? ਪਾਂਡਵਾਂ ਦਾ। ਪਾਂਡਵਾਂ ਦਾ ਸਾਥ ਕਿਉਂ ਦਿੱਤਾ ਸੀ? ਕਿਉਂਕਿ ਉਹ ਸੱਚ ਦੇ ਮਾਰਗ ਤੇ ਸੀ, ਉਹ ਸੱਚ ਦੇ ਮਾਰਗ ਤੇ ਸੀ। ਔਰ ਕੌਰਵਾਂ ਦਾ ਨਾਸ਼ ਕੀਤਾ ਕਿਉਂਕਿ ਉਹ ਝੂਠ, ਕ੍ਰੋਧ, ਪਾਪ ਦੇ ਨਾਲ ਭਰੇ ਹੋਏ ਸੀ। ਔਰ ਅੱਜ ਤੁਸੀਂ ਬੁਲਾਉਂਦੇ ਹੋ ਭਗਵਾਨ ਆ ਜਾ, ਭਗਵਾਨ ਆ ਜਾ, ਤਾਂ ਜੇ ਭਗਵਾਨ ਆ ਗਿਆ ਤਾਂ ਉਹਨਾਂ ਆ ਕੇ ਆਪ ਕਨਫਿਊਜ਼ ਹੋ ਜਾਣਾ, ਮੈਂ ਸਾਥ ਕਿਹਦਾ ਦੇਵਾਂ? ਇੱਥੇ ਹਰ ਇੱਕ ਦੇ ਅੰਦਰ ਤਾਂ ਪਾਪ ਹੈ, ਹਰੇਕ ਦੇ ਅੰਦਰ ਤਾਂ ਝੂਠ ਭਰਿਆ ਹੋਇਆ ਹੈ, ਸਾਥ ਮੈਂ ਕਿਹਦਾ ਦੇਵਾਂ? ਨਹੀਂ ਤਾਂ ਜ਼ਰਾ ਪੁੱਛ ਕੇ ਦੇਖੋ ਆਪਣੇ ਆਪ ਨੂੰ ਕਿ ਦਿਨ 'ਚ ਤੁਸੀਂ ਕਿੰਨੀ ਵਾਰ ਝੂਠ ਬੋਲਦੇ ਹੋ, ਕਿੰਨਾ ਬੁਰਾ ਦੇਖਦੇ ਹੋ, ਕਿੰਨੀ ਵਾਰ ਕ੍ਰੋਧ ਕਰਦੇ ਹੋ, ਕਿੰਨੀ ਵਾਰ ਦੂਜੇ ਨਾਲ ਨਫ਼ਰਤ ਨਾਲ ਭਰ ਕੇ ਕਰਮ ਕਰਦੇ ਹੋ। ਤਾਂ ਜ਼ਰਾ ਸੋਚੋ ਕਿ ਪ੍ਰਮਾਤਮਾ ਫਿਰ ਸਾਥ ਕਿਹਦਾ ਦੇਗਾ? ਕਿਉਂਕਿ ਉਹਨਾਂ ਦੇਖਣਾ ਕਿ ਉਸ ਵੇਲੇ ਤਾਂ ਦੋ ਪੱਖ ਸੀ, ਪਾਂਡਵਾਂ ਦਾ, ਕੌਰਵਾਂ ਦਾ, ਇਸ ਲਈ ਮੈਂ ਪਾਂਡਵਾਂ ਦਾ ਸਾਥ ਦਿੱਤਾ। ਪਰ ਅੱਜ ਤਾਂ ਸਾਰੇ ਪਾਸੇ ਕੌਰਵ ਹੀ ਕੌਰਵ ਹੈ, ਸਾਥ ਮੈਂ ਦੇਵਾਂ ਤਾਂ ਕਿਹਦਾ ਦੇਵਾਂ? ਇਸ ਲਈ ਪ੍ਰਮਾਤਮਾ ਵੀ ਕਿਉਂ ਨਹੀਂ ਆਂਦਾ? ਕਿਉਂਕਿ ਆਉਣ ਤੋਂ ਪਹਿਲਾਂ ਉਹ ਵੀ ਦੇਖਦਾ ਹੈ ਕੋਈ ਐਸਾ ਘਰ ਤਾਂ ਮਿਲੇ ਜਿੱਥੇ ਮੈਂ ਜਾ ਕੇ ਬੈਠਾਂ, ਜੋ ਮੇਰੇ ਲਾਇਕ ਹੋਵੇ, ਜੋ ਮੇਰੇ ਲਾਇਕ ਹੋਵੇ। ਕਿਉਂਕਿ ਤੁਸੀਂ ਵੀ ਕਿਸੇ ਜਗ੍ਹਾ ਬੈਠਣਾ ਹੋਵੇ ਤਾਂ ਤੁਸੀਂ ਵੀ ਜਗ੍ਹਾ ਦੀ ਪਵਿੱਤਰਤਾ ਦੇਖਦੇ ਹੋ, ਜਗ੍ਹਾ ਦੀ ਸਫਾਈ ਦੇਖਦੇ ਹੋ। ਕੁਰਸੀ ਮੈਲੀ ਹੋਵੇ, ਜਗ੍ਹਾ ਮੈਲੀ ਹੋਵੇ, ਤਾਂ ਤੁਸੀਂ ਉੱਥੇ ਬੈਠਣਾ ਪਸੰਦ ਨਹੀਂ ਕਰਦੇ ਕਿ ਗੰਦੀ ਜਗ੍ਹਾ ਮੈਂ ਬੈਠਾਂ। ਤਾਂ ਜ਼ਰਾ ਸੋਚੋ, ਇਹ ਸਾਡਾ ਪਾਪਾਂ ਨਾਲ, ਬੁਰਾਈਆਂ ਨਾਲ ਭਰਿਆ ਹੋਇਆ ਹਿਰਦਾ, ਇਹ ਮਨ, ਅਸੀਂ ਉਹਨੂੰ ਆਵਾਜ਼ਾਂ ਮਾਰਦੇ ਆ ਜਾ, ਉਹ ਆ ਤਾਂ ਜਾਵੇ, ਪਰ ਉਹ ਦੇਖਦਾ ਬੈਠਾਂਗਾ ਕਿੱਥੇ ਮੈਂ?
ਅੰਦਰ ਤਾਂ ਇਹਦੇ ਵਿਕਾਰ ਹੀ ਵਿਕਾਰ ਹੈ, ਵਿਸ਼ੇ ਹੀ ਵਿਸ਼ੇ ਹੈ, ਬੁਰਾਈ ਬੁਰਾਈ ਹੈ। ਬੈਠਣਾ ਕਿੱਥੇ ਹੈ ਮੈਂ? ਇਸ ਲਈ ਜੇ ਅਸੀਂ ਚਾਹੁੰਦੇ ਹਾਂ ਪਰਮਾਤਮਾ ਆਵੇ ਤਾਂ ਉਹਦਾ ਤਾਂ ਆਣਾ ਹੀ ਹੈ, ਉਹ ਤਾਂ ਆਉਣ ਨੂੰ ਤਿਆਰ ਹੀ ਹੈ, ਪਰ ਉਹਦੇ ਆਉਣ ਤੋਂ ਪਹਿਲਾਂ ਉਹਨਾਂ ਇਹ ਦੇਖਣਾ ਹੈ ਕਿ ਜਿੱਥੇ ਮੈਂ ਜਾਣਾ ਉਹਦੀ ਤਿਆਰੀ ਵੀ ਹੈ ਜਾਂ ਨਹੀਂ। ਇਸ ਲਈ ਤੁਹਾਨੂੰ ਤਿਆਰੀ ਕਰਨ ਦੀ ਜ਼ਰੂਰਤ ਹੈ। ਆਪਣੇ ਹਿਰਦੇ ਚੋਂ ਨਫ਼ਰਤ ਨੂੰ ਕੱਢ ਦਿਓ, ਵੈਰ ਵਿਰੋਧਤਾ ਨੂੰ ਕੱਢ ਦਿਓ, ਊਚ ਨੀਚ ਜਾਤ ਪਾਤ ਦੇ ਭੇਦਭਾਵ ਕੱਢ ਦਿਓ, ਧਰਮਾਂ ਜਾਤਾਂ ਦੇ ਭੇਦਭਾਵ ਖਤਮ ਕਰ ਦਿਓ। ਆਪਣੇ ਹਿਰਦੇ ਨੂੰ ਇੱਕ ਵਾਰ ਪ੍ਰੇਮ ਦੇ ਨਾਲ ਸਜਾ ਕੇ ਦੇਖੋ, ਵਿਸ਼ਵਾਸ ਨਾਲ ਸਜਾ ਕੇ ਤਾਂ ਦੇਖੋ, ਫਿਰ ਦੇਖੋ ਪਰਮਾਤਮਾ ਕਿੱਦਾਂ ਆ ਕੇ ਤੁਹਾਡੇ ਦੁਆਰ ਤੇ ਖੜਦਾ ਹੈ। ਕਿਉਂਕਿ ਫਿਰ ਉਹਨੂੰ ਜਗ੍ਹਾ ਮਿਲ ਜਾਏਗੀ, ਅਸਥਾਨ ਮਿਲ ਜਾਏਗਾ। ਹੁਣ ਤੁਸੀਂ ਵੀ ਕਿਤੇ ਜਾਣਾ ਹੋਵੇ ਤਾਂ ਤੁਹਾਨੂੰ ਪਹਿਲਾਂ ਪਤਾ ਹੁੰਦਾ ਕਿ ਮੈਂ ਜਾਣਾ ਕਿੱਥੇ ਹੈ ਔਰ ਅੱਗੇ ਮੇਰੇ ਲਾਇਕ ਜਗ੍ਹਾ ਹੈ ਵੀ ਜਾਂ ਨਹੀਂ। ਬੋਲੋ ਸਮਝਦੇ ਹੋ ਕਿ ਨਹੀਂ? ਕਿਉਂਕਿ ਕਿਤੇ ਫਰਜ਼ ਕਰੋ ਬਰਾਤ ਕਿਤੇ ਜਾਂਦੀ ਹੈ ਤਾਂ ਘਰੋਂ ਕਦੋਂ ਬਰਾਤ ਤੁਰਦੀ ਹੈ? ਜਦੋਂ ਪਤਾ ਹੈ ਕਿ ਜਿੱਥੇ ਜਾਣਾ ਅੱਗੇ ਤਿਆਰੀ ਹੈ, ਸਾਡਾ ਸਵਾਗਤ ਹੋਣਾ ਹੈ। ਹੁਣ ਕਦੀ ਇਦਾਂ ਥੋੜੀ ਹੋਇਆ ਕਿ ਲੜਕੇ ਨਾਲ ਸਿਹਰਾ ਬੰਨ ਲਿਆ, ਬਰਾਤੀ ਭੰਗੜਾ ਪਾਉਣ ਲੱਗ ਪਏ, ਤੁਰ ਪਈ ਬਰਾਤ, ਤਾਂ ਕੋਈ ਪੁੱਛੇ ਕਿੱਥੇ ਚੱਲੇ? ਸਾਨੂੰ ਤਾਂ ਪਤਾ ਹੀ ਨਹੀਂ, ਪਿੰਡ ਦਾ ਤਾਂ ਪਤਾ ਹੀ ਨਹੀਂ, ਬਸ ਜਾ ਰਹੇ ਆ। ਅਗਲਾ ਕਹਿਣਾ ਮੂਰਖ ਹੋ ਤੁਸੀਂ, ਇੰਨੀ ਧਾਮ ਝਾਮ ਕਰਦੇ, ਢੋਲਕ ਵਜਾਉਂਦੇ, ਬਾਜੇ ਵਜਾਉਂਦੇ, ਜਾ ਤਾਂ ਰਹੇ ਹੋ, ਪਤਾ ਹੈ ਨਹੀਂ ਜਾਣਾ ਕਿਹੜੇ ਪਿੰਡ ਹੈ, ਜਾਣਾ ਕਿਹੜੇ ਘਰ ਹੈ, ਤਾਂ ਕਾਹਦੀ ਬਰਾਤ ਇਹ? ਫਿਰ ਤਾਂ ਮੂਰਖ ਹੋ ਤੁਸੀਂ। ਬੋਲ ਹੁੰਦਾ ਕਿ ਨਹੀਂ? ਤਾਂ ਹੁਣ ਜਰਾ ਸੋਚੋ, ਜਦੋਂ ਪਰਮਾਤਮਾ ਆਏਗਾ ਖੁਸ਼ੀਆਂ ਦਾ ਤਾਮਝਾਮ ਲੈ ਕੇ, ਆਨੰਦ ਦਾ ਤਾਮਝਾਮ ਲੈ ਕੇ, ਰੌਣਕ ਮੇਲਾ ਲੈ ਕੇ, ਕਿਉਂਕਿ ਜਿੱਥੇ ਪਰਮਾਤਮਾ ਨੇ ਜਾਣਾ ਰੌਣਕਾਂ ਤਾਂ ਲੱਗਣੀਆਂ ਹੀ ਹੈ। ਹੁਣ ਉਹ ਆ ਰਿਹਾ ਹੈ ਤਾਮਝਾਮ ਲੈ ਕੇ, ਖੁਸ਼ੀਆਂ ਦੇ ਨਗਾਰੇ ਵੱਜ ਰਹੇ ਹੈ। ਨਗਾਰੇ ਦਾ ਮਤਲਬ ਇਹ ਨਹੀਂ ਬਾਹਰਲੇ ਨਗਾਰੇ, ਅੰਦਰ ਖੁਸ਼ੀਆਂ ਦੇ ਨਗਾਰੇ, ਅੰਦਰ ਖੁਸ਼ੀਆਂ ਦੇ ਬਾਜੇ ਵੱਜ ਰਹੇ ਹੈ। ਤਾਂ ਕੋਈ ਪੁੱਛੇ ਪ੍ਰਭੂ ਚੱਲਾ ਕਿੱਥੇ ਆ? ਯਾਰ ਮੈਨੂੰ ਪਤਾ ਹੀ ਨਹੀਂ ਜਾਣਾ ਕਿੱਥੇ ਹੈ। ਫਿਰ ਪ੍ਰਭੂ ਆਪਣੇ ਘਰ ਹੀ ਬੈਠੋ, ਜਦ ਪਤਾ ਹੀ ਨਹੀਂ ਤਾਂ ਤੁਰੇ ਕਿੱਥੇ ਨੂੰ ਹੋ? ਇਸ ਲਈ ਪਰਮਾਤਮਾ ਵੀ ਆਉਣ ਨੂੰ ਤਿਆਰ ਹੈ, ਪਰ ਕੋਈ ਨਜ਼ਰ ਤਾਂ ਆਵੇ ਕਿ ਮੈਂ ਕਿਹਦੇ ਦਿਲ 'ਚ ਜਾ ਕੇ ਬੈਠਾਂ, ਕਿਹਦੇ ਦਿਲ 'ਚ ਜਾ ਕੇ ਮੈਂ ਵਾਸ ਕਰਾਂ। ਕਿਉਂਕਿ ਸਾਰੇ ਦਿਲ ਤਾਂ ਬੁਰਾਈ ਨਾਲ ਭਰੇ ਹੋਏ ਆ, ਮੇਰੇ ਬੈਠਣ ਨੂੰ ਜਗ੍ਹਾ ਹੀ ਹੈ ਨਹੀਂ। ਇਸ ਲਈ ਬਰਾਤ ਦੀ ਗੱਲ ਤੋਂ ਸਾਨੂੰ ਇੱਕ ਹੋਰ ਟੌਪਿਕ ਯਾਦ ਆ ਗਿਆ। ਇਹ ਵੀ ਸਮਝ ਲਈਏ ਕਿ ਇਨਸਾਨ ਦੇ ਜੀਵਨ 'ਚ ਇੱਕ ਗੱਲ ਦਾ ਹਮੇਸ਼ਾ ਖਿਆਲ ਰੱਖਣਾ ਸਾਨੂੰ ਚਾਹੀਦਾ ਕਿ ਜੀਵਨ 'ਚ ਗੁਰੂ ਦੀ ਬੜੀ ਜ਼ਰੂਰਤ ਹੈ। ਗੁਰੂ ਦਾ ਮਤਲਬ ਉਹ ਜੋ ਸਾਨੂੰ ਸਲਾਹ ਦੇ ਸਕੇ, ਜੋ ਸਾਨੂੰ ਸਮਝਾ ਸਕੇ। ਜਿੱਦਾਂ ਇੱਥੇ ਨੱਥੂ ਲਾਲ ਦੀ ਗੱਲ ਇੱਕ ਯਾਦ ਆ ਗਈ ਸਾਨੂੰ ਕਿ ਨੱਥੂ ਲਾਲ ਇੱਕ ਲੜਕੀ ਨਾਲ ਪਿਆਰ ਕਰਦਾ ਸੀ, ਪਰ ਲੜਕੀ ਦਾ ਬਾਪ ਮੰਨਦਾ ਨਹੀਂ ਸੀ। ਕਿਸੇ ਤਰ੍ਹਾਂ ਰਿਸ਼ਤੇਦਾਰਾਂ ਨੇ ਪ੍ਰੈਸ਼ਰ ਪਾਇਆ, ਦਬਾਅ ਪਾਇਆ ਤਾਂ ਲੜਕੀ ਦਾ ਬਾਪ ਦਬਾਅ 'ਚ ਆ ਕੇ ਰਾਜੀ ਹੋ ਗਿਆ, ਵਿਆਹ ਦਾ ਦਿਨ ਵੀ ਰੱਖ ਲਿਆ। ਪਰ ਲੜਕੀ ਦੇ ਬਾਪ ਨੇ ਇੱਕ ਸ਼ਰਤ ਰੱਖੀ ਕਿ ਵਿਆਹ 'ਚ ਕੋਈ ਬਜ਼ੁਰਗ ਨਹੀਂ ਆਉਣਾ ਚਾਹੀਦਾ, ਕੋਈ ਬੁੜਾ ਨਹੀਂ ਆਉਣਾ ਚਾਹੀਦਾ, ਸਾਰੇ ਨੌਜਵਾਨ ਹੋਣੇ ਚਾਹੀਦੇ ਆ, ਫਿਰ ਕੁੜੀ ਤੋਰਨੀ ਹੈ, ਨਹੀਂ ਤਾਂ ਮੈਂ ਕੁੜੀ ਨਹੀਂ ਤੋਰਨੀ। ਸ਼ਰਤ ਰੱਖ ਦਿੱਤੀ ਨੱਥੂ ਲਾਲ ਦੇ ਸਹੁਰੇ ਨੇ, ਹੋਣ ਵਾਲੇ ਸਹੁਰੇ ਨੇ। ਹੁਣ ਇਹ ਗੱਲ ਜਦੋਂ ਨੱਥੂ ਲਾਲ ਤੱਕ ਪਹੁੰਚੀ, ਨੱਥੂ ਲਾਲ ਕਹਿੰਦਾ ਮੈਨੂੰ ਤਾਂ ਕੁੜੀ ਨਾਲ ਪਿਆਰ ਹੈ, ਕੁੜੀ ਚਾਹੀਦੀ, ਬੁੜਿਆਂ ਨੂੰ ਲੈ ਕੇ ਮੈਂ ਕੀ ਕਰਨਾ? ਛੱਡੋ ਬਜ਼ੁਰਗਾਂ ਨੂੰ, ਰਹਿਣ ਦਿਓ ਇਹਨਾਂ ਨੂੰ ਇੱਥੇ। ਸਾਰੇ ਨੌਜਵਾਨ ਸੱਜਣ ਮਿੱਤਰ ਦੋਸਤ ਇਕੱਠੇ ਕਰ ਲਏ, 20-22 ਸਾਲ ਦੇ, 30 ਸਾਲ ਤੋਂ ਥੱਲੇ ਸਾਰੇ ਨੌਜਵਾਨ ਇਕੱਠੇ ਕਰ ਲਏ। ਚਲੋ ਯਾਰ, ਹੁਣ ਜਦੋਂ ਬਰਾਤ ਤੁਰਨ ਲੱਗੀ ਤਾਂ ਨੱਥੂ ਲਾਲ ਦਾ ਨਾਨਾ ਉਹ ਅੜ ਗਿਆ, ਮੈਂ ਤਾਂ ਜਾਣਾ ਹੀ ਜਾਣਾ ਹੈ। ਨੱਥੂ ਲਾਲ ਕਹਿੰਦਾ ਉਹ ਨਾਨਾ ਜੀ, ਮਸੀ ਕੁੜੀ ਦਾ ਪੇ ਮੰਨਿਆ ਆ, ਜੇ ਪਤਾ ਲੱਗ ਗਿਆ ਤੁਸੀਂ ਨਾਲ ਹੋ ਤਾਂ ਉਹਨਾਂ ਕੁੜੀ ਨਹੀਂ ਤੋਰਨੀ, ਔਰ ਮੈਂ ਉਹਨੂੰ ਬਹੁਤ ਪਿਆਰ ਕਰਦਾ, ਅਗਰ ਮੇਰੀ ਸ਼ਾਦੀ ਉਹਦੇ ਨਾਲ ਨਾ ਹੋਈ ਤਾਂ ਮੈਂ ਤਾਂ ਮਰ ਜਾਣਾ ਹੈ। ਸੋ ਐਵੇਂ ਜਿੱਦ ਕਰਕੇ ਤੁਸੀਂ ਮੇਰੀ ਸ਼ਾਦੀ ਨਾ ਤੜਾ ਦਿਓ, ਇੱਥੇ ਹੀ ਰਹੋ ਤੁਸੀਂ। ਨਾਨਾ ਕਹਿੰਦਾ ਨਹੀਂ, ਤੇਰੀ ਸ਼ਾਦੀ ਹੋਵੇ ਨਾ ਹੋਵੇ ਮੈਂ ਤਾਂ ਜਾਣਾ ਹੀ ਹੈ। ਕਿਉਂਕਿ ਐਸੇ ਰਿਸ਼ਤੇਦਾਰ ਵੀ ਹੁੰਦੇ ਆ ਜਿਨ੍ਹਾਂ ਨੇ ਆਪਣੀ ਆਕੜ, ਆਪਣੀ ਜਿੱਦ ਪੁਗਾਣੀ ਹੁੰਦੀ ਹੈ। ਤੁਹਾਡਾ ਕੰਮ ਹੋਵੇ ਨਾ ਹੋਵੇ, ਸਾਡਾ ਕੰਮ ਹੋਣਾ ਚਾਹੀਦਾ, ਸਾਨੂੰ ਮਿਲਣੀ ਚਾਹੀਦੀ ਹੈ, ਸਾਨੂੰ ਸੂਟ ਚਾਹੀਦਾ ਹੀ ਹੈ, ਸਾਨੂੰ ਅੰਗੂਠੀ ਚਾਹੀਦੀ ਹੈ ਸੋਨੇ ਦੀ, ਤੁਹਾਡੀ ਸ਼ਾਦੀ ਹੋਵੇ ਨਾ ਹੋਵੇ। ਕਈ ਅੜ ਜਾਂਦੇ ਆ ਵਿਚਾਰੇ। ਹੁਣ ਇਸੇ ਤਰ੍ਹਾਂ ਨਾਨਾ ਵੀ ਅੜ ਗਿਆ, ਔਰ ਹੈਗਾ ਵੀ ਨਾਨਾ ਨਾ ਜਿਹੜਾ ਗੱਲ ਮੰਨਣੀ ਨਹੀਂ, ਨਾ ਤੋਂ ਹੀ ਪਤਾ ਲੱਗਦਾ ਨਾ ਭਾਈ ਤੁਸੀਂ ਜੋ ਮਰਜ਼ੀ ਕਹੀ ਜਾਓ, ਮੇਰੇ ਵੱਲੋਂ ਨਾ ਹੀ ਹੈ, ਮੈਂ ਤਾਂ ਆਪਣੀ ਮਨ ਮਰਜ਼ੀ ਕਰਨੀ। ਹੁਣ ਨੱਥੂ ਲਾਲ ਕਹਿੰਦਾ ਯਾਰ ਨਾਨਾ ਵੀ ਸਿਆਣਾ ਆ, ਉਹਨਾਂ ਨੂੰ ਪਤਾ ਲੱਗ ਗਿਆ ਤਾਂ ਉਹਨਾਂ ਨੇ ਕੁੜੀ ਨਹੀਂ ਤੋਰਨੀ, ਇਹਨੂੰ ਨਾ ਲੈ ਕੇ ਗਏ ਤਾਂ ਨਾਨੇ ਨੇ ਸਾਰੀ ਜ਼ਿੰਦਗੀ ਮੇਰੇ ਮੱਥੇ ਮਿਹਣੇ ਮਾਰੀ ਜਾਣੇ। ਇਸ ਕਰਕੇ ਇਦਾਂ ਕਰੋ, ਇਹਨੂੰ ਬੋਰੀ 'ਚ ਪਾ ਕੇ ਲੈ ਜਾਓ, ਯਾਨੀ ਲੁਕੋ ਕੇ ਲੈ ਜਾਓ, ਪਤਾ ਹੀ ਨਾ ਲੱਗੇ ਕਿਸੇ ਨੂੰ। ਨਾਨਾ ਜੀ ਕਿੱਦਾਂ? ਨਾਨਾ ਕਹਿੰਦਾ ਜਾਣਾ ਹੈ ਚਾਹੇ ਬੋਰੀ 'ਚ ਪਾ ਕੇ ਲੈ ਜਾਓ, ਜੇ ਤਾਂ ਪੂਰੀ ਕਰਨੀ ਮੈਂ ਜਾਣਾ ਆ। ਕਹਿੰਦੇ ਪਾਓ ਵੀ ਸਾਫ਼ ਜਿਹੀ ਬੋਰੀ ਮੰਗਾਈ, ਉਹਨੂੰ ਥੋੜੇ ਛੇਦ ਕਰ ਦਿੱਤੇ ਕਿ ਨਾਨੇ ਨੂੰ ਸਾਹ ਲੈਣ 'ਚ ਤਕਲੀਫ ਨਾ ਹੋਵੇ। ਤਾਂ ਪਿੱਛੇ ਬੈਲ ਗਾੜੀ 'ਚ ਨਾਨੇ ਨੂੰ ਰੱਖ ਲਿਆ ਬੋਰੀ ਨੂੰ, ਕਿ ਦੇਖਣ ਵਾਲੇ ਨੂੰ ਲੱਗੇ ਕਿਉਂਕਿ ਸਮਾਨ ਰੱਖਿਆ ਹੋਇਆ ਹੈ।
ਹੁਣ ਜਦੋਂ ਬਰਾਤ ਭੰਗੜੇ ਪਾਉਂਦੀ ਪਹੁੰਚੀ ਕੁੜੀ ਵਾਲਿਆਂ ਦੇ ਪਿੰਡ, ਅੱਗੇ ਕੁੜੀ ਵਾਲੇ ਸਵਾਗਤ ਕਰਨ ਵਾਸਤੇ ਤਾਂ ਮਿਲਣੀ ਨੂੰ ਤਿਆਰ ਹੁੰਦੇ ਆ। ਜਦੋਂ ਸਾਹਮਣੇ ਪਹੁੰਚੇ ਤਾਂ ਕੁੜੀ ਦਾ ਬਾਪ ਅੱਗੇ ਆਇਆ ਤਾਂ ਦੇਖਿਆ ਉਹਨਾਂ, ਕੋਈ ਬੁੜਾ ਤਾਂ ਨਹੀਂ? ਕਹਿੰਦੇ ਨਹੀਂ ਜੀ, ਤੁਹਾਡੇ ਸਾਹਮਣੇ ਸਾਰੇ ਨੌਜਵਾਨ ਹੈ। ਉਹ ਕਹਿੰਦਾ ਠੀਕ ਹੈ, ਫਿਰ ਹੁਣ ਠੀਕ ਹੈ, ਅਸੀਂ ਮਿਲਣੀ ਕਰਨ ਨੂੰ ਤਿਆਰ ਹਾਂ, ਪਰ ਮਿਲਣੀ ਤੋਂ ਪਹਿਲਾਂ ਸਾਡੀ ਇੱਕ ਸ਼ਰਤ ਹੈ। ਸਾਡੀ ਇੱਕ ਸ਼ਰਤ ਹੈ। ਉਹ ਕਹਿੰਦੇ ਜੀ ਕੀ ਸ਼ਰਤ ਹੈ? ਉਹ ਕਹਿੰਦਾ ਮੇਰੇ ਘਰ ਦੇ ਪਿੱਛੇ ਨਦੀ ਵਗਦੀ ਹੈ। ਉਹ ਕਹਿੰਦੇ ਜੀ ਹਾਂ ਵਗਦੀ ਹੈ ਨਦੀ। ਉਹ ਕਹਿੰਦਾ ਫਿਰ ਸ਼ਰਤ ਇਹ ਹੈ ਕਿ ਇੱਥੇ ਪਾਣੀ ਦੀ ਜਗ੍ਹਾ ਦੁੱਧ ਵਗਣਾ ਚਾਹੀਦਾ ਹੈ, ਫਿਰ ਕੁੜੀ ਤੋਰਨੀ ਹੈ, ਫਿਰ ਮਿਲਣੀ ਕਰਨੀ ਹੈ। ਪਾਣੀ ਦੀ ਜਗ੍ਹਾ ਦੁੱਧ ਵਗਣਾ ਚਾਹੀਦਾ, ਫਿਰ ਮਿਲਣੀ ਕਰਨੀ ਹੈ, ਬਾਕੀ ਦੀ ਗੱਲ ਬਾਅਦ 'ਚ, ਹੁਣ ਤੁਸੀਂ ਬੈਠ ਕੇ ਵਿਚਾਰ ਕਰ ਲਓ। ਕਹਿ ਕੇ ਅੰਦਰ ਚਲਾ ਗਿਆ। ਉਹ ਨੱਥੂ ਲਾਲ ਤਾਂ ਉਹਦੇ ਦੋਸਤ ਨੌਜਵਾਨ ਸੋਚ 'ਚ ਪੈ ਗਏ, ਇੰਨਾ ਦੁੱਧ ਕਿੱਥੋਂ ਲਿਆਵਾਂਗੇ? ਪਾਣੀ ਦੀ ਜਗ੍ਹਾ ਦੁੱਧ ਵਗਣਾ ਚਾਹੀਦਾ, ਇੰਨਾ ਦੁੱਧ ਲਿਆਵਾਂਗੇ ਕਿੱਥੋਂ? ਕਿੱਦਾਂ ਵਗੇਗਾ? ਨਾ ਮੁਮਕਿਨ ਹੈ। ਖੜਾ ਹੋਵੇ, ਤਲਾਬ ਹੋਵੇ ਤਾਂ ਸੋਚ ਸਕਦੇ ਆ ਕਿ ਇਹਨੂੰ ਕੱਢ ਕੇ ਦੁੱਧ ਨਾ ਭਰ ਦਈਏ, ਪਰ ਇਹ ਤਾਂ ਵਗ ਰਹੀ ਹੈ ਨਦੀ, ਕਿੱਦਾਂ ਪਾਣੀ ਨੂੰ ਕੱਢ ਕੇ ਦੁੱਧ ਪਾਵਾਂਗੇ? ਇਹ ਬਾਪ ਬੜਾ ਚਲਾਕ ਹੈ ਕੁੜੀ ਦਾ, ਇਹਨਾਂ ਵਿਆਹ ਨਹੀਂ ਹੋਣ ਦੇਣਾ। ਕਹਿੰਦੇ ਉੱਥੇ ਬਰਾਤ ਆਈ ਸੀ, ਖੁਸ਼ੀ ਦੇ ਬਾਜੇ ਵਜਾਉਂਦੇ, ਪਰ ਤੁਰ ਪਈ ਪੀ ਪੀ ਕਰਦੀ, ਜਾਨੀ ਜਿਹਦਾ ਟੁੱਟੇ ਦਿਲ ਨਾਲ, ਕਿ ਜਬ ਦਿਲ ਹੀ ਟੂਟ ਗਿਆ, ਇਦਾਂ ਦੇ ਗਾਇਕ ਗਾਉਂਦੇ ਵਾਪਸ ਤੁਰ ਪਏ। ਜਦੋਂ ਵਾਪਸ ਤੁਰੇ, ਨਾਨੇ ਨੇ ਦੇਖਿਆ ਗੱਡੀ ਮੋੜੀ ਗਈ। ਨਾਨਾ ਕਹਿੰਦਾ ਕਮਾਲ ਦੀ ਗੱਲ ਹੈ, ਆਹ ਕੀ ਹੋ ਗਿਆ? ਪਹਿਲਾਂ ਖੁਸ਼ੀਆਂ ਦੇ ਭੰਗੜੇ ਸੀ, ਆਹ ਦਿਲ ਹੀ ਟੂਟ ਗਿਆ, ਇਹ ਕਿਹੜਾ ਰਾਗ ਚੱਲ ਪਿਆ? ਨਾਨਾ ਹਿੱਲਣ ਲੱਗਾ ਬੋਰੀ 'ਚ, ਕੱਢੋ ਮੈਨੂੰ ਬਾਹਰ, ਕੱਢੋ। ਉਹ ਨੱਥੂ ਲਾਲ ਕਹਿੰਦਾ ਨਾਨਾ ਚੁੱਪ ਕਰ, ਪਹਿਲੀ ਇੱਥੇ ਆਫਤ ਪਈ ਹੋਈ ਹੈ, ਕੁੜੀ ਨੂੰ ਪਹਿਲੇ ਨਹੀਂ ਤੋੜਦੇ, ਜੇ ਪਤਾ ਲੱਗ ਗਿਆ ਤੂੰ ਆਇਆ ਤਾਂ ਹੋਰ ਆਫਤ ਪੈ ਜਾਣੀ ਹੈ, ਕੱਢੋ ਬਾਹਰ ਹੁਣ ਇਹਨੂੰ, ਕਿਉਂਕਿ ਹੁਣ ਤਾਂ ਵਿਆਹ ਹੋਣਾ ਹੀ ਨਹੀਂ। ਕਹਿੰਦੇ ਖੋਲੀ ਗੱਠ ਬੋਰੀ ਦੀ, ਨਾਨਾ ਬਾਹਰ ਆਇਓ। ਕਹਿੰਦਾ ਕੀ ਗੱਲ ਹੋਈ? ਕਹਿੰਦਾ ਹੋਣਾ ਕੀ ਹੈ ਨਾਨਾ, ਵਿਆਹ ਕੈਂਸਲ ਹੋ ਗਿਆ। ਉਹ ਨਾਨਾ ਕਹਿੰਦਾ ਕੈਂਸਲ ਹੋ ਗਿਆ ਕਿੱਦਾਂ? ਕਿਹੜੀ ਗੱਲੋਂ ਕੈਂਸਲ ਹੋ ਗਿਆ? ਉਹ ਕਹਿੰਦਾ ਕੁੜੀ ਦੇ ਬਾਪ ਨੇ ਸ਼ਰਤ ਇਦਾਂ ਦੀ ਰੱਖੀ, ਵਿਆਹ ਕੈਂਸਲ। ਨਾਨਾ ਕਹਿੰਦਾ ਪਤਾ ਤਾਂ ਲੱਗੇ ਮੈਨੂੰ, ਕੈਂਸਲ ਕਿਉਂ? ਕਿਹੜੀ ਸ਼ਰਤ ਤੋਂ? ਉਹ ਕਹਿੰਦੇ ਕੁੜੀ ਦੇ ਬਾਪ ਨੇ ਸ਼ਰਤ ਰੱਖੀ ਆ, ਮੇਰੇ ਘਰ ਦੇ ਪਿੱਛੇ ਨਦੀ ਵਗਦੀ ਹੈ ਨਾ, ਇੱਥੇ ਪਾਣੀ ਦੀ ਜਗ੍ਹਾ ਦੁੱਧ ਵਗਣਾ ਚਾਹੀਦਾ ਹੈ, ਤੁਸੀਂ ਪਾਣੀ ਦੀ ਜਗ੍ਹਾ ਇੱਥੇ ਦੁੱਧ ਵਗਾ ਦਿਓ, ਮੈਂ ਆਪਣੀ ਕੁੜੀ ਦੀ ਸ਼ਾਦੀ ਤੇਰੇ ਨਾਲ ਕਰ ਦੂੰ, ਮਿਲਣੀ ਹੋ ਜਾਏਗੀ, ਬਾਕੀਆਂ ਰਸਮਾਂ ਬਾਅਦ ਚੋਂ ਕਰਾਂਗੇ, ਪਹਿਲਾਂ ਆਹ ਕੰਮ ਕਰੋ ਫਿਰ ਮਿਲਣੀ ਹੋਣੀ ਹੈ। ਹੁਣ ਦੱਸੋ ਨਾਨਾ, ਹੁਣ ਇੰਨੀ ਨਦੀ 'ਚ ਪਾਣੀ ਕਿੱਦਾਂ ਦੁੱਧ ਵਗਾਈਏ? ਸੋ ਸ਼ਾਦੀ ਕੈਂਸਲ। ਹੁਣ ਟੁੱਟਾ ਦਿਲ ਲੈ ਕੇ ਵਾਪਸ ਜਾ ਰਹੇ ਹਾਂ। ਉਹ ਨਾਨਾ ਹੱਸਿਆ, ਕਹਿੰਦੇ ਬੱਚੋ ਇਹ ਛੋਟੀ ਛੋਟੀਆਂ ਗੱਲਾਂ ਨਾਲ ਵੀ ਸ਼ਾਦੀ ਟੁੱਟਦੀ ਹੈ, ਇੰਨੀਆਂ ਇੰਨੀਆਂ ਗੱਲਾਂ ਨਾਲ ਵੀ ਸ਼ਾਦੀ ਟੁੱਟਦੀ ਹੈ। ਉਹ ਨੱਥੂ ਲਾਲ ਕਹਿੰਦਾ ਨਾਨਾ ਤੇਰਾ ਦਿਮਾਗ ਠੀਕ ਹੈ, ਇੰਨੀ ਗੱਲ ਹੈ, ਐਡੀ ਵੱਡੀ ਨਦੀ, ਲੱਖਾਂ ਲੀਟਰ ਪਾਣੀ ਹਰ ਵੇਲੇ ਵਗ ਰਿਹਾ ਹੈ, ਹੁਣ ਇਹਦੇ 'ਚ ਦੁੱਧ ਕਿੱਦਾਂ ਪਕਾਵਾਂਗੇ ਅਸੀਂ? ਉਹ ਨਾਨਾ ਕਹਿੰਦਾ ਲੈ ਮਾੜੀਆਂ ਮਾੜੀਆਂ ਗੱਲਾਂ, ਚੰਗਾ ਹੋਇਆ ਮੈਨੂੰ ਸਿਆਣੇ ਨੂੰ ਨਾਲ ਲਿਆਂਦਾ। ਉਹ ਕਹਿੰਦੇ ਫਿਰ ਕੀ ਕਰੀਏ? ਉਹ ਕਹਿੰਦੇ ਜਾ ਕੇ ਕਹਿ ਦੇ ਕੁੜੀ ਦੇ ਪੇ ਨੂੰ, ਕਹਿ ਦੇ ਕੁੜੀ ਦੇ ਪੇ ਨੂੰ ਕਿ ਠੀਕ ਹੈ, ਤੁਸੀਂ ਕਹਿੰਦੇ ਪਾਣੀ ਜਗ੍ਹਾ ਦੁੱਧ ਵਗਣਾ ਚਾਹੀਦਾ ਹੈ, ਕਹਿ ਦੇ ਜਾ ਕੇ ਕਿ ਅਸੀਂ ਦੁੱਧ ਦਾ ਇੰਤਜ਼ਾਮ ਕਰ ਲਿਆ, ਤੁਸੀਂ ਆਪਣਾ ਪਾਣੀ ਕੱਢ ਲਓ। ਕਹਿ ਦੇ ਜਾ ਕੇ ਕੁੜੀ ਦੇ ਪੇ ਨੂੰ, ਤੁਹਾਡੀ ਨਦੀ ਹੈ, ਤੁਸੀਂ ਕਹਿੰਦੇ ਦੁੱਧ ਵਗਣਾ ਚਾਹੀਦਾ ਪਾਣੀ ਦੀ ਜਗ੍ਹਾ, ਅਸੀਂ ਦੁੱਧ ਦਾ ਇੰਤਜ਼ਾਮ ਕਰ ਲਿਆ ਹੈ, ਤੁਸੀਂ ਪਾਣੀ ਨੂੰ ਕੱਢੋ ਬਾਹਰ, ਅਸੀਂ ਦੁੱਧ ਵਗਾ ਦੇਵਾਂਗੇ। ਕਹਿੰਦੇ ਨਾਨੇ ਨੇ ਕਿਹਾ ਉਹਨੂੰ ਵਾਪਸ ਬੋਰੀ 'ਚ ਬਾਲ ਲਓ, ਕਿਉਂਕਿ ਉਹਨਾਂ ਨੂੰ ਸ਼ੱਕ ਹੋ ਜਾਣਾ। ਕਹਿੰਦੇ ਨਾਨੇ ਨੂੰ ਦੁਬਾਰਾ ਗੱਠ ਬੰਨ੍ਹ ਕੇ ਬੋਰੀ 'ਚ ਪਾ ਦਿੱਤਾ ਗਿਆ। ਬਰਾਤ ਦੁਬਾਰਾ ਬਾਜੇ ਵਜਾਉਂਦੀ ਫਿਰ ਖੁਸ਼ੀ ਨਾਲ ਤੁਰ ਪਈ। ਜਿੱਥੇ ਦਿਲ ਹੀ ਟੁੱਟ ਗਿਆ ਸੀ ਉੱਥੇ ਫਿਰ ਭੰਗੜੇ ਪੈਣ ਲੱਗ ਪਏ। ਕੁੜੀ ਦੇ ਪੇ ਨੇ ਦੇਖਿਆ ਇਹ ਫਿਰ ਭੰਗੜੇ ਪਾਉਂਦੇ ਆ ਗਏ, ਕਿਉਂਕਿ ਉਹਨੂੰ ਪੂਰਾ ਯਕੀਨ ਸੀ ਕਿ ਹੁਣ ਇਹ ਵਾਪਸ ਜਾਣਗੇ, ਮੈਨੂੰ ਆਪਣੀ ਕੁੜੀ ਇੱਥੇ ਭੇਜਣੀ ਨਾ ਪਏਗੀ। ਇਹ ਫਿਰ ਵਾਪਸ ਆ ਗਏ, ਕੁੜੀ ਦਾ ਪੇ ਫਿਰ ਆ ਗਿਆ। ਹਾਂ ਦੱਸੋ, ਤੁਹਾਨੂੰ ਤਾਂ ਸ਼ਰਤ ਰੱਖੀ ਸੀ। ਨੱਥੂ ਲਾਲ ਕਹਿੰਦਾ ਅਸੀਂ ਸ਼ਰਤ ਪੂਰੀ ਕਰਨ ਨੂੰ ਤਿਆਰ ਹਾਂ ਜੀ, ਬੜਾ ਵਿਚਾਰ ਕੀਤਾ। ਸੋ ਮਹਾਰਾਜ ਤੁਸੀਂ ਕਹਿੰਦੇ ਪਾਣੀ ਜਗ੍ਹਾ ਦੁੱਧ ਵਗਣਾ ਚਾਹੀਦਾ ਹੈ, ਅਸੀਂ ਤਿਆਰ ਹਾਂ, ਤੁਸੀਂ ਇਹ ਨਦੀ 'ਚੋਂ ਪਾਣੀ ਖਾਲੀ ਕਰੋ, ਅਸੀਂ ਦੁੱਧ ਵਗਾਉਣ ਨੂੰ ਤਿਆਰ, ਦੁੱਧ ਦਾ ਇੰਤਜ਼ਾਮ ਅਸੀਂ ਕਰ ਲਿਆ। ਕੁੜੀ ਦਾ ਬਾਪ ਕਹਿੰਦਾ ਲੱਭੋ ਕਿਤੇ, ਜ਼ਰੂਰ ਕੋਈ ਨਾ ਕੋਈ ਸਿਆਣਾ ਇਹਨਾਂ ਨਾਲ, ਕਿਉਂਕਿ ਨੌਜਵਾਨਾਂ ਜਿੰਨੀ ਅਕਲ ਹੋ ਹੀ ਨਹੀਂ ਸਕਦੀ। ਲੱਭੋ ਕਹਿੰਦੇ ਕੋਈ ਬਜ਼ੁਰਗ ਹੈ, ਕੋਈ ਸਿਆਣਾ ਇਹਨਾਂ ਨਾਲ ਹੈ, ਕੋਈ ਸੂਝਵਾਨ ਹੈ ਇਹਨਾਂ ਨਾਲ, ਕਿਉਂਕਿ ਇਹਨਾਂ ਨੂੰ ਇੰਨੀ ਸਮਝ ਹੋ ਹੀ ਨਹੀਂ ਸਕਦੀ। ਇਹ ਤਾਂ ਤੁਰ ਪਏ ਸੀ ਵਾਪਸ। ਕਹਿੰਦੇ ਕੱਲਾ ਕੱਲਾ ਬਰਾਤੀ ਦੇਖ ਲਿਆ, ਗੱਡੀਆਂ ਫਰੋਲ ਲਈ, ਹੁਣ ਕੀ ਪਤਾ ਬੁੜਾ ਨਾਨਾ ਬੋਰੀ 'ਚ, ਬੋਰੀ ਤੱਕ ਕਿਸ ਨੇ ਕੀ ਪਹੁੰਚਣਾ ਸੀ, ਸਾਰਾ ਦੇਖ ਲਿਆ, ਪਰ ਦੇਖਣ ਵਾਲਾ ਵਾਪਸ ਆਇਆ ਨਹੀਂ। ਮਹਾਰਾਜ ਬਜ਼ੁਰਗ ਤਾਂ ਕੋਈ ਹੈ ਨਹੀਂ, ਇਹ ਤਾਂ ਗੱਡੀਆਂ ਵੀ ਛਾਣ ਮਾਰੀਆਂ, ਬਰਾਤੀ ਵੀ ਕੱਲਾ ਕੱਲਾ ਦੇਖ ਲਿਆ, ਸਾਰੇ ਨੌਜਵਾਨ ਹੀ ਹੈ। ਬਾਪ ਕਹਿੰਦਾ, ਉਹ ਕੁੜੀ ਦਾ ਬਾਪ ਕਹਿੰਦਾ ਫਿਰ ਇਹਨੂੰ ਮੱਤ ਕਿੱਥੋਂ ਆਈ? ਪਰ ਚਲੋ ਹੁਣ ਮਿਲਣੀ ਕਰੀਏ, ਕਿਉਂਕਿ ਇਹਨਾਂ ਨੇ ਆਪਣੀ ਸ਼ਰਤ ਪੂਰੀ ਕਰਤੀ। ਹੁਣ ਮਿਲਣੀ ਹੋ ਗਈ। ਮਿਲਣੀ ਤੋਂ ਬਾਅਦ
ਨੱਥੂ ਲਾਲ ਕਹਿੰਦਾ ਜੀ ਫੇਰਿਆਂ ਦਾ ਸਮਾਂ। ਉਹ ਬਾਪ ਕਹਿੰਦਾ ਕੁੜੀ ਦਾ ਫੇਰੇ ਉਦੋਂ ਹੋਣਗੇ ਜਦੋਂ ਤੂੰ ਪੁੱਤਾ ਧੁੱਪੇ ਛਾਵੇਂ ਚੱਲ ਕੇ ਆਏਗਾ ਕੁੜੀ ਨੂੰ ਫੇਰੇ ਦਵਾਉਣ ਵਾਸਤੇ, ਧੁੱਪ ਵੀ ਹੋਵੇ ਛਾਂ ਵੀ ਹੋਵੇ, ਫਿਰ ਫੇਰੇ ਹੋਣਗੇ। ਜੇ ਮੇਰੀ ਇਹ ਸ਼ਰਤ ਪੂਰੀ ਨਾ ਕੀਤੀ ਕਿ ਜਦੋਂ ਤੂੰ ਆਵੇਂ ਤੇਰੇ ਸਿਰ ਤੇ ਧੁੱਪ ਵੀ ਹੋਣੀ ਚਾਹੀਦੀ ਹੈ, ਛਾਂ ਵੀ ਹੋਣੀ ਚਾਹੀਦੀ ਹੈ, ਫਿਰ ਫੇਰੇ ਹੋਣੇ ਹੈ। ਜੇ ਸ਼ਰਤ ਨਾ ਪੂਰੀ ਕੀਤੀ ਵਾਪਸ ਚਲਾ ਜਾਈ। ਹੁਣ ਫਿਰ ਸੋਚਣ ਆਹ ਦਿਮਾਗ ਖਰਾਬ ਹੈ ਇਹਦਾ, ਜਾਂ ਤਾਂ ਧੁੱਪ ਹੋਏਗੀ ਛਤਰੀ ਕਰ ਲਓ ਜਾਂ ਛਾਂ ਹੋਏਗੀ। ਇਹ ਕੀ ਕਹਿੰਦਾ ਧੁੱਪ ਵੀ ਚਾਹੀਦੀ ਛਾਂ ਵੀ ਚਾਹੀਦੀ ਹੈ, ਮੋੜ ਲਓ ਬਰਾਤ ਵਾਪਸ। ਫਿਰ ਬਰਾਤ ਵਾਪਸ ਮੋੜ ਲਈ, ਫਿਰ ਉਹੀ ਦਿਲ ਹੀ ਟੂਟ ਗਿਆ ਵਾਲੀ ਰਾਤ, ਫਿਰ ਉਹੀ ਪੀਪਣੀ ਜੇ ਵੱਜਣ ਲੱਗ ਗਈ। ਨਾਨੇ ਨੂੰ ਫਿਰ ਸੁਣੀ ਤਾਂ ਨਾਨਾ ਕਹਿੰਦਾ ਫਿਰ ਕੋਈ ਗੜਬੜ ਹੋ ਗਈ, ਹੁਣ ਫਿਰ ਕੋਈ ਗੜਬੜ। ਨਾਨੇ ਨੇ ਫਿਰ ਬੋਰੀ ਹਿਲਾਈ, ਉਹ ਕੱਢੋ ਬਾਹਰ ਮੈਨੂੰ, ਹੁਣ ਕੀ ਹੋ ਗਿਆ। ਕਹਿੰਦੇ ਫਿਰ ਨੱਥੂ ਲਾਲ ਲੈ ਕੇ ਕੱਢੋ ਨਾਨੇ ਨੂੰ, ਦਸੀਏ ਇਹਨੂੰ ਕਿ ਨਾਨਾ ਹੁਣ ਨਹੀਂ ਤੇਰੇ ਪੋਤੇ ਦਾ ਦੋਤੇ ਦਾ ਵਿਆਹ ਹੋਣਾ। ਉਹ ਸ਼ਰਤਾਂ ਹੀ ਪੁੱਠੀਆਂ ਰੱਖੀ ਜਾਂਦਾ ਹੈ। ਨਾਨੇ ਨੂੰ ਫਿਰ ਬਾਹਰ ਕੱਢਿਆ ਗਿਆ ਤਾਂ ਨਾਨੇ ਨੇ ਕਿਹਾ ਕੀ ਗੱਲ ਹੋ ਗਈ। ਉਹ ਕਹਿੰਦਾ ਜੀ ਮਿਲਣੀ ਤਾਂ ਹੋ ਗਈ, ਪਰ ਹੁਣ ਉਹਨਾਂ ਦੂਜੀ ਸ਼ਰਤ ਰੱਖ ਦਿੱਤੀ ਕਿ ਕੁੜੀ ਦੇ ਫੇਰੇ ਉਦੋਂ ਤੇਰੇ ਨਾਲ ਕਰਨੇ ਆ ਜਦੋਂ ਤੂੰ ਧੁੱਪ ਔਰ ਛਾਵੇਂ ਆਏਗਾ, ਵਿੱਚੇ ਧੁੱਪ ਛਾਂ ਤੇਰੇ ਸਿਰ ਤੇ ਹੋਏਗੀ ਫਿਰ ਆਏਗਾ। ਹੁਣ ਦੱਸੋ ਨਾਨਾ ਇਦਾਂ ਕਦੀ ਹੁੰਦੀ ਹੈ। ਉਹ ਨਾਨਾ ਕਹਿੰਦਾ ਬਸ ਇੰਨੀ ਗੱਲ। ਉਹ ਇੰਨੀ ਗੱਲ ਨਾ ਵੀ ਮੇਰੇ ਦੋਤੇ ਦੇ ਫੇਰੇ ਰੁਕ ਸਕਦੇ ਆ, ਫੇਰੇ ਤਾਂ ਕਰਕੇ ਹੀ ਜਾਵਾਂਗੇ ਅਸੀਂ। ਨਾਨਾ ਆਇਆ ਹੈ ਤਾਂ ਇਹਨਾਂ ਦੀ ਨਾ ਕਰਾ ਕੇ ਹੀ ਜਾਏਗਾ, ਇਸ ਕਰਕੇ ਫਿਕਰ ਨਾ ਕਰੋ। ਉਹ ਕਹਿੰਦੇ ਨਾਨਾ ਫਿਰ ਕਰੀਏ ਕੀ। ਉਹ ਕਹਿੰਦੇ ਕਰਨਾ ਕੀ ਹੈ। ਉਹਨਾਂ ਸ਼ਰਤ ਰੱਖੀ ਹੈ ਬੱਚਾ ਧੁੱਪ ਛਾਂ ਚ ਆਵੇ ਤਾਂ ਫਿਕਰ ਨਾ ਕਰੋ। ਉਹ ਪਿਆ ਸਾਹਮਣੇ ਮੰਜਾ, ਤੇਰੇ 4 ਦੋਸਤ ਮੰਜਿਆਂ ਨੂੰ ਕੱਲੇ ਕੱਲੇ ਪਾਵੇ ਤੋਂ ਫੜ ਲੈਣ, ਤੂੰ ਉਹਦੇ ਥੱਲੇ ਹੋ ਜਾ, ਕਿਉਂਕਿ ਉਹਦੀਆਂ ਦੋਨਾਂ ਚੋਂ ਧੁੱਪ ਵੀ ਪੈਂਦੀ ਹੈ ਛਾਂ ਵੀ ਪੈਂਦੀ ਹੈ। ਹੁੰਦਾ ਹੈ ਕਿ ਨਹੀਂ। ਮੰਜੇ ਨੂੰ ਦੇਖਦੇ ਹੋ ਤੁਸੀਂ, ਅੱਜ ਕੱਲ ਦੇ ਮੰਜੇ ਨਵਾਰਾਂ ਦੀ ਗੱਲ ਨਹੀਂ ਕਰਦੇ, ਪਹਿਲੇ ਬਾਣ ਦੇ ਮੰਜੇ ਹੁੰਦੇ ਸੀ। ਉਹਨੂੰ ਰੱਖੋਗੇ ਨਾ ਉੱਪਰ ਧੁੱਪ ਪਏਗੀ ਤਾਂ ਵਿੱਚ ਬਾਣ ਦੀ ਛਾਂ ਵੀ ਹੋਏਗੀ ਤਾਂ ਨਾਲ ਨਾਲ ਜਿੱਥੇ ਖਾਲੀ ਜਗ੍ਹਾ ਤੋਂ ਧੁੱਪ ਵੀ ਪਏਗੀ। ਕਹਿੰਦੇ ਤੇਰੇ 4 ਦੋਸਤ ਕੱਲੇ ਕੱਲੇ ਪਾਵੇ ਨੂੰ ਫੜ ਲੈਣ, ਤੂੰ ਗੱਬੇ ਗੱਬੇ ਤੁਰ ਕੇ ਜਾ, ਲੈ ਕਰੋ ਕੁੜੀ ਦੇ ਫੇਰੇ ਮੇਰੇ ਨਾਲ। ਹੁਣ ਜਦੋਂ ਇੱਦਾਂ ਲੈ ਕੇ ਤੁਰ ਪਏ ਬਾਜੇ ਫਿਰ ਖੁਸ਼ੀਆਂ ਦੇ ਵੱਜਣ ਲੱਗ ਗਏ। ਉਹ ਬਾਪ ਨੂੰ ਫਿਰ ਸੁਣਿਆ ਬਾਜੇ ਖੁਸ਼ੀਆਂ ਦੇ ਵੱਜੇ, ਇਹ ਕੀ ਹੋ ਗਿਆ। ਉਹਨੇ ਫਿਰ ਦੇਖਿਆ ਮੁੰਡਾ ਤੁਰਿਆ ਮੰਜੇ ਦੇ ਥੱਲੇ ਟੋਰ ਦੇ ਨਾਲ। ਕਹਿੰਦੇ ਲੈ ਸਸੁਰ ਜੀ ਹੁਣ ਤਾਂ ਫੇਰੇ ਕਰਾਣੇ ਹੀ ਪੈਣੇ ਆ, ਕਿਉਂਕਿ ਤੁਸੀਂ ਕਹਿੰਦੇ ਸੀ ਮੁੰਡੇ ਦੀ ਉਦੋਂ ਹੀ ਫੇਰੇ ਆਪਣੀ ਕੁੜੀ ਨਾਲ ਕਰਨੇ ਜਦੋਂ ਧੁੱਪ ਛਾਂ ਦੇ ਥੱਲੇ ਆਵੇ। ਮੈਂ ਦੇਖ ਲਓ ਧੁੱਪੇ ਵੀ ਆ ਛਾਵੇਂ ਵੀ ਆ। ਕਹਿੰਦੇ ਉਸ ਵੇਲੇ ਉਹਨਾਂ ਕਿਹਾ ਹੋਵੇ ਨਾ ਹੋਵੇ ਲੱਭੋ ਇਹਨਾਂ ਨਾਲ ਬਜ਼ੁਰਗ ਹੈ ਕੋਈ, ਸਿਆਣਾ ਤਾਂ ਹੈ ਇਹਨਾਂ ਨਾਲ ਕੋਈ ਹੈ ਇਹਨਾਂ ਨੂੰ ਸਲਾਹ ਦੇਣ ਵਾਲਾ। ਹੁਣ ਤੁਸੀਂ ਨਹੀਂ ਮੈਂ ਲੱਭਦਾ ਹਾਂ ਜਾ ਕੇ, ਹੁਣ ਮੈਂ ਲੱਭਦਾ ਹਾਂ। ਫਿਰ ਕਹਿੰਦੇ ਜਦੋਂ ਗਿਆ ਫਿਰ ਗਿਆ, ਪਰ ਉਹਨਾਂ ਨੂੰ ਕੀ ਪਤਾ ਸੀ ਨਾਨੇ ਨੂੰ ਬੋਰੀ 'ਚ ਬੰਦ ਕੀਤਾ ਹੈ। ਹੁਣ ਆ ਗਈ ਨਾਨੇ ਦੀ ਵਾਰੀ। ਉਹਨੇ ਇੱਕ ਲੈ ਲਿਆ ਡੰਡਾ ਲੈ ਲਿਆ ਕਿ ਠੋਕ ਵਜਾ ਕੇ ਦੇਖਣਾ ਮੈਂ ਕੋਈ ਬਜ਼ੁਰਗ ਤਾਂ ਹੈ ਇਹਨਾਂ ਦਾ ਲੁੱਕ ਕੇ ਆਇਆ ਹੈ, ਨਹੀਂ ਤਾਂ ਇਹਨਾਂ ਨੂੰ ਅਕਲ ਇੰਨੀ ਕਿੱਥੇ। ਕਹਿੰਦੇ ਜਿੱਥੇ ਨਾਨੇ ਨੂੰ ਬੋਰੀ 'ਚ ਰੱਖਿਆ ਸੀ ਉਹਨੇ ਆ ਕੇ ਲਾਠੀਆਂ 2-3 ਮਾਰੀਆਂ, ਪਰ ਨਾਨਾ ਵਿਚਾਰਾ ਖਾਂਦਾ ਰਿਹਾ ਕਿ ਹੁਣ ਕਿਹਾ ਹੈ ਨਾ ਯਾਨੀ ਇਹਦੀ ਨਾ ਕਰਾ ਕੇ ਜਾਣੀ ਹੈ ਤਾਂ ਕਿਸੇ ਨੂੰ ਕੁਝ ਦੇਣ ਵਾਸਤੇ ਆਪ ਦੁੱਖ ਤਾਂ ਝੱਲਣਾ ਹੀ ਪੈਣਾ ਹੈ। ਉੱਥੇ ਨਾਨਾ ਚੁੱਪ ਕਰਕੇ ਬੈਠਾ ਰਿਹਾ, ਬੋਲਿਆ ਕੁਛ ਨਹੀਂ। ਤਾਂ ਕੁੜੀ ਦੇ ਬਾਪ ਨੇ ਤਸੱਲੀ ਕਰ ਲਈ ਨਹੀਂ ਸਮਾਨ ਹੀ ਹੈ। ਔਰ ਫਿਰ ਨੱਥੂ ਲਾਲ ਨਾਲ ਸ਼ਾਦੀ ਕੀਤੀ। ਜਦੋਂ ਵਾਪਸ ਖੁਸ਼ੀਆਂ ਦੇ ਬਾਜੇ ਵਜਾਉਂਦੇ ਆਏ ਤਾਂ ਉਸ ਵੇਲੇ ਨੱਥੂ ਲਾਲ ਕਹਿੰਦਾ ਨਾਨੇ ਨੂੰ ਕੱਢੋ ਬਾਹਰ। ਜਦੋਂ ਨਾਨੇ ਨੂੰ ਕੱਢਿਆ ਨਾਨੇ ਵਿਚਾਰੇ ਦੇ ਨੀਲ ਪਏ ਹੋਏ। ਕਹਿੰਦੇ ਨਾਨਾ ਇਹ ਕੀ। ਕਹਿੰਦੇ ਦੋਤੇ ਦਾ ਵਿਆਹ ਖਾਦਾ ਹੈ। ਹੁਣ ਇਹ ਤਾਂ ਕਹਿ ਨਹੀਂ ਸਕਦਾ ਡਾਂਗਾ ਖਾਧੀਆਂ, ਸੋਟੀਆਂ ਖਾਧੀਆਂ, ਡੰਡੇ ਖਾਦੇ। ਕਹਿੰਦੇ ਦੋਤੇ ਦਾ ਵਿਆਹ ਖਾ ਕੇ ਆਇਆ। ਆਹ ਦੇਖ ਲੈ ਨਿਸ਼ਾਨ ਦੇਖਣ ਨੂੰ ਮਿਲ ਰਹੇ ਹੈ। ਪਰ ਨੱਥੂ ਲਾਲ ਨੇ ਪੈਰੀ ਹੱਥ ਲਾਇਆ ਕਿ ਨਾਨਾ ਵਾਕਈ ਜੇ ਤੂੰ ਨਾ ਹੁੰਦਾ ਤਾਂ ਸਾਡੀ ਸ਼ਾਦੀ ਨਾ ਹੁੰਦੀ, ਕਿਉਂਕਿ ਵਾਕਈ ਜਿੱਥੇ ਕਿਸੇ ਸਿਆਣੇ ਨੇ ਕਿੱਥੇ ਬਜ਼ੁਰਗ ਨੇ ਜੋ ਸਾਨੂੰ ਸਲਾਹ ਦੇ ਦੇਣੀ ਹੈ ਉੱਥੇ ਤੱਕ ਬੰਦੇ ਦੀ ਸਲਾਹ ਨਹੀਂ ਪਹੁੰਚ ਸਕਦੀ। ਇਹਨੂੰ ਕਹਿੰਦੇ ਗੁਰੂ। ਇਹ ਕਰਮ ਹੈ ਗੁਰੂ ਦਾ, ਕਿਉਂਕਿ ਉੱਥੇ ਤੱਕ ਬੰਦੇ ਦੀ ਸੋਚ ਨਹੀਂ ਪਹੁੰਚ ਸਕਦੀ ਜਿੱਥੇ ਤੱਕ ਸਾਨੂੰ ਸਾਡੇ ਸੰਤਾਂ ਗੁਰੂਆਂ ਰਹਿਬਰਾਂ ਨੇ ਗਿਆਨ ਦੇ ਦੇਣਾ ਹੈ, ਸਮਝਾ ਦੇਣਾ ਹੈ। ਕਿਉਂਕਿ ਹਰ ਮੁਸ਼ਕਿਲ ਦੀ ਕੁੰਜੀ ਯਾਰੋ ਹੱਥ ਮੁਰਸ਼ਦ ਦੇ ਆਈ, ਮੁਰਸ਼ਦ ਨਜ਼ਰ ਕਰੇ ਜਿਸ ਵੇਲੇ ਤਾਂ ਮੁਸ਼ਕਿਲ ਰਹੇ ਨਾ ਕਾਈ। ਹਰ ਮੁਸ਼ਕਿਲ ਦੀ ਚਾਬੀ ਮੁਰਸ਼ਦ ਦੇ ਹੱਥ ਵਿੱਚ ਹੈ। ਹੁਣ ਜੇ ਜੀਵਨ 'ਚ ਮੁਰਸ਼ਦ ਹੈ, ਜੇ ਜੀਵਨ 'ਚ ਸਤਿਗੁਰ ਹੈ, ਗੁਰੂ ਹੈ,
ਤਾਂ ਫਿਰ ਸਾਨੂੰ ਕਿਸੇ ਮੁਸ਼ਕਿਲ ਤੋਂ ਡਰਨ ਦੀ ਜ਼ਰੂਰਤ ਨਹੀਂ ਹੈ, ਕਿਉਂਕਿ ਹਰ ਜਗ੍ਹਾ ਸਾਨੂੰ ਰਸਤਾ ਦਿਖਾਉਣ ਵਾਲਾ, ਹਰ ਮੁਸ਼ਕਿਲ ਚੋਂ ਕੱਢਣ ਵਾਲਾ, ਹਰ ਜਗ੍ਹਾ ਸਾਨੂੰ ਸਲਾਹ ਦੇਣ ਵਾਲਾ ਸਾਡਾ ਸਤਿਗੁਰ ਸਾਡੇ ਨਾਲ ਹੈ, ਸਾਡਾ ਮੁਰਸ਼ਿਦ ਸਾਡੇ ਨਾਲ ਹੈ। ਫਿਰ ਕਾਹਦੀ ਚਿੰਤਾ, ਫਿਰ ਕਾਹਦੀ ਫਿਕਰ। ਇਸ ਲਈ ਤਾਂ ਹੀ ਦੱਸਿਆ ਹੈ ਕਿ ਜੀਵਨ 'ਚ ਗੁਰੂ ਬਿਨ ਘੋਰ ਅੰਧਾਰ, ਗੁਰੂ ਬਿਨ ਸਮਝ ਨਾ ਆਵੇ, ਕਿ ਗੁਰੂ ਤੋਂ ਬਿਨਾ ਘੋਰ ਅੰਧਕਾਰ ਹੀ ਹੈ ਚਾਰੋਂ ਤਰਫ। ਬਾਹਰ ਬੇਸ਼ੱਕ ਲੱਖਾਂ ਸੂਰਜ ਚੜੇ ਰਹਿਣ, ਪਰ ਜੇ ਜੀਵਨ 'ਚ ਗੁਰੂ ਨਹੀਂ ਹੈ ਤਾਂ ਇਨਸਾਨ ਦੇ ਅੰਦਰ ਸਦਾ ਹੀ ਅਗਿਆਨਤਾ ਦਾ ਅੰਧੇਰਾ ਬਣਿਆ ਰਹਿੰਦਾ ਹੈ। ਇਸ ਲਈ ਗੁਰੂ ਬਿਨ ਘੋਰ ਅੰਧਾਰ, ਗੁਰੂ ਬਿਨ ਸਮਝ ਨਾ ਆਵੇ, ਔਰ ਗੁਰੂ ਤੋਂ ਬਿਨਾ ਸਮਝ ਵੀ ਨਹੀਂ ਆਉਂਦੀ ਇਹ ਜ਼ਿੰਦਗੀ ਦੀ, ਇਹ ਜੀਵਨ ਦੀ, ਕਿ ਜੀਵਨ ਕੀ ਹੈ। ਇਸ ਲਈ ਜੀਵਨ ਨੂੰ ਸਮਝਣਾ ਹੈ, ਜੀਵਨ ਦੇ ਅੰਦਰ ਬੈਠੇ ਹੋਏ ਪ੍ਰਭੂ ਪਰਮਾਤਮਾ ਨੂੰ ਸਮਝਣਾ ਹੈ, ਤਾਂ ਫਿਰ ਸਾਨੂੰ ਜੀਵਨ 'ਚ ਗੁਰੂ ਦੀ ਜ਼ਰੂਰਤ ਹੈ, ਸਤਿਗੁਰ ਦੇ ਸਾਥ ਦੀ ਜ਼ਰੂਰਤ ਹੈ, ਕਿਉਂਕਿ ਜੋ ਸਾਨੂੰ ਗੁਰੂ ਨੇ, ਸੰਤਾਂ ਨੇ ਸਮਝਾ ਦੇਣਾ ਹੈ, ਉਹ ਅਸੀਂ ਕਿਸੇ ਕਿਤਾਬ 'ਚੋਂ ਨਹੀਂ ਸਮਝ ਸਕਦੇ, ਉਹ ਅਸੀਂ ਕਿਤੇੋਂ ਨਹੀਂ ਸਮਝ ਸਕਦੇ। ਇਸ ਲਈ ਜ਼ਰਾ ਸਾਰੇ ਜੀਵ ਸਮਝੋ। ਇਸ ਲਈ ਆ ਜਾਈਏ ਹੁਣ ਉਸ ਪੁਆਇੰਟ ਤੇ ਵਾਪਸ ਕਿ ਅਸੀਂ ਮੰਦਰ ਅੰਦਰ ਜਾਣ ਲੱਗੇ ਹਾਂ, ਮਸਜਿਦ ਅੰਦਰ ਜਾਣ ਲੱਗੇ ਹਾਂ ਤਾਂ ਬੜਾ ਕਰਦੇ ਹਾਂ, ਪਰ ਇਹ ਵੀ ਥੋੜਾ ਹੁਣ ਖਿਆਲ ਰੱਖਣਾ ਕਿ ਉਹ ਪਰਮਾਤਮਾ ਇਸ ਜੀਂਦੇ ਜਾਗਦੇ ਮੰਦਰ ਅੰਦਰ ਹੈ। ਮੈਂ ਬੁਰਾ ਖਾਣਾ ਦਾ ਆਪਣੇ ਅੰਦਰ ਨਾ ਪਾਵਾਂ, ਬੁਰਾ ਨਸ਼ਾ ਆਪਣੇ ਅੰਦਰ ਨਾ ਪਾਵਾਂ, ਔਰ ਇੱਥੇ ਤੱਕ ਕਿ ਬੁਰਾ ਸੁਣਨਾ ਵੀ ਨਹੀਂ ਹੈ, ਕਿਉਂਕਿ ਜਦੋਂ ਮੈਂ ਨਿੰਦਿਆ ਚੁਗਲੀ ਕੋਈ ਬੁਰਾਈ ਸੁਣਦਾ ਹਾਂ ਤਾਂ ਉਹ ਕਿੱਥੇ ਜਾਂਦੀ ਹੈ? ਸਾਡੇ ਅੰਦਰ। ਔਰ ਅੰਦਰ ਕੌਣ ਬੈਠਾ ਹੈ? ਉਹ ਪਰਮਾਤਮਾ, ਉਹ ਪ੍ਰਭੂ, ਉਹ ਸਾਡਾ ਮਾਲਿਕ। ਤਾਂ ਜੇ ਅਸੀਂ ਇੰਨਾ ਸੋਚਦੇ ਮੰਦਰ ਅੰਦਰ ਜੁੱਤੀ ਲੈ ਕੇ ਨਹੀਂ ਜਾਣਾ, ਮੰਦਰ ਅੰਦਰ ਬੁਰੀ ਚੀਜ਼ ਲੈ ਕੇ ਨਹੀਂ ਜਾਣਾ, ਤਾਂ ਜੀਂਦਾ ਜਾਗਦਾ ਪਰਮਾਤਮਾ ਤੁਹਾਡੇ ਜੀਂਦੇ ਜਾਗਦੇ ਸਰੀਰ ਰੂਪੀ ਮੰਦਰ ਅੰਦਰ ਹੈ, ਤੇ ਇਹਦੇ ਅੰਦਰ ਬੁਰਾਈ ਕਿਉਂ ਜਾ ਰਹੀ ਹੈ? ਇਸ ਲਈ ਬੁਰਾ ਦੇਖਣ ਤੋਂ ਪਹਿਲਾਂ ਇਹ ਸਮਝੋ ਕਿ ਮੈਂ ਬੁਰਾ ਦੇਖਿਆ, ਇਹ ਬੁਰੀ ਦ੍ਰਿਸ਼ਟੀ ਮੇਰੇ ਅੰਦਰ ਨਾ ਜਾਵੇ, ਕਿਉਂਕਿ ਮੇਰਾ ਮਾਲਿਕ ਮੇਰੇ ਅੰਦਰ ਹੈ। ਬੁਰੇ ਬੋਲ ਮੇਰੇ ਅੰਦਰ ਨਾ ਜਾਣ, ਬੁਰੇ ਕਰਮ ਮੇਰੇ ਅੰਦਰ ਨਾ ਹੋਣ, ਕਿਉਂਕਿ ਮੇਰਾ ਮਾਲਿਕ ਮੇਰੇ ਅੰਦਰ ਹੈ। ਜੇ ਅਸੀਂ ਆਪਣੇ ਮਾਲਿਕ ਨੂੰ, ਆਪਣੇ ਪ੍ਰਭੂ ਨੂੰ, ਆਪਣੇ ਪਰਮਾਤਮਾ ਨੂੰ ਹਰ ਜਗ੍ਹਾ, ਹਰ ਪਲ ਆਪਣੇ ਅੰਦਰ, ਆਪਣੇ ਬਾਹਰ, ਹਰ ਜਗ੍ਹਾ ਮਹਿਸੂਸ ਕਰਨਾ ਸ਼ੁਰੂ ਕਰ ਦਈਏ, ਤਾਂ ਸੋਚੋ ਤੁਹਾਡੀ ਜ਼ਿੰਦਗੀ ਕੀ ਹੋਏਗੀ, ਤੁਹਾਡਾ ਜੀਵਨ ਫਿਰ ਕੀ ਹੋਏਗਾ। ਫਿਰ ਆਏਗਾ ਪਰਮਾਤਮਾ, ਫਿਰ ਆਏਗਾ ਪਰਮਾਤਮਾ ਖੁਸ਼ੀਆਂ ਦੇ ਢੋਲ ਨਗਾਰੇ ਵਜਾਉਂਦਾ ਕਿ ਹੁਣ ਇਹ ਜੀਵ ਮੇਰੇ ਵਾਸਤੇ ਤਿਆਰ ਹੋ ਗਿਆ। ਹੁਣ ਇਹਨਾਂ ਆਪਣੇ ਹਿਰਦੇ ਨੂੰ ਐਸਾ ਬਣਾ ਲਿਆ ਜਿੱਥੇ ਜਾ ਕੇ ਮੈਂ ਆਸਣ ਲਗਾ ਸਕਦਾ ਹਾਂ, ਕਿਉਂਕਿ ਪਰਮਾਤਮਾ ਤਾਂ ਤਿਆਰ ਹੈ, ਪਰ ਤਿਆਰੀ ਦੀ ਜ਼ਰੂਰਤ ਸਾਨੂੰ ਹੀ ਕਰਨੀ ਪੈਣੀ, ਕਿਉਂਕਿ ਸਾਡੇ ਵੱਲੋਂ ਹੀ ਕਮੀ ਹੈ, ਸਾਡੇ ਵੱਲੋਂ ਹੀ ਕਮੀ ਹੈ। ਇਸ ਲਈ ਇਹਨਾਂ ਕਮੀਆਂ ਨੂੰ ਦੂਰ ਕਰਨਾ ਸਾਡੇ ਵਾਸਤੇ ਬਹੁਤ ਹੀ ਜ਼ਰੂਰੀ ਹੈ। ਇਹ ਕਮੀਆਂ ਦੂਰ ਹੋਣਗੀਆਂ ਤਾਂ ਫਿਰ ਸਾਡੇ ਜੀਵਨ 'ਚ ਉਹ ਖੁਸ਼ੀਆਂ, ਉਹ ਆਨੰਦ ਆਏਗਾ ਜਿਸ ਆਨੰਦ ਦੀ ਹਰ ਪਲ, ਹਰ ਘੜੀ ਅਸੀਂ ਵੇਟ ਕਰਦੇ ਹਾਂ, ਇੰਤਜ਼ਾਰ ਕਰਦੇ ਹਾਂ। ਕਹਿ ਦਿੰਦੇ ਨਾ ਪਰਮਾਤਮਾ ਮੇਰੇ ਤੇ ਕਿਰਪਾ ਕਦੋਂ ਕਰੇਗਾ, ਕਹਿ ਦਿੰਦੇ ਆ ਨਾ ਅਸੀਂ ਪਰਮਾਤਮਾ ਮੇਰੇ ਤੇ ਮਿਹਰ ਕਦੋਂ ਕਰੇਗਾ, ਤਾਂ ਉਹ ਤਾਂ ਮਿਹਰ ਕਰਨ ਨੂੰ ਤਿਆਰ ਹੀ ਹੈ। ਔਰ ਕੀ ਪਤਾ ਉਹਨਾਂ ਕਿਹੜੇ ਰੂਪ 'ਚ ਮਿਹਰ ਕਰਨੀ ਹੈ, ਇਹ ਗੱਲ ਹਮੇਸ਼ਾ ਯਾਦ ਰੱਖੋ। ਕੀ ਪਤਾ ਉਹਨਾਂ ਕਿੱਦਾਂ, ਕਿਹੜੇ ਰੂਪ 'ਚ ਮਿਹਰ ਕਰਨੀ ਹੈ। ਇਸ ਲਈ ਇਨਸਾਨ ਬਸ ਆਪਣੇ ਮਾਲਿਕ ਤੇ ਵਿਸ਼ਵਾਸ ਰੱਖੇ, ਆਪਣੇ ਮਾਲਿਕ ਤੇ ਭਰੋਸਾ ਰੱਖੇ, ਆਪਣੇ ਮਾਲਿਕ ਤੇ ਯਕੀਨ ਰੱਖੇ, ਤਾਂ ਫਿਰ ਇੱਕ ਭਰੋਸਾ, ਇੱਕ ਯਕੀਨ ਉਹ ਮਾਲਿਕ ਦੀ ਕਿਰਪਾ ਦੇ ਹਜ਼ਾਰਾਂ ਹੀ ਦਰਵਾਜ਼ੇ ਇਨਸਾਨ ਵਾਸਤੇ ਖੋਲ ਦਿੰਦਾ ਹੈ। ਇਹ ਗੱਲ ਯਾਦ ਰੱਖਿਓ। ਇਸ ਲਈ ਤਾਂ ਬੁੱਲੇ ਸ਼ਾਹ ਨੇ ਕਿਹਾ, ਇੱਕ ਭਰੋਸਾ ਰਹਿਮਤ ਵਾਲੇ ਕਈ ਦਰ ਦਿੰਦਾ ਖੋਲ। ਬੁੱਲੇ ਸ਼ਾਹ ਕਹਿੰਦੇ ਇੱਕ ਵਿਸ਼ਵਾਸ, ਇੱਕ ਭਰੋਸਾ ਰਹਿਮਤ ਦੇ ਕਈ ਦਰਵਾਜ਼ਿਆਂ ਨੂੰ ਤੇਰੇ ਵਾਸਤੇ ਖੋਲ ਦਿੰਦਾ ਹੈ। ਇਸ ਲਈ ਐ ਪਿਆਰਿਆ, ਆਪਣੇ ਮਾਲਿਕ ਤੇ ਵਿਸ਼ਵਾਸ ਰੱਖ, ਆਪਣੇ ਮਾਲਿਕ ਤੇ ਯਕੀਨ ਰੱਖ। ਇਸ ਲਈ ਤੁਸੀਂ ਵੀ ਆਪਣੇ ਇਹ ਜੀਵਨ ਦੇ ਅੰਦਰ ਇੰਨਾ ਵਿਸ਼ਵਾਸ ਰੱਖੋ ਕਿ ਮੈਂ ਆਪਣੇ ਮਾਲਿਕ ਦੀ ਬੇੜੀ ਤੇ ਸਵਾਰ ਹੋ ਗਿਆ ਹਾਂ, ਆਪਣੇ ਮਾਲਿਕ ਦੇ ਬੇੜੇ ਤੇ ਮੈਂ ਸਵਾਰ ਹੋ ਗਿਆ, ਹੁਣ ਮੈਨੂੰ ਡਰਨ ਦੀ ਲੋੜ ਨਹੀਂ। ਕਿਉਂਕਿ ਇਹ ਗੱਲ ਯਾਦ ਰੱਖੋ ਕਿ ਇੱਥੇ ਥੋੜਾ ਜਿਹਾ ਇੰਨਾ ਸਮਝਾਉਣਾ ਚਾਹੁੰਦੇ ਆ ਤੁਹਾਨੂੰ ਕਿ ਬੰਦਾ ਇਹ ਨਾ ਸੋਚੇ ਮੈਂ ਮਾਲਿਕ ਦੇ ਬੇੜੇ ਤੇ ਸਵਾਰ ਹੋ ਗਿਆ ਤਾਂ ਮੈਨੂੰ ਤੂਫਾਨਾਂ ਦਾ ਸਾਹਮਣਾ ਨਹੀਂ ਕਰਨਾ ਪੈਣਾ, ਜਾਂ ਮੇਰੇ ਜੀਵਨ 'ਚ ਲਹਿਰਾਂ ਨਹੀਂ ਆਣੀਆਂ। ਕਿਉਂਕਿ ਇਹ ਜੀਵਨ ਰੂਪੀ ਬੇੜਾ ਇਹ ਸੰਸਾਰ ਰੂਪੀ ਸਾਗਰ ਦੇ ਅੰਦਰ ਹੈ, ਇੱਥੇ ਤੂਫਾਨ ਵੀ ਆਣੇ ਹੈ, ਲਹਿਰਾਂ ਵੀ ਆਣੀਆਂ ਹੈ। ਇਸ ਲਈ ਜੇ ਬੰਦਾ ਸੋਚੇ ਮੈਂ ਮਾਲਿਕ ਦੇ ਬੇੜੇ 'ਚ ਸਵਾਰ ਹਾਂ ਤਾਂ ਤੂਫਾਨਾਂ ਦਾ ਮੈਨੂੰ ਸਾਹਮਣਾ ਨਹੀਂ ਕਰਨਾ ਪੈਣਾ, ਜਾਂ ਲਹਿਰਾਂ ਦਾ ਸਾਹਮਣਾ ਨਹੀਂ ਮੈਨੂੰ ਕਰਨਾ ਪੈਣਾ, ਤਾਂ ਇਹ ਗੱਲ ਗਲਤ ਹੈ। ਇਹ ਜੀਵਨ ਰੂਪੀ ਬੇੜਾ ਜੇ ਆਪਣਾ ਮਾਲਿਕ ਦੇ ਬੇੜੇ 'ਚ ਸਵਾਰ ਹੈ, ਆਪਣੇ ਜੀਵਨ ਨੂੰ ਲੈ ਕੇ ਮਾਲਿਕ ਦੇ ਵਿਸ਼ਵਾਸ ਨਾਲ ਅਸੀਂ ਮਾਲਿਕ ਦੇ ਬੇੜੇ ਤੇ ਸਵਾਰ ਹਾਂ, ਯਾਦ ਰੱਖੋ ਤੂਫਾਨ ਬੇਸ਼ੱਕ ਆਣ, ਲਹਿਰਾਂ ਬੇਸ਼ੱਕ ਆਣ, ਪਰ ਮਾਲਿਕ ਦਾ ਬੇੜਾ ਕਦੀ ਡੁੱਬਦਾ ਨਹੀਂ ਹੈ। ਹੁਣ ਜਰਾ ਇਤਿਹਾਸ ਅੰਦਰ ਪੜ੍ਹ ਕੇ ਦੇਖ ਲਓ, ਸੁਣ ਕੇ ਦੇਖ ਲਓ ਇਤਿਹਾਸ ਨੂੰ, ਕਿ ਸ਼੍ਰੀ ਕ੍ਰਿਸ਼ਨ ਪਾਂਡਵਾਂ ਦੇ ਨਾਲ ਸੀ,
ਸੀ ਜਾਂ ਨਹੀਂ? ਪਰ ਉਹਨਾਂ ਦੇ ਜੀਵਨ 'ਚ ਕਿੰਨੀਆਂ ਪਰੇਸ਼ਾਨੀਆਂ ਆਈਆਂ। ਪਾਂਡਵਾਂ ਨੂੰ ਬਨਵਾਸ ਵੀ ਭੋਗਣਾ ਪਿਆ, ਪਾਂਡਵਾਂ ਨੂੰ ਕਿੰਨੀਆਂ ਤਕਲੀਫਾਂ ਝੱਲਣੀਆਂ ਪਈਆਂ। ਹੁਣ ਉਹ ਠੀਕ ਹੈ, ਸ਼੍ਰੀ ਕ੍ਰਿਸ਼ਨ ਉਹਨਾਂ ਦੇ ਨਾਲ ਸੀ, ਅਸੀਂ ਕਹਿੰਦੇ ਭਗਵਾਨ ਕ੍ਰਿਸ਼ਨ ਉਹਨਾਂ ਦੇ ਨਾਲ ਸੀ, ਪਾਂਡਵਾਂ ਦੇ ਨਾਲ। ਤਾਂ ਫਿਰ ਜ਼ਰਾ ਸੋਚੋ ਕਿ ਇਨਸਾਨ ਕਹਿੰਦਾ ਭਗਵਾਨ ਤੂੰ ਮੇਰੇ ਨਾਲ ਹੈ, ਮੈਨੂੰ ਕੋਈ ਪਰੇਸ਼ਾਨੀ ਆ ਹੀ ਨਹੀਂ ਸਕਦੀ, ਮੈਨੂੰ ਕੋਈ ਤਕਲੀਫ ਆ ਹੀ ਨਹੀਂ ਸਕਦੀ, ਮੈਨੂੰ ਕੋਈ ਚਿੰਤਾ ਆ ਹੀ ਨਹੀਂ ਸਕਦੀ। ਪਰ ਉੱਥੇ ਸ਼੍ਰੀ ਕ੍ਰਿਸ਼ਨ ਪਾਂਡਵਾਂ ਦੇ ਨਾਲ ਸੀ, ਉਹਨਾਂ ਦੇ ਨਾਲ ਸੀ, ਫਿਰ ਵੀ ਉਹਨਾਂ ਦੇ ਜੀਵਨ 'ਚ ਕਿੰਨੀਆਂ ਤਕਲੀਫਾਂ, ਕਿੰਨੇ ਦੁੱਖ ਆਏ। ਹੁਣ ਦੁੱਖ ਚਾਹੇ ਜਿੰਨੇ ਮਰਜ਼ੀ ਆਏ, ਪਰੇਸ਼ਾਨੀਆਂ ਚਾਹੇ ਜਿੰਨੀਆਂ ਮਰਜ਼ੀ ਆਈਆਂ, ਪਰ ਸ਼੍ਰੀ ਕ੍ਰਿਸ਼ਨ ਦਾ ਉਹਨਾਂ ਦੇ ਸਾਥ ਸੀ। ਇਸ ਲਈ ਕਿਸੇ ਵੀ ਪਰੇਸ਼ਾਨੀ 'ਚ, ਕਿਸੇ ਵੀ ਦੁੱਖ 'ਚ ਉਹ ਡੋਲੇ ਨਹੀਂ, ਉਹਨਾਂ ਨੇ ਚਿੰਤਾ ਨਹੀਂ ਕੀਤੀ, ਔਰ ਅੰਤ ਵਿੱਚ ਜਿੱਤ ਵੀ ਉਹਨਾਂ ਪਾਂਡਵਾਂ ਦੀ ਹੋਈ। ਇਹ ਤਾਂ ਜ਼ਰਾ ਸੋਚੋ ਅੱਜ ਇਨਸਾਨ ਕੀ ਕਰਦਾ ਹੈ। ਹੁਣ ਐਸੀ ਤੁਸੀਂ ਇੱਕ ਤਸਵੀਰ ਦੇਖੀ ਹੋਣੀ ਹੈ ਕਿ ਸ਼੍ਰੀ ਕ੍ਰਿਸ਼ਨ ਖੜੇ ਹੈ, ਅਰਜੁਨ ਰੱਥ 'ਚ ਬੈਠਾ ਹੈ, ਕਹਿ ਰਿਹਾ ਨਹੀਂ ਭਗਵਾਨ ਮੈਂ ਯੁੱਧ ਨਹੀਂ ਕਰਨਾ, ਮੈਂ ਯੁੱਧ ਨਹੀਂ ਕਰਨਾ। ਤਾਂ ਸ਼੍ਰੀ ਕ੍ਰਿਸ਼ਨ ਉਹਨੂੰ ਸਮਝਾ ਰਹੇ ਹੈ, ਉਹਨੂੰ ਕਰਮ ਕਰਨ ਨੂੰ ਕਹਿ ਰਹੇ ਹੈ, ਕਰਮ ਕਰ। ਹੁਣ ਜ਼ਰਾ ਸੋਚੋ ਜੇ ਸ਼੍ਰੀ ਕ੍ਰਿਸ਼ਨ ਨੂੰ ਉਹ ਕਹਿ ਰਿਹਾ ਮੈਂ ਯੁੱਧ ਨਹੀਂ ਕਰਨਾ, ਤੁਸੀਂ ਕਰੋ, ਤੁਸੀਂ ਕੁਛ ਕਰੋ, ਤਾਂ ਫਿਰ ਸ਼੍ਰੀ ਕ੍ਰਿਸ਼ਨ ਉਹਨੂੰ ਕਹਿੰਦੇ ਚੱਲ ਰੱਥ ਤੋਂ ਉਤਰ, ਆ ਮੇਰੀ 3 ਵਾਰ ਪਰਿਕਰਮਾ ਕਰ, ਆ ਨਾਰੀਅਲ ਲੈ ਕੇ ਫੋੜ, ਆ ਦੁੱਧ ਚੜਾ ਦੇ ਮੇਰੇ ਤੇ, ਜਾ ਤੇਰੀਆਂ ਸਾਰੀਆਂ ਮੁਸ਼ਕਲਾਂ ਐਦਾਂ ਦੂਰ ਕਰ ਦੂੰ, ਚੁਟਕੀ ਵਜਾ ਕੇ ਦੂਰ ਕਰ ਦੂੰ, ਜੋ ਕਿ ਅੱਜ ਕੱਲ ਮੰਦਰਾਂ 'ਚ ਕਿਹਾ ਜਾ ਰਿਹਾ ਹੈ। ਤੂੰ ਕਾਕਾ ਇੱਥੇ ਦੁੱਧ ਚੜਾ, ਤੂੰ ਇੱਥੇ ਨਾਰੀਅਲ ਫੋੜ, ਆ ਹੋ ਜਾਏਗਾ। ਤਾਂ ਸ਼੍ਰੀ ਕ੍ਰਿਸ਼ਨ ਨੂੰ ਕਹਿਣ ਨੂੰ ਟਾਈਮ ਲੱਗਣਾ ਸੀ, ਇੱਕ ਪਲ 'ਚ ਹੀ ਕਰ ਦੂੰ। ਪਰ ਨਹੀਂ, ਉਹਨਾਂ ਨੇ ਦੱਸਿਆ ਅਰਜੁਨ ਮੈਂ ਵੀ ਤੇਰਾ ਸਾਥ ਉਦੋਂ ਦੇਣਾ ਜਦੋਂ ਤੂੰ ਕਰਮ ਕਰਨ ਨੂੰ ਤਿਆਰ ਹੋਏਗਾ। ਜੇ ਤੂੰ ਕਰਮ ਕਰਨ ਨੂੰ ਤਿਆਰ ਨਹੀਂ ਹੈ ਤਾਂ ਫਿਰ ਮੈਂ ਵੀ ਤੇਰੇ ਸਾਥ ਨਹੀਂ ਆ। ਕਰਮ ਕਰਨ ਦਾ ਮਤਲਬ ਸਮਝਦੇ ਹੋ ਨਾ? ਇਹਨੂੰ ਐਦਾਂ ਸਮਝ ਲਈਏ, ਇੱਕ ਬੰਦਾ ਭੁੱਖਾ ਬੈਠਾ ਹੈ, ਹੇ ਭਗਵਾਨ ਰੋਟੀ ਬਣਾ ਦੇ, ਹੇ ਭਗਵਾਨ ਰੋਟੀ ਬਣਾ ਦੇ, ਬੜੀ ਭੁੱਖ ਲੱਗੀ ਹੈ, ਦਾਲ ਸਵਾਦ ਜੀ ਬਣਾ ਦੇ, ਰੋਟੀ ਬਣਾ ਦੇ, ਮੈਂ ਖਾ ਲਵਾਂ। ਹੁਣ ਬੈਠਾ ਬੈਠਾ ਬੇਨਤੀ ਕਰੀ ਜਾ ਰਿਹਾ ਹੈ, ਤਾਂ ਕੀ ਐਸੇ ਨੂੰ ਭਗਵਾਨ ਰੋਟੀ ਦੇਵੇਗਾ? ਕੀ ਐਸੇ ਨੂੰ ਰੋਟੀ ਮਿਲੇਗੀ? ਨਹੀਂ। ਪਰ ਜਦੋਂ ਉਹੀ ਇਨਸਾਨ ਉੱਠ ਕੇ ਕਰਮ ਕਰੇ, ਆਟਾ ਗੁੰਨੇ, ਆਟਾ ਗੁੰਦੇ ਗੁੰਦੇ ਕਵੇ ਹੇ ਭਗਵਾਨ ਰੋਟੀ ਨੂੰ ਸਵਾਦ ਬਣਾਈ, ਰੋਟੀ ਨੂੰ ਸਵਾਦ ਬਣਾਈ ਕਿ ਖਾਣ ਵਾਲੇ ਦੇ ਦੁੱਖ ਦੂਰ ਹੋ ਜਾਣ, ਫਿਰ ਦਾਲ ਬਣਾਵੇ, ਪਾਣੀ ਪਾਵੇ, ਜੋ ਵੀ ਤਰੀਕਾ ਦਾਲ ਬਣਾਉਣ ਦਾ ਉਹ ਬਣਾਵੇ, ਨਾਲ ਨਾਲ ਭਗਵਾਨ ਨੂੰ ਯਾਦ ਕਰੇ ਹੇ ਭਗਵਾਨ ਇਹ ਦਾਲ ਨਹੀਂ ਅੰਮ੍ਰਿਤ ਬਣ ਜਾਵੇ, ਇਹ ਦਾਲ ਇਦਾਂ ਦੀ ਬਣ ਜਾਵੇ ਕਿ ਜਿਹੜਾ ਖਾਵੇ ਉਹਦੇ ਦੁੱਖ ਦੂਰ ਹੋ ਜਾਣ। ਫਿਰ ਇਹ ਕਰਦਾ ਕਰਦਾ ਜਦੋਂ ਰੋਟੀ ਦਾਲ ਤਿਆਰ ਕਰੇਗਾ ਤਾਂ ਫਿਰ ਇਹ ਜ਼ਰੂਰ ਹੋਏਗਾ ਕਿ ਉਹ ਦਾਲ ਉਹ ਰੋਟੀ ਇੰਨੀ ਸਵਾਦਿਸ਼ਟ ਬਣੇਗੀ, ਇੰਨੀ ਬਰਕਤ ਉੱਚ ਹੋਏਗੀ ਕਿ ਖਾਣ ਵਾਲੇ ਨੂੰ ਆਨੰਦ ਵੀ ਆਏਗਾ ਔਰ ਕਈ ਦੁੱਖ ਵੀ ਉਹਦੇ ਦੂਰ ਹੋ ਜਾਣਗੇ। ਕਿਉਂਕਿ ਹੁਣ ਉਹ ਕਰਮ ਵੀ ਕਰ ਰਿਹਾ ਤਾਂ ਨਾਲ ਨਾਲ ਆਪਣੇ ਭਗਵਾਨ ਨੂੰ ਯਾਦ ਵੀ ਕਰ ਰਿਹਾ ਹੈ। ਇਸ ਲਈ ਸ਼੍ਰੀ ਕ੍ਰਿਸ਼ਨ ਵੀ ਕਹਿੰਦੇ ਕਰਮ ਕਰਨਾ ਤੇਰਾ ਫਰਜ਼ ਹੈ, ਸਾਥ ਦੇਣਾ ਮੇਰਾ ਫਰਜ਼। ਇੱਥੇ ਛੋਟੀ ਜਿਹੀ ਕਹਾਣੀ ਹੋਰ ਦੱਸਾਂਗੇ ਕਿ 2 ਕਿਸਾਨ ਸੀ, ਉਹਨਾਂ ਨੇ ਇੱਕ ਬੰਜਰ ਜ਼ਮੀਨ, ਦੋਨਾਂ ਨੇ ਕਹਿੰਦੇ 1 ਕਿੱਲਾ ਇੱਕ ਨੇ ਖਰੀਦੀ, 1 ਕਿੱਲਾ ਦੂਸਰੇ ਨੇ ਖਰੀਦੀ, ਦੋਨਾਂ ਨੇ ਆਪਣੀ ਆਪਣੀ ਜ਼ਮੀਨ ਖਰੀਦੀ ਬੰਜਰ। ਤਾਂ ਇੱਕ ਕਿਸਾਨ ਰੋਜ਼ ਭਗਵਾਨ ਦੀ ਮੂਰਤੀ ਮੂਹਰੇ ਬਹਿ ਕੇ ਹੇ ਭਗਵਾਨ ਮੇਰੀ ਬੰਜਰ ਜ਼ਮੀਨ 'ਚ ਫਸਲ ਆ ਜਾਵੇ, ਮੇਰੀ ਬੰਜਰ ਜ਼ਮੀਨ 'ਚ ਫਸਲ ਆ ਜਾਵੇ। ਕਰਨਾ ਕੁਛ ਨਹੀਂ, ਨਾ ਖੇਤ ਵਿੱਚ ਜਾ ਕੇ ਹਲ ਜੋਤਣਾ, ਨਾ ਪਾਣੀ ਦੇਣਾ, ਨਾ ਕੁਛ ਕਰਨਾ, ਬਸ ਬੈਠੇ ਬੈਠਣਾ ਹੇ ਭਗਵਾਨ ਬੰਜਰ ਜ਼ਮੀਨ 'ਚ ਫਸਲ ਆ ਜਾਵੇ, ਫਸਲ ਆ ਜਾਵੇ। ਇੱਦਾਂ ਹੀ ਸਾਲ ਗੁਜ਼ਰ ਗਿਆ ਔਰ ਦੂਜਾ ਕਿਸਾਨ ਬੇਨਤੀ ਕਰਦਾ ਸੀ ਹੇ ਭਗਵਾਨ ਤੇਰਾ ਨਾਮ ਲੈ ਕੇ ਮਿਹਨਤ ਕਰਨ ਲੱਗਾ, ਬਸ ਮੇਰੀ ਮਿਹਨਤ ਨੂੰ ਫਲ ਦੇਈ। ਉਹਨਾਂ ਜਾ ਕੇ ਹਲ ਚਲਾਇਆ, ਪਾਣੀ ਲਾਇਆ, ਬੀਜ ਪਾਇਆ। ਸਾਲ ਬਾਅਦ ਜਦੋਂ ਟਾਈਮ ਆਇਆ, ਯਾਨੀ ਕੁਝ ਸਮੇਂ ਬਾਅਦ, ਇੱਕ ਦਾ ਖੇਤ ਬੰਜਰੇ ਹੀ ਸੀ ਤਾਂ ਦੂਜੇ ਦੇ ਖੇਤ 'ਚ ਫਸਲ ਲਹਿਲਹਾ ਰਹੀ ਸੀ। ਹੁਣ ਜ਼ਰਾ ਸੋਚੋ, ਇੱਕ ਨੇ ਸਿਰਫ ਪ੍ਰਾਰਥਨਾ ਕੀਤੀ, ਬੰਜਰ ਰਹਿ ਗਿਆ, ਇੱਕ ਨੇ ਪ੍ਰਾਰਥਨਾ ਦੇ ਨਾਲ ਨਾਲ ਮਿਹਨਤ ਕੀਤੀ, ਕਰਮ ਕੀਤਾ ਤਾਂ ਉਹਦੇ ਬੰਜਰ ਜ਼ਮੀਨ 'ਚ ਫਸਲ ਉਗ ਆਈ। ਹੁਣ ਅੱਜ ਅਸੀਂ ਸਿਰਫ ਪ੍ਰਾਰਥਨਾ ਕਰਦੇ ਹਾਂ, ਮਿਹਨਤ ਤਾਂ ਕਰਦੇ ਹੀ ਨਹੀਂ ਹੈ। ਅੱਜ ਬੰਦਾ ਪ੍ਰਾਰਥਨਾ ਤਾਂ ਕਰ ਦਿੰਦਾ ਇਹ ਮਾਲਕ ਝੋਲੀ ਭਰ ਦੇਈਂ, ਪਰ ਕਰਮ ਕਰਦੇ ਨਹੀਂ ਹੈ, ਨਾ ਸੇਵਾ ਕਰਦੇ ਹਾਂ ਅਸੀਂ। ਬੋਲੋ ਸਮਝਦੇ ਹੋ ਕਿ ਨਹੀਂ? ਕਦੀ ਸੋਚਿਆ ਕਿ ਸਰੀਰਕ ਸੁੱਖ ਤਾਂ ਮੰਗਦਾ ਆ, ਪਰ ਇਹ ਸਰੀਰ ਨੂੰ ਕਦੀ ਸੇਵਾ 'ਚ ਵੀ ਲਾਇਆ ਮੈਂ? ਇਹ ਹੱਥਾਂ ਪੈਰਾਂ ਨਾਲ ਕਦੀ ਸੇਵਾ ਵੀ ਕੀਤੀ? ਕਰਮ ਕਰਾਂਗੇ ਤਾਂ ਫਿਰ ਹੀ ਭਗਵਾਨ ਵੀ ਸਾਡਾ ਸਾਥ ਦੇਗਾ। ਜੇ ਡਾਕਟਰ ਕੋਲੋਂ ਵੀ ਅਸੀਂ ਦਵਾਈ ਲੈਂਦੇ ਆ ਨਾ ਤਾਂ ਡਾਕਟਰ ਵੀ ਨਾਲ ਨਾਲ ਕਰਮ ਦੱਸਦਾ ਹੈ ਕਿ ਆਹ ਕੰਮ ਤੈਨੂੰ ਕਰਨਾ ਪੈਣਾ ਹੈ। ਇਸ ਲਈ ਜੇ ਹੁਣ ਤੁਸੀਂ ਡਾਕਟਰ ਕੋ ਜਾਓ ਜਾਂ ਭਗਵਾਨ ਕੋ ਜਾਓ, ਫਰਜ਼ ਕਰੋ ਇਹ ਭਗਵਾਨ ਮੇਰਾ weight ਬਹੁਤ ਜ਼ਿਆਦਾ ਹੈ, ਕਿਰਪਾ ਕਰ ਪਤਲਾ ਹੋ ਜਾਵਾਂ, ਇਹ ਮੋਟਾਪਾ ਦੂਰ ਹੋ ਜਾਵੇ,
ਤਾਂ ਹੁਣ ਅਸੀਂ ਕਹਿੰਦੇ ਜੇ ਤੁਹਾਡੀ ਜਗ੍ਹਾ ਪ੍ਰਮਾਤਮਾ ਐਕਸਰਸਾਈਜ਼ ਕਰੇਗਾ ਵੀ ਤਾਂ ਉਹਦਾ weight ਤਾਂ ਜ਼ਰੂਰ ਘਟ ਜਾਣਾ, ਤੁਹਾਨੂੰ ਕੋਈ ਫਰਕ ਨਹੀਂ ਪੈਣਾ, ਕਿਉਂਕਿ ਬੈਠੇ ਬਿਠਾਇਆ ਨੂੰ ਕੀ ਹੋਣਾ ਹੈ। ਬੇਨਤੀ ਕਰੋ ਪ੍ਰਮਾਤਮਾ ਮੇਰਾ weight ਘਟੇ, ਨਾਲ ਨਾਲ ਐਕਸਰਸਾਈਜ਼ ਕਰੋ, ਸੈਰ ਕਰੋ, ਮਿਹਨਤ ਵੀ ਕਰੋ, ਤਾਂ ਇਹ ਪ੍ਰਮਾਤਮਾ ਜ਼ਰੂਰ ਕਿਰਪਾ ਕਰੇਗਾ ਕਿ ਜੇ ਦੂਜਿਆਂ ਦਾ ਮਹੀਨੇ 'ਚ 2 ਕਿਲੋ ਘਟਦਾ, ਤੇਰਾ 4 ਕਿਲੋ ਘਟ ਜਾਵੇ। ਉਹਦੀ ਕਿਰਪਾ ਦਾ ਅਸਰ ਹੁੰਦਾ ਹੈ, ਪਰ ਉਹਦੇ ਨਾਲ ਨਾਲ ਸਾਨੂੰ ਵੀ ਕੋਸ਼ਿਸ਼ ਕਰਨੀ ਪੈਂਦੀ ਹੈ। ਅੱਜ ਇਨਸਾਨ ਕੀ ਹੋ ਗਿਆ, ਆਪ ਕੋਈ ਕੋਸ਼ਿਸ਼ ਕਰਨੀ ਨਹੀਂ ਚਾਹੁੰਦੇ ਤਾਂ ਹਾਂ ਸਾਡੇ ਜੀਵਨ 'ਚ ਬਰਕਤ ਆਵੇ, ਪੈਸੇ ਦੀ ਕਮੀ ਨਾ ਰਵੇ, ਪਰ ਦਾਨ ਕਰਨਾ ਹੀ ਸਿੱਖਣਾ ਨਹੀਂ। ਜ਼ਰਾ ਸੋਚੋ ਸਮਝੋ ਇਸ ਚੀਜ਼ ਨੂੰ, ਦਾਨ ਕਰਨਾ ਅਸੀਂ ਸਿੱਖਣਾ ਨਹੀਂ ਹੈ। ਹਾਲਾਂਕਿ ਕਿਹਾ ਜਾਂਦਾ ਹੈ, ਫਰਜ਼ ਕਰੋ ਇੱਕ ਕਿਸਾਨ ਅਗਰ ਉਹਦੇ ਕੋਲ 10 ਬੋਰੀਆਂ ਹੈ ਔਰ ਉਹ 10 ਬੋਰੀਆਂ ਨੂੰ ਆਪਣੇ ਸਟੋਰ ਦੇ ਵਿੱਚ ਤਾਲਾ ਲਾ ਕੇ ਰੱਖ ਲੈਂਦਾ ਹੈ, ਤਾਂ ਹੁਣ ਉਹ 10 ਬੋਰੀਆਂ ਕਿੰਨਾ ਕੁ ਚਿਰ ਤੱਕ ਰਹਿਣਗੀਆਂ? ਹੌਲੀ ਹੌਲੀ ਖਾਂਦਾ ਹੈ, 10 ਤੋਂ 9.5 9 8.5 ਘਟਦੀ ਘਟ ਜਾਏਗੀ। ਜੇ ਉਹ ਥੋੜਾ ਥੋੜਾ ਵੀ ਖਾਏਗਾ ਤਾਂ ਫਿਰ ਵੀ ਇੱਕ ਦਿਨ ਖਾਲੀ ਹੋਣਾ ਹੀ ਹੈ, ਔਰ ਬਹੁਤ ਸੰਭਾਵਨਾ ਹੈ ਕਿ ਗਲ ਵੀ ਸਕਦਾ ਹੈ, ਸੜ ਵੀ ਸਕਦਾ ਹੈ। ਪਰ ਜੇ ਉਹੀ ਕਿਸਾਨ ਉਹ ਅਨਾਜ ਨੂੰ ਆਪਣੀ ਜ਼ਰੂਰਤ ਜੋਗਾ ਰੱਖ ਕੇ ਬਾਕੀ ਜ਼ਮੀਨ 'ਚ ਬੋ ਦਿੰਦਾ ਹੈ, ਤਾਂ ਉਹੀ ਇੱਕ ਬੋਰੀ 10 ਬੋਰੀਆਂ ਹੋ ਕੇ ਦੁਬਾਰਾ ਉਹਨੂੰ ਮਿਲਦੀ ਹੈ। ਸਮਝਦੇ ਹੋ ਕਿ ਨਹੀਂ? ਇਸੇ ਤਰ੍ਹਾਂ ਗੁਰੂ ਰਹਿਬਰ ਕਹਿੰਦੇ ਆ ਤੂੰ ਦਾਨ ਦੇਣ ਦੀ ਕਲਾ ਸਿੱਖ, ਕਿਉਂਕਿ ਜਦੋਂ ਤੂੰ ਆਪਣੇ ਰਿਜ਼ਕ ਦਾ ਦਾਨ ਕਰੇਗਾ ਤਾਂ ਫਿਰ ਕਈ ਗੁਣਾ ਵੱਧ ਕੇ ਉਹ ਤੇਰਾ ਕੀਤਾ ਹੋਇਆ ਤੈਨੂੰ ਮਿਲੇਗਾ, ਔਰ ਤੇਰਾ ਕੀਤਾ ਕਦੀ ਵਿਅਰਥ ਨਹੀਂ ਜਾਂਦਾ। ਇਹ ਗੱਲ ਯਾਦ ਰੱਖਣਾ। ਇੱਥੇ ਇੱਕ ਛੋਟੀ ਜਿਹੀ ਘਟਨਾ ਦੱਸਣਾ ਚਾਹਾਂਗੇ। ਇੱਕ ਨੌਜਵਾਨ 17-18 ਸਾਲ ਦੀ ਉਹਦੀ ਉਮਰ, ਉਹ ਸੇਲਜ਼ਮੈਨ ਸੀ, ਕਿਸੇ ਦੁਕਾਨਦਾਰ ਦਾ ਸਮਾਨ ਉਹਨਾਂ ਲੈਣਾ, ਘਰ ਘਰ ਜਾ ਕੇ ਵੇਚਣਾ। ਬੜੀ ਗਰਮੀ ਦੇ ਦਿਨ, ਪਸੀਨੋ ਪਸੀਨੀ ਹੋਇਆ, ਪਿੱਛੇ ਬੈਗ ਰੱਖਿਆ ਹੋਇਆ, 17-18 ਸਾਲ ਦਾ ਨੌਜਵਾਨ, ਔਰ ਘਰ ਘਰ ਦਰਵਾਜ਼ੇ ਖੜਕਾ ਕੇ ਉਹ ਸਮਾਨ ਦਿਖਾ ਰਿਹਾ ਸੀ। ਕਈ ਘਰ ਤਾਂ ਐਸੇ ਸੀ ਉਹਨੂੰ ਦਬਕੇ ਮਾਰਦੇ, ਚੱਲ ਪਰੇ ਟਾਈਮ ਹੈ ਨਹੀਂ ਸਾਡੇ ਕੋਲ, ਪਿੱਛੇ ਹੋ ਜਾ, ਤੇਰੇ ਵਰਗੇ ਬੜੇ ਤੰਗ ਕਰਦੇ। ਪਰ ਇੱਕ ਘਰ ਦਾ ਦਰਵਾਜ਼ਾ ਉਹਨਾਂ ਖੜਕਾਇਆ, ਉਸ ਘਰ 'ਚ ਕੋਈ ਔਰਤ ਰਹਿੰਦੀ ਸੀ, ਇੱਕ ਔਰਤ ਰਹਿੰਦੀ ਸੀ। ਉਸਨੇ ਜਦੋਂ ਦਰਵਾਜ਼ਾ ਖੋਲ੍ਹਿਆ, ਦੇਖਿਆ ਇਸ ਨੌਜਵਾਨ ਨੂੰ ਕਿ ਬੈਗ ਚੱਕਿਆ ਹੋਇਆ ਭਾਰਾ, ਮੱਥੇ ਤੋਂ ਪਸੀਨਾ ਹੀ ਪਸੀਨਾ, ਪੂਰੇ ਕੱਪੜੇ ਪਸੀਨੇ ਨਾਲ ਭਿੱਜੇ ਹੋਏ। ਔਰਤ ਨੂੰ ਦੇਖ ਕੇ ਬੜਾ ਤਰਸ ਆਇਆ, ਕਿਉਂਕਿ ਉਹਦੇ ਪਤੀ ਦੀ ਡੈਥ ਹੋ ਚੁੱਕੀ ਸੀ, ਔਲਾਦ ਕੋਈ ਹੈ ਨਹੀਂ ਸੀ। ਤਾਂ ਉਹਨਾਂ ਉਹਨੂੰ ਅੰਦਰ ਬੁਲਾਇਆ, ਬੇਟਾ ਅੰਦਰ ਆ ਜਾ। ਉਹ ਕਹਿੰਦਾ ਆਂਟੀ ਮੈਂ ਸਮਾਨ ਦਿਖਾਣਾ। ਉਹ ਕਹਿੰਦੀ ਸਮਾਨ ਬਾਅਦ 'ਚੋਂ, ਪਹਿਲਾਂ ਤੂੰ ਬੈਠ, ਆਪਣੀ ਹਾਲਤ ਦੇਖ ਕਿੰਨਾ ਥੱਕਿਆ ਹੋਇਆ ਹੈ, ਪਹਿਲਾਂ ਬੈਠ, ਤੂੰ ਦੱਸ ਕੀ ਪੀਏਗਾ, ਪਾਣੀ ਪੀਏਗਾ, ਸ਼ਰਬਤ ਪੀਏਗਾ, ਕੀ ਪੀਏਗਾ? ਤਾਂ ਉਹਨਾਂ ਡਰਦੇ ਨੇ ਕਿਹਾ, ਕਿਉਂਕਿ ਇੰਨਾ ਪਿਆਰ ਕਿਸੇ ਘਰ 'ਚ ਉਹਨੂੰ ਮਿਲਿਆ ਨਹੀਂ ਸੀ। ਸਾਰੇ ਦਬਕੇ ਮਾਰਦੇ ਸੀ, ਝਿੜਕਾਂ ਮਾਰਦੇ ਸੀ। ਉਹਨਾਂ ਕਿਹਾ ਪਾਣੀ ਪਿਲਾ ਦਿਓ। ਉਹ ਕਹਿੰਦੀ ਫਿਰ ਬੈਠ। ਜ਼ਮੀਨ ਤੇ ਬੈਠਣ ਲੱਗਾ, ਉਹ ਕਹਿੰਦੀ ਨਹੀਂ ਸੋਫੇ ਤੇ ਬੈਠ। ਇਹ ਸੋਫਾ ਕਾਹਦੇ ਵਾਸਤੇ ਹੈ? ਇੱਥੇ ਬੈਠ। ਬਿਠਾ ਕੇ ਬੈਗ ਟੇਬਲ ਤੇ ਰੱਖਿਆ। ਤਾਂ ਔਰਤ ਨੇ ਕਿਹਾ ਬੇਟਾ ਕੁਝ ਖਾਏਗਾ ਵੀ, ਭੁੱਖ ਲੱਗੀ ਹੋਏਗੀ, ਇਕੱਲੇ ਪਾਣੀ ਨਾਲ ਕੀ ਬਣਨਾ ਇੰਨੀ ਗਰਮੀ 'ਚ? ਉਹ ਕਹਿੰਦਾ ਨਹੀਂ ਪਾਣੀ ਦੇ ਦਿਓ ਬਸ। ਸੰਕੋਚ ਕਰਦਾ, ਡਰਦੇ ਨੇ ਪਾਣੀ ਮੰਗਿਆ। ਔਰਤ ਅੰਦਰ ਗਈ, ਠੰਡਾ ਠੰਡਾ ਦੁੱਧ, ਔਰ ਉਹਦੇ 'ਚ ਥੋੜਾ ਜਿਹਾ ਸ਼ਰਬਤ ਪਾ ਕੇ, ਜਿੱਦਾਂ ਗਰਮੀਆਂ ਨੇ ਅਸੀਂ ਦੁੱਧ ਦੀ ਸ਼ਰਬਤ ਪਾ ਕੇ ਛਬੀਲ ਵਗੈਰਾ ਲਾਉਂਦੇ ਨੇ, ਇੱਦਾਂ ਦੁੱਧ ਵਿੱਚ ਸ਼ਰਬਤ ਪਾ ਕੇ ਗਲਾਸ ਭਰ ਕੇ ਲਈ, ਲੈ ਬੇਟਾ ਇਹ ਪੀ। ਉਸ ਤੋਂ ਬਾਅਦ ਤੂੰ ਆਪਣਾ ਸਮਾਨ ਦਿਖਾ। ਉਹ ਲੜਕੇ ਨੇ ਸ਼ਰਬਤ ਪੀਤਾ ਔਰ ਆਪਣਾ ਸਮਾਨ ਦਿਖਾਇਆ ਔਰ ਦਿਖਾ ਕੇ ਚਲਾ ਗਿਆ। ਉਹ ਜਾਣ ਤੋਂ ਪਹਿਲਾਂ ਉਹਨੂੰ ਪੁੱਛਿਆ ਬੇਟਾ ਤੂੰ ਇਸ ਉਮਰ 'ਚ ਕੰਮ ਕਿਉਂ ਕਰਦਾ ਹੈ? ਇਹ ਕੀ ਕਰਦਾ ਇੰਨੀ ਗਰਮੀ 'ਚ? ਕਹਿੰਦਾ ਆਂਟੀ ਮੈਂ ਪੜ੍ਹਨਾ ਆ, ਇਸ ਲਈ ਸਕੂਲ ਦੀ ਫੀਸ ਨਹੀਂ ਹੁੰਦੀ, ਮੇਰਾ ਵੀ ਕੋਈ ਹੈ ਨਹੀਂ, ਤਾਂ ਆਹੀ ਮੈਂ ਕੰਮ ਸਕੂਲ ਤੋਂ ਬਾਅਦ ਕਰਕੇ ਜਿਹੜੇ 4 ਪੈਸੇ ਮਿਲਦੇ ਆ ਆਪਣੇ ਸਕੂਲ ਦੀ ਫੀਸ ਦਿੰਦਾ, ਕਿਤਾਬਾਂ ਖਰੀਦਦਾ ਆ। ਬਸ ਇੰਨੀ ਗੱਲ ਕਹਿ ਕੇ ਸਮਾਨ ਦਿਖਾਇਆ, ਚਲਾ ਗਿਆ। ਸਮਾਂ ਗੁਜ਼ਰਿਆ, ਉਹ ਔਰਤ ਬਿਰਧ ਹੋ ਗਈ। ਹੁਣ ਘਰ 'ਚ ਕੋਈ ਨਹੀਂ ਸੀ। ਇੱਕ ਦਿਨ ਉਸ ਔਰਤ ਨੂੰ ਹਾਰਟ ਅਟੈਕ ਆ ਗਿਆ। ਆਂਡੀਆਂ ਗੁਆਂਢੀਆਂ ਨੇ ਚੱਕਿਆ, ਹਸਪੀਟਲ ਲੈ ਗਏ। ਹਸਪੀਟਲ ਜਦੋਂ ਲੈ ਕੇ ਜਾ ਰਹੇ ਸੀ ਤਾਂ ਔਰਤ ਨੂੰ ਆਪਣੇ ਅਟੈਕ ਦੀ ਇੰਨੀ ਫਿਕਰ ਨਹੀਂ ਸੀ ਜਿੰਨੀ ਫਿਕਰ ਸੀ ਕਿ ਉੱਥੇ ਮੇਰਾ ਖਰਚਾ ਕੌਣ ਕਰੇਗਾ, ਕਿਉਂਕਿ ਦਿਲ ਦੇ ਆਪਰੇਸ਼ਨ ਤੇ ਜਾਂ ਦਿਲ ਦੀਆਂ ਤੇ ਕਿੰਨਾ ਕੁਝ ਲੱਗ ਜਾਂਦਾ ਹੈ। ਉੱਥੇ ਮੇਰੀ ਦੇਖ ਰੇਖ ਕੌਣ ਕਰੇਗਾ? ਨਾ ਮੇਰੀ ਧੀ ਹੈ, ਨਾ ਮੇਰਾ ਪੁੱਤਰ, ਨਾ ਮੇਰਾ ਕੋਈ ਰਿਸ਼ਤੇਦਾਰ ਹੈ। ਇੰਨਾ ਚੰਗਾ ਰੱਬ ਮੈਨੂੰ ਮੌਤ ਹੀ ਦੇ ਦੇਵੇ। ਪਰ ਨਹੀਂ, ਉਹਨਾਂ ਜੀਵਨ ਲਿਖਿਆ ਤਾਂ ਲਿਖਿਆ ਹੈ। ਔਰਤ ਨੂੰ ਆਪਰੇਸ਼ਨ ਥੀਏਟਰ 'ਚ ਲੈ ਗਏ, ਆਪਰੇਸ਼ਨ ਹੋਇਆ। 7 ਦਿਨ ਔਰਤ ਉੱਥੇ ਰਹੀ, ਪਰ 7 ਦਿਨ ਉਹਦਾ ਦਿਲ ਇਹੀ ਧੜਕਦਾ ਸੀ ਕਿ ਜਦੋਂ ਬਿੱਲ ਬਣ ਕੇ ਆਣਾ ਹੈ ਤਾਂ ਪੈਸੇ ਕਿੱਥੋਂ ਦੇਣੇ ਹੈ। ਆਖਰ 7ਵੇਂ ਦਿਨ ਉਹਨੂੰ ਛੁੱਟੀ ਮਿਲਣੀ ਸੀ। ਤਾਂ ਜਦੋਂ ਉਹਦੇ ਕੋਲ ਬਿੱਲ ਆਇਆ ਤਾਂ ਔਰਤ ਦੇਖ ਕੇ ਹੈਰਾਨ ਰਹਿ ਗਈ ਕਿ ਬਿੱਲ ਆਇਆ ਔਰ ਬਿੱਲ ਦੇ ਉੱਪਰ ਲਿਖਿਆ ਸੀ ਪੇਡ, ਯਾਨੀ ਮੋਹਰ ਲੱਗੀ ਹੁੰਦੀ ਪੇਡ ਦੀ। ਹਸਪੀਟਲ ਮੋਹਰ ਲਾਉਂਦੇ ਕਿ ਬਿੱਲ ਪੇ ਹੋ ਚੁੱਕਾ ਹੈ। ਤਾਂ ਔਰਤ ਕਹਿੰਦੀ ਇਹ ਬਿੱਲ ਕਿਹਨਾਂ ਦਿੱਤਾ? ਤਾਂ ਜਦੋਂ ਥੱਲੇ ਦੇਖਿਆ ਤਾਂ ਥੱਲੇ ਲਿਖਿਆ ਹੋਇਆ ਸੀ ਥੈਂਕਸ ਫॉर ਮਿਲਕ, ਕਿ ਥੈਂਕ ਯੂ ਤੁਹਾਡਾ ਉਹ ਦੁੱਧ ਦਾ ਗਲਾਸ ਦੇਣ ਵਾਸਤੇ।
ਉਸਲੇ ਔਰਤ ਦਾ ਦਿਮਾਗ ਫੌਰਨ ਘੁੰਮ ਗਿਆ ਕਿ ਇਹ ਕੌਣ ਹੈ। ਫਿਰ ਯਾਦ ਆਇਆ ਕਦੀ ਉਸ ਨੌਜਵਾਨ ਨੂੰ ਅੱਜ ਤੋਂ ਇੰਨੇ ਸਾਲ ਪਹਿਲਾਂ ਮੈਂ ਇੱਕ ਦੁੱਧ ਦਾ ਗਲਾਸ ਦਿੱਤਾ ਸੀ, ਔਰ ਅੱਜ ਉਹ ਦੁੱਧ ਦੇ ਗਲਾਸ ਦੀ ਐਡੀ ਕੀਮਤ ਕਿ ਮੇਰਾ ਲੱਖਾਂ ਦਾ ਬਿੱਲ ਦੇ ਵੀ ਗਿਆ, ਪਤਾ ਵੀ ਨਹੀਂ ਲੱਗਣ ਦਿੱਤਾ। ਤਾਂ ਉਸ ਲਈ ਉਹਨੂੰ ਪਤਾ ਲੱਗਾ ਕਿ ਕਦੀ ਕਿਸੇ ਨੂੰ ਦਿੱਤਾ, ਦਾਨ ਕੀਤਾ, ਨੇਕ ਰਸਤੇ ਖਰਚ ਕੀਤਾ, ਕਦੀ ਵਿਅਰਥ ਨਹੀਂ ਜਾਂਦਾ, ਕਿਤੇ ਨਾ ਕਿਤੇ ਵਾਪਸ ਉਹ ਇਨਸਾਨ ਨੂੰ ਕਈ ਹਜ਼ਾਰ ਗੁਣਾ ਹੋ ਕੇ ਮਿਲਦਾ ਹੀ ਹੈ। ਜ਼ਰਾ ਸੋਚੋ ਸਮਝੋ ਸਾਰੇ ਜੀ। ਇਸ ਲਈ ਜੇ ਅਸੀਂ ਚਾਹੁੰਦੇ ਹਾਂ ਸਾਡੇ ਜੀਵਨ 'ਚ ਖੁਸ਼ੀਆਂ ਆਣ, ਸਾਡੇ ਜੀਵਨ 'ਚ ਤੰਦਰੁਸਤੀ ਆਵੇ, ਤਾਂ ਫਿਰ ਨਾਲ ਨਾਲ ਕਰਮ ਕਰਨ ਦੀ ਆਦਤ ਵੀ ਬਣਾਓ। ਸਿਰਫ ਪ੍ਰਾਰਥਨਾ ਹੀ ਕਰਦੇ ਹਾਂ, ਸਿਰਫ ਬੇਨਤੀ ਕਰਦੇ ਹਾਂ, ਕਰਮ ਕੀ ਕਰਦੇ ਹਾਂ ਅਸੀਂ? ਕੋਈ ਸੇਵਾ ਕਰਦੇ ਹਾਂ? ਜ਼ਰਾ ਗੌਰ ਕਰਨਾ। ਜੇ ਕਿਤੇ ਸੇਵਾ ਦੀ ਜ਼ਰੂਰਤ ਵੀ ਹੈ, ਨਹੀਂ ਜੀ ਸਾਡੇ ਕੋਲ ਟਾਈਮ ਹੈ ਨਹੀਂ, ਆਫਿਸ ਜਾਣਾ ਹੈ। ਭਾਈ ਜੇ ਤੁਸੀਂ ਨਹੀਂ ਜਾ ਸਕਦੇ ਤਾਂ ਤੁਸੀਂ ਆਪਣੀ ਜਗ੍ਹਾ ਇੱਕ ਦਿਹਾੜੀਦਾਰ ਭੇਜ ਦਿਓ ਕਿ ਇਹਨੂੰ ਦਿਹਾੜੀ ਮੈਂ ਦੇ ਦਊਂ, ਪਰ ਇਹ ਸੇਵਾ ਤੂੰ ਕਰ, ਉਹ ਵੀ ਫਲ ਤੁਹਾਨੂੰ ਮਿਲ ਜਾਣਾ, ਕਿਉਂਕਿ ਤੁਸੀਂ ਆਪ ਨਾ ਜਾ ਕੇ ਆਪਣੀ ਜਗ੍ਹਾ ਕਿਸੇ ਦੀ ਡਿਊਟੀ ਲਾ ਦਿੱਤੀ। ਇਸ ਲਈ ਕਰਮ ਕਰਨਾ ਵੀ ਸਾਡੇ ਵਾਸਤੇ ਜ਼ਰੂਰੀ ਹੈ। ਕਰਮ ਦੇ ਨਾਲ ਹੀ ਸਾਡੇ ਵਾਸਤੇ ਉਹ ਕਿਰਪਾ ਦੇ ਰਹਿਮਤ ਦੇ ਦੁਆਰ ਖੁੱਲਦੇ, ਫਿਰ ਹੀ ਭਗਵਾਨ ਸਾਡਾ ਸਾਥ ਦਿੰਦਾ ਹੈ। ਇਸ ਲਈ ਸ਼੍ਰੀ ਕ੍ਰਿਸ਼ਨ ਨੇ ਵੀ ਕਰਮ ਤੇ ਜ਼ੋਰ ਦਿੱਤਾ, ਕਰਮ ਕਰ ਤਾਂ ਫਿਰ ਤੇਰੇ ਜੀਵਨ 'ਚ ਖੁਸ਼ੀਆਂ ਆਣਗੀਆਂ। ਇਸ ਲਈ ਆਓ, ਹੁਣ ਸਮਾਂ ਕਾਫੀ ਹੋ ਗਿਆ ਹੈ। ਵੈਸੇ ਤਾਂ ਅੱਜ ਸਮਝਣ ਵਾਸਤੇ ਇੰਨਾ ਹੀ ਬਹੁਤ ਹੈ ਕਿ ਅਗਰ ਸਾਡੇ ਅੰਦਰ ਪਿਆਰ ਹੈ, ਵਿਸ਼ਵਾਸ ਹੈ, ਤਾਂ ਫਿਰ ਤਾਂ ਸਭ ਕੁਝ ਆ ਜਾਂਦਾ ਹੈ। ਕਿਉਂਕਿ ਜਿੱਥੇ ਪਿਆਰ ਹੋਵੇ, ਵਿਸ਼ਵਾਸ ਹੋਵੇ, ਉੱਥੇ ਪਾਣ ਦੀ ਤੜਫ ਵੀ ਪੈਦਾ ਹੋ ਜਾਂਦੀ ਹੈ। ਇਸ ਲਈ ਪੁੱਛਿਆ ਕਿ ਬਿਰਹਾ ਕਿੱਦਾਂ ਪੈਦਾ ਹੋਵੇ, ਤਾਂ ਬਿਰਹਾ ਵੀ ਤਾਂ ਪ੍ਰੇਮ ਨਾਲ ਹੀ ਪੈਦਾ ਹੁੰਦੀ ਹੈ। ਕਿਉਂਕਿ ਜੇ ਤੁਹਾਡੇ ਅੰਦਰ ਪ੍ਰੇਮ ਹੈ ਤਾਂ ਤੜਫ ਵੀ ਤਾਂ ਹੀ ਹੁੰਦੀ ਹੈ। ਜੇ ਤੁਸੀਂ ਕਿਸੇ ਨੂੰ ਮਿਲਣਾ ਹੋਵੇ ਤਾਂ ਤੁਹਾਡਾ ਦਿਲ ਕਿਹਨੂੰ ਮਿਲਣ ਨੂੰ ਤੜਫਦਾ ਹੈ? ਜਿਹਦੇ ਨਾਲ ਤੁਹਾਨੂੰ ਪਿਆਰ ਹੋਵੇ। ਔਰ ਇਸ ਲਈ ਮਾਲਕ ਦੇ ਪ੍ਰਤੀ ਸਾਡੇ ਅੰਦਰ ਜਦੋਂ ਪ੍ਰੇਮ ਹੋਏਗਾ, ਮਾਲਕ ਦੇ ਪ੍ਰਤੀ ਜਦੋਂ ਸਾਡੇ ਅੰਦਰ ਅਟੂਟ ਵਿਸ਼ਵਾਸ ਹੋਏਗਾ, ਐਸਾ ਪ੍ਰੇਮ ਹੋਏਗਾ ਕਿ ਮੈਂ ਆਪਣੇ ਮਾਲਿਕ ਨੂੰ ਪਾਣਾ ਹੈ, ਤਾਂ ਤੁਹਾਡਾ ਪ੍ਰੇਮ ਹੀ ਐਸੀ ਪਿਆਸ ਪੈਦਾ ਕਰ ਦੇਗਾ ਕਿ ਤੁਹਾਡਾ ਦਿਲ ਤੜਫ ਉੱਠੇਗਾ, ਜਿਹਨੂੰ ਕਹਿੰਦੇ ਬਿਰਹਾ। ਇਸ ਲਈ ਹਮੇਸ਼ਾ ਯਾਦ ਰੱਖਣਾ ਕਿ ਜਦੋਂ ਸਤਸੰਗ 'ਚ ਬੈਠਾਂਗੇ ਤਾਂ ਸਤਸੰਗ 'ਚ ਬੈਠ ਕੇ ਹੀ ਇਹ ਬਿਰਹਾ ਪੈਦਾ ਹੁੰਦੀ ਹੈ, ਇਹ ਪ੍ਰੇਮ ਪੈਦਾ ਹੁੰਦਾ। ਕਿਉਂਕਿ ਬੱਚੇ ਨੇ ਪੁੱਛਿਆ ਹੈ ਕਿ ਬਿਰਹਾ ਕਿੱਦਾਂ ਪੈਦਾ ਹੋਵੇ। ਦੁਨੀਆ ਦੀ ਖਾਤਰ ਤਾਂ ਸਾਰੇ ਤੜਫਦੇ ਹੈ, ਦੁਨੀਆ ਦਾ ਵਿਯੋਗ ਜਾਂ ਦੁਨੀਆ ਦੀ ਬਿਰਹਾ 'ਚ ਤਾਂ ਸਾਰੇ ਰੋਂਦੇ ਹੈ, ਪਰ ਪ੍ਰਮਾਤਮਾ ਦਾ ਪ੍ਰੇਮ, ਪ੍ਰਮਾਤਮਾ ਦੀ ਬਿਰਹਾ ਕਿੱਦਾਂ ਪੈਦਾ ਹੋਵੇ? ਤਾਂ ਜ਼ਰਾ ਸਮਝਣਾ ਕਿ ਇਨਸਾਨ ਜਿਹਦੇ ਬਾਰੇ ਸੁਣੀ ਜਾਵੇ ਨਾ, ਇਨਸਾਨ ਦਾ ਦਿਲ ਉਹਨੂੰ ਹੀ ਪ੍ਰਾਪਤ ਕਰਨ ਨੂੰ ਕਰਦਾ ਹੈ। ਇਹ ਕਦੀ ਗੌਰ ਕਰਨਾ ਤੁਸੀਂ ਕਿਸੇ ਚੀਜ਼ ਬਾਰੇ ਸੁਣੀ ਜਾਓ, ਉਹ ਚੀਜ਼ ਬੜੀ ਅੱਛੀ ਹੈ, ਉਹ ਚੀਜ਼ ਬੜੀ ਚੰਗੀ ਹੈ, ਤੁਹਾਡੇ ਮਨ 'ਚ ਆਉਣਾ ਇੱਕ ਦਿਨ ਮੈਂ ਵੀ ਉਹ ਚੀਜ਼ ਨੂੰ ਹਾਸਲ ਕਰਨਾ ਹੈ। ਫਿਰ ਤੁਹਾਡੇ ਅੰਦਰ ਇੱਕ ਤੜਫ ਪੈਦਾ ਹੋ ਜਾਂਦੀ ਹੈ ਉਹਨੂੰ ਪਾਣ ਦੀ। ਇਸ ਲਈ ਜਦੋਂ ਅਸੀਂ ਸੰਤਾਂ ਦੇ ਕੋਲ ਬਹਿੰਦੇ ਹਾਂ, ਸਤਸੰਗ ਵਿੱਚ ਬਹਿੰਦੇ ਹਾਂ, ਤਾਂ ਸੰਤਾਂ ਦੇ ਕੋਲ ਬਹਿ ਕੇ ਜਦੋਂ ਪ੍ਰਮਾਤਮਾ ਦੀ ਗੱਲ ਸੁਣਦੇ ਹਾਂ, ਪ੍ਰਭੂ ਦੀ ਗੱਲ ਸੁਣਦੇ ਹਾਂ, ਤਾਂ ਸਾਡੇ ਅੰਦਰ ਵੀ ਫਿਰ ਤੜਫ ਪੈਦਾ ਹੁੰਦੀ ਹੈ ਕਿ ਮੈਂ ਵੀ ਆਪਣੇ ਪ੍ਰਭੂ ਨੂੰ, ਆਪਣੇ ਪ੍ਰਮਾਤਮਾ ਨੂੰ ਪਾਣਾ ਹੈ, ਮੈਂ ਵੀ ਉਹਨੂੰ ਪ੍ਰਾਪਤ ਕਰਨਾ ਹੈ। ਔਰ ਜਦੋਂ ਇਹ ਭਾਵਨਾ ਪ੍ਰਾਪਤ ਕਰਨ ਦੀ ਆਂਦੀ ਤਾਂ ਫਿਰ ਕਰਮ ਵੀ ਇਨਸਾਨ ਫੇਰ ਹੀ ਕਰਦਾ ਹੈ। ਕਿਉਂਕਿ ਜਦੋਂ ਅੰਦਰ ਆ ਗਿਆ ਕਿ ਮੈਂ ਇਹਨੂੰ ਪਾਣਾ ਹੈ, ਤਾਂ ਫਿਰ ਇਨਸਾਨ ਕਹਿੰਦਾ ਹੁਣ ਇਹਨੂੰ ਪਾਣ ਵਾਸਤੇ ਮੈਨੂੰ ਜੋ ਵੀ ਕਰਮ ਕਰਨੇ ਪੈਣਗੇ ਮੈਂ ਕਰਨ ਨੂੰ ਤਿਆਰ ਹਾਂ। ਜਿੱਦਾਂ ਬੰਦਾ ਸੋਚ ਲਵੇ ਦਿੱਲੀ ਪਹੁੰਚਣਾ ਹੈ, ਹੁਣ ਦਿੱਲੀ ਪਹੁੰਚਣ ਵਾਸਤੇ ਜਿਹੜੀ ਬੱਸ, ਜਿਹੜੀ ਟ੍ਰੇਨ ਫੜਨ ਦੀ ਲੋੜ ਹੈ ਉਹ ਮੈਂ ਫੜਨੀ ਹੈ ਤਾਂ ਕਿ ਮੈਂ ਦਿੱਲੀ ਪਹੁੰਚ ਸਕਾਂ। ਮੈਂ ਆਪਣੀ ਮੰਜ਼ਿਲ ਨੂੰ ਪਾਣਾ ਹੈ, ਆਪਣੇ ਪਰਮਾਨੰਦ ਪ੍ਰਭੂ, ਆਪਣੇ ਮਾਲਿਕ ਨੂੰ ਪਾਣਾ ਹੈ। ਹੁਣ ਉਹਨੂੰ ਪਾਣ ਵਾਸਤੇ ਮੈਨੂੰ ਜੈਸਾ ਕਰਮ ਕਰਨ ਦੀ ਲੋੜ ਹੈ, ਜੈਸਾ ਬਣਨ ਦੀ ਲੋੜ ਹੈ, ਹੁਣ ਮੈਂ ਵੈਸਾ ਬਣ ਕੇ ਦਿਖਾਣਾ ਹੈ, ਵੈਸਾ ਕਰਮ ਕਰਕੇ ਦਿਖਾਣਾ ਹੈ ਤਾਂ ਕਿ ਮੈਂ ਆਪਣੇ ਮਾਲਿਕ ਤੱਕ ਪਹੁੰਚ ਸਕਾਂ। ਇਸ ਲਈ ਆਪਣੇ ਅੰਦਰ ਵਿਸ਼ਵਾਸ ਰੱਖਣਾ ਹੈ, ਆਪਣੇ ਅੰਦਰ ਪ੍ਰੇਮ ਪੈਦਾ ਕਰਨਾ ਹੈ, ਔਰ ਇਹ ਹੁੰਦਾ ਹੈ ਸੰਤਾਂ ਦੀ ਸੰਗਤ 'ਚ ਬਹਿ ਕੇ, ਸਤਸੰਗ ਦੇ ਵਿੱਚ ਬਹਿ ਕੇ। ਇਸ ਲਈ ਆਓ ਹੁਣ ਆਖਰਲੇ ਵਚਨਾਂ 'ਚ ਇਹੀ ਕਵਾਂਗੇ ਕਿ ਅੰਦਰ ਵਿਸ਼ਵਾਸ ਦਾ ਹੋਣਾ ਬਹੁਤ ਜ਼ਰੂਰੀ ਹੈ। ਕਿਉਂਕਿ ਜਿੱਦਾਂ ਦੱਸਿਆ ਕਿ ਪਤੀ ਪਤਨੀ, ਭੈਣ ਭਰਾ, ਰਿਸ਼ਤਿਆਂ 'ਚ ਵਿਸ਼ਵਾਸ ਹੋਵੇ ਤਾਂ ਖੁਸ਼ੀਆਂ ਹੁੰਦੀਆਂ ਹੈ, ਘਰ 'ਚ ਸ਼ਾਂਤੀ ਹੁੰਦੀ ਹੈ। ਤਾਂ ਜਦੋਂ ਇਹੀ ਵਿਸ਼ਵਾਸ ਮਾਲਿਕ ਦੇ ਨਾਲ ਹੋਵੇ, ਆਪਣੇ ਪ੍ਰਭੂ ਦੇ ਨਾਲ ਹੋਵੇ, ਤਾਂ ਫਿਰ ਘਰ 'ਚ ਪਰਮਾਨੰਦ ਹੁੰਦਾ ਹੈ, ਫਿਰ ਘਰ 'ਚ ਪਰਮ ਸ਼ਾਂਤੀ ਹੁੰਦੀ ਹੈ। ਇਸ ਲਈ ਉਹ ਵਿਸ਼ਵਾਸ ਆਪਣੇ ਅੰਦਰ ਪੈਦਾ ਕਰ ਲਓ ਕਿ ਮੇਰਾ ਮਾਲਿਕ ਮੇਰੇ ਨਾਲ ਹੈ, ਤਾਂ ਮੈਨੂੰ ਕੋਈ ਫਿਕਰ ਨਹੀਂ। ਸੋਹਣਾ ਸੋਹਣਾ ਮੇਰਾ ਮੁਰਸ਼ਿਦ ਸੋਹਣਾ, ਸੋਹਣਾ ਸੋਹਣਾ